क्लास 10th ਦਾ ਹੈਗਾ ਹੁਣ ਸਮਾਜਿਕ ਸਿੱਖਿਆ ਦਾ ਪੇਪਰ ਯਾਨੀ ਕਿ SST ਦਾ ਪੇਪਰ 10 ਅਪ੍ਰੈਲ ਨੂੰ। ਤਾਂ ਇਸ ਵੀਡੀਓ ਦੇ ਵਿੱਚ ਸ਼ਾਂਤੀ ਗੈਸ ਪੇਪਰ ਤੋਂ ਤੁਹਾਡੀ ਰਿਵੀਜ਼ਨ ਕਰਾ ਦਿੰਨੇ ਆ। ਇਹਦੇ ਵਿੱਚ ਵੈਰੀ ਇੰਪੋਰਟੈਂਟ ਇਹ ਪ੍ਰਸ਼ਨ ਉੱਤਰ ਹੈਗੇ ਆ। ਤਾਂ ਦੇਖ ਲਓ 80 ਨੰਬਰ ਦਾ ਤੁਹਾਡਾ ਇਹ ਪੇਪਰ ਆਵੇਗਾ SST ਦਾ। ਤਾਂ ਚਲੋ ਸ਼ੁਰੂ ਕਰਦੇ ਆ। ਸਭ ਤੋਂ ਪਹਿਲਾਂ ਨਾ ਤੁਹਾਨੂੰ ਬਹੁ ਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ, ਤੁਹਾਨੂੰ ਵੀ ਪਤਾ ਹੀ ਹੈ ਜਿਵੇਂ ਕਿ। ਤਾਂ ਦੇਖੋ ਪਹਿਲਾ ਪ੍ਰਸ਼ਨ ਕੀ ਹੈ, ਭਾਰਤ ਦੇ ਦੱਖਣ ਵਿੱਚ ਕਿਹੜਾ ਮਹਾਸਾਗਰ ਹੈ? ਤਾਂ ਇਹਦਾ ਉੱਤਰ ਆਵੇਗਾ ਹਿੰਦ ਮਹਾਸਾਗਰ ਜਿਹੜਾ ਹੈਗਾ ਵਾ, ਠੀਕ ਹੈ, ਉਹ ਭਾਰਤ ਦੇ ਦੱਖਣ ਦੇ ਵਿੱਚ ਹੈਗਾ ਵਾ। ਅੱਗੇ ਹੈ ਆਪਣਾ ਪ੍ਰਸ਼ਨ ਦੂਸਰਾ ਕਿ ਦੁਨੀਆ ਦੇ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਕਿਹੜਾ ਹੈ? ਤਾਂ ਭਾਰਤ ਇਸ ਦਾ ਰਾਈਟ ਆਨਸਰ ਹੋਵੇਗਾ। ਅੱਗੇ ਹੈ ਤੀਸਰਾ ਪ੍ਰਸ਼ਨ, ਇੱਕ ਧਾਰਨਾ ਅਨੁਸਾਰ ਭਾਰਤ ਦਾ ਨਾਮ ਭਾਰਤ ਨਾਮੀ ਰਾਜੇ ਦੇ ਨਾਮ ਤੋਂ ਪਿਆ, ਉਸ ਦਾ ਵਰਣਨ ਕਿੱਥੇ ਕੀਤਾ ਹੈ? ਤਾਂ ਇਹਦਾ ਆਨਸਰ ਆਏਗਾ ਆਪਣਾ ਰਿਗਵੇਦ। ਅੱਗੇ ਹੈ ਆਪਣਾ ਚੌਥਾ ਪ੍ਰਸ਼ਨ ਕਿ ਭਾਰਤ ਏਸ਼ੀਆ ਮਹਾਦੀਪ ਦੇ ਦੱਖਣ ਵਿੱਚ ਸਥਿਤ ਹੈ, ਇਸ ਕਾਰਨ ਇਸ ਨੂੰ ਹੋਰ ਕਿਸ ਨਾਮ ਨਾਲ ਪੁਕਾਰਿਆ ਜਾਂਦਾ ਹੈ? ਇਹਦਾ ਉੱਤਰ ਆਵੇਗਾ ਦੱਖਣੀ ਏਸ਼ੀਆ। ਅਗਲਾ ਪ੍ਰਸ਼ਨ ਆਪਣਾ ਪੰਜਵਾਂ ਪ੍ਰਸ਼ਨ ਕਿ ਕਿਹੜੀ ਨਹਿਰ ਦੇ ਖੁੱਲਣ ਨਾਲ ਜਿਹੜਾ ਹੈਗਾ ਵਾ ਭਾਰਤ ਨੂੰ ਪੱਛਮੀ ਯੂਰਪ ਨਾਲ ਵਪਾਰ ਵਿੱਚ ਆਸਾਨੀ ਹੋਈ? ਤਾਂ ਇਹਦਾ ਉੱਤਰ ਆਵੇਗਾ ਸਵੈਚ ਨਹਿਰ। ਛੇਵਾਂ ਪ੍ਰਸ਼ਨ ਮਹਾਨ ਹਿਮਾਲਿਆ ਭਾਰਤ ਦੇ ਕਿਸ ਪਾਸੇ ਸਥਿਤ ਹੈ? ਤਾਂ ਇਹਦਾ ਉੱਤਰ ਆਵੇਗਾ ਆਪਣਾ ਉੱਤਰ ਦੇ ਪਾਸੇ। ਅੱਗੇ ਹੈ ਆਪਣਾ ਸੱਤਵਾਂ ਪ੍ਰਸ਼ਨ, ਪ੍ਰਿਯੰਕਾ ਕੁਮਾਰੀ ਕਸ਼ਮੀਰ ਵਿੱਚ ਰਹਿੰਦੀ ਹੈ, ਉਸਨੇ ਘੁੰਮਣ ਫਿਰਨ ਲਈ ਕੰਨਿਆ ਕੁਮਾਰੀ ਤਾਮਿਲਨਾਡੂ ਆਉਣਾ ਹੈ, ਉਸ ਨੂੰ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਲਗਭਗ ਕਿੰਨਾ ਸਫ਼ਰ ਤੈਅ ਕਰਨਾ ਪਵੇਗਾ? ਤਾਂ ਇਹਦਾ ਆਨਸਰ ਆਏਗਾ ਆਪਣਾ 3214 ਕਿਲੋਮੀਟਰ ਦਾ। ਅੱਠਵਾਂ ਪ੍ਰਸ਼ਨ, ਖੇਤਰਫਲ ਦੇ ਹਿਸਾਬ ਨਾਲ ਭਾਰਤ ਸੰਸਾਰ ਵਿੱਚ ਕਿੰਨਵੇਂ ਨੰਬਰ ਤੇ ਹੈ? ਤਾਂ ਇਹ 7ਵੇਂ ਨੰਬਰ ਤੇ ਹੈ ਆਪਣਾ ਭਾਰਤ ਖੇਤਰਫਲ ਦੇ ਅਕੋਰਡਿੰਗ, ਮਤਲਬ ਖੇਤਰਫਲ ਦੇ ਪੱਖੋਂ। ਨੌਵਾਂ ਪ੍ਰਸ਼ਨ, 1 ਨਵੰਬਰ 1966 ਈਸਵੀ ਨੂੰ ਅਜੋਕਾ ਪੰਜਾਬ ਰਾਜ ਕਿਸ ਆਧਾਰ ਤੇ ਹੋਂਦ ਵਿੱਚ ਆਇਆ? ਤਾਂ ਇਹਦਾ ਆਨਸਰ ਆਏਗਾ ਆਪਣਾ ਭਾਸ਼ਾ ਦੇ ਆਧਾਰ ਤੇ। ਅਗਲਾ 10ਵਾਂ ਪ੍ਰਸ਼ਨ ਕਿ ਦੇਸ਼ ਵਿੱਚ ਲਗਭਗ 187 ਭਾਸ਼ਾਵਾਂ ਵਰਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਕੇਵਲ 23 ਭਾਸ਼ਾਵਾਂ ਦੇਸ਼ ਦੇ ਕਿੰਨੇ ਪ੍ਰਤੀਸ਼ਤ ਭਾਗਾਂ ਵਿੱਚ ਬੋਲੀਆਂ ਜਾਂਦੀਆਂ ਹਨ? ਤਾਂ ਇਹਦਾ ਆਨਸਰ ਆਏਗਾ ਆਪਣਾ 97%। 11ਵਾਂ ਪ੍ਰਸ਼ਨ, ਭਾਰਤ ਵਿੱਚ ਲੋਕਤੰਤਰ ਗਣਰਾਜ ਦੀ ਸਥਾਪਨਾ ਕਦੋਂ ਹੋਈ? ਤਾਂ ਇਹਦਾ ਆਨਸਰ ਆਏਗਾ ਆਪਣਾ 26 ਜਨਵਰੀ 1950। ਠੀਕ ਹੈ। ਅਗਲਾ ਪ੍ਰਸ਼ਨ 12ਵਾਂ, ਭਾਰਤ ਨੂੰ ਨਾ ਜਿਹੜਾ ਹੈਗਾ ਵਾ ਉਹ ਕਰਕ ਰੇਖਾ ਦੇ ਬਰਾਬਰ ਹਿੱਸਿਆਂ ਵਿੱਚ ਵੰਡਦੀ ਹੈ, ਠੀਕ ਹੈ, ਤਾਂ ਇਹਦਾ ਆਨਸਰ ਕਰਕ ਰੇਖਾ ਆਏਗਾ। ਅਗਲਾ 13ਵਾਂ ਪ੍ਰਸ਼ਨ ਹੈ ਜੋ ਡੈਸ਼ ਪੰਜਾਬ ਯਾਨੀ ਕਿ ਜੋ ਚੰਡੀਗੜ੍ਹ ਹੈ ਨਾ ਉਹ ਪੰਜਾਬ ਅਤੇ ਹਰਿਆਣਾ ਦੀ ਸੰਯੁਕਤ ਰਾਜਧਾਨੀ ਹੈ। 14ਵਾਂ ਪ੍ਰਸ਼ਨ, ਦੇਸ਼ ਵਿੱਚ ਲਗਭਗ 187 ਭਾਸ਼ਾਵਾਂ ਵਰਤੀਆਂ ਜਾਂਦੀਆਂ ਹਨ, ਠੀਕ ਹੈ। ਤੇ ਹੁਣ ਆਪਣਾ 15ਵਾਂ ਪ੍ਰਸ਼ਨ ਆ ਕਿ ਭਾਰਤੀ ਸੰਵਿਧਾਨ ਨੇ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਹੋਈ ਹੈ, 187 ਟੋਟਲ ਨੇ, ਠੀਕ ਹੈ, ਤੇ ਮਾਨਤਾ ਕਿੰਨਾ ਨੂੰ ਮਿਲੀ ਆ? 22 ਭਾਸ਼ਾਵਾਂ ਨੂੰ, ਠੀਕ ਹੈ। ਤੇ ਹੁਣ 16ਵਾਂ ਪ੍ਰਸ਼ਨ, ਖੇਤਰਫਲ ਦੇ ਪੱਖੋਂ ਜਿਹੜਾ ਹੈਗਾ ਵਾ ਰੂਸ ਆ ਨਾ ਜਿਹੜਾ, ਠੀਕ ਹੈ, ਜਿਸ ਨੂੰ ਆਪਾਂ ਰਸ਼ੀਆ ਵੀ ਕਹਿੰਦੇ ਆ, ਤਾਂ ਉਹ ਸੰਸਾਰ ਦਾ ਨਾ ਸਭ ਤੋਂ ਵੱਡਾ ਦੇਸ਼ ਹੈ। 17ਵਾਂ ਪ੍ਰਸ਼ਨ, ਭਾਰਤੀ ਸੰਵਿਧਾਨ ਵਿੱਚ ਹਿੰਦੀ ਜਿਹੜੀ ਹੈਗੀ ਆ ਉਸਨੂੰ ਭਾਸ਼ਾ ਨੂੰ ਜਿਹੜੀ ਹੈਗੀ ਆ ਰਾਸ਼ਟਰ ਭਾਸ਼ਾ ਦਰਜਾ ਜਿਹੜਾ ਹੈਗਾ ਪ੍ਰਾਪਤ ਹੈ, ਠੀਕ ਹੈ ਜੀ, ਯਾਨੀ ਕਿ ਹਿੰਦੀ ਜਿਹੜੀ ਭਾਸ਼ਾ ਵਾ ਆਪਣੀ, ਠੀਕ ਹੈ, ਉਸ ਨੂੰ ਭਾਰਤ ਦੀ ਰਾਸ਼ਟਰ ਭਾਸ਼ਾ ਦਾ ਜਿਹੜਾ ਹੈਗਾ ਵਾ ਦਰਜਾ ਪ੍ਰਾਪਤ ਹੈ। 18ਵਾਂ ਪ੍ਰਸ਼ਨ ਜਿਹੜਾ ਹੈਗਾ, ਭਾਰਤ ਦੇ ਕੇਰਲ ਰਾਜ ਵਿੱਚ ਔਰਤ ਸਾਖਰਤਾ ਦਰ ਸਭ ਤੋਂ ਜ਼ਿਆਦਾ ਹੈ, ਠੀਕ ਹੈ। ਅਗਲਾ ਪ੍ਰਸ਼ਨ 19ਵਾਂ, ਖੇਤਰਫਲ ਦੇ ਪੱਖੋਂ ਸੰਸਾਰ ਵਿੱਚ ਭਾਰਤ ਨੂੰ ਜਿਹੜਾ ਹੈਗਾ ਵਾ 7ਵਾਂ ਸਥਾਨ ਪ੍ਰਾਪਤ ਹੈ। 20ਵਾਂ ਪ੍ਰਸ਼ਨ, ਭਾਰਤ ਦੇ ਕਿਸ ਰਾਜ ਵਿੱਚ ਜਨਸੰਖਿਆ ਸਭ ਤੋਂ ਘੱਟ ਹੈ? ਤਾਂ ਇਹਦਾ ਆਨਸਰ ਆਏਗਾ ਆਪਣਾ ਗੋਆ, ਠੀਕ ਹੈ, ਗੋਆ ਵਿੱਚ ਸਭ ਤੋਂ ਜਨਸੰਖਿਆ ਘੱਟ ਹੈ। ਅੱਗੇ ਆਪਣਾ ਪ੍ਰਸ਼ਨ, ਖੇਤਰਫਲ ਦੇ ਪੱਖੋਂ ਭਾਰਤ ਦੇ ਸਭ ਤੋਂ ਵੱਡੇ ਰਾਜ ਦਾ ਨਾਂ ਕੀ ਹੈ? ਤਾਂ ਰਾਜਸਥਾਨ। ਬਾਕੀ ਜੋ ਉੱਤਰ ਪ੍ਰਦੇਸ਼ ਹੈ ਉੱਥੇ ਸਭ ਤੋਂ ਜ਼ਿਆਦਾ ਜਨਸੰਖਿਆ ਪਾਈ ਜਾਂਦੀ ਹੈ, ਠੀਕ ਹੈ। ਅਗਲਾ 22ਵਾਂ ਪ੍ਰਸ਼ਨ, ਭਾਰਤ ਦੇ ਖੇਤਰਫਲ ਸੰਸਾਰ ਦਾ ਕਿੰਨੇ ਪ੍ਰਤੀਸ਼ਤ ਹੈ? ਤਾਂ 2.2%। ਅੱਗੇ ਆਪਣਾ ਜਿਸ ਤਰ੍ਹਾਂ ਰੋਟੀ ਨੂੰ ਪ੍ਰਸ਼ਾਦਾ ਵੀ ਕਿਹਾ ਜਾਂਦਾ ਹੈ, ਇਸੇ ਤਰ੍ਹਾਂ ਲੋਕ ਸਭਾ ਨੂੰ ਹੋਰ ਕੀ ਕਿਹਾ ਜਾਂਦਾ ਹੈ? ਤਾਂ ਇਸ ਨੂੰ ਜਿਹੜਾ ਹੈਗਾ ਵਾ ਆਪਣਾ ਹੇਠਲਾ ਸਦਨ ਕਿਹਾ ਜਾਂਦਾ ਹੈ। ਉੱਤਰ ਤੁਸੀਂ ਆਹ ਦੇਖ ਵੀ ਸਕਦੇ ਹੋ, ਹੇਠਲਾ ਸਦਨ ਯਾਨੀ ਕਿ ਆਪਾਂ ਉਸ ਨੂੰ ਲੋਕ ਸਭਾ ਵੀ ਕਹਿੰਦੇ ਆ। ਤੇ ਉੱਪਰਲਾ ਸਦਨ ਦੋਸਤੋ ਰਾਜ ਸਭਾ ਹੁੰਦਾ ਵਾ, ਸੰਸਦ ਤਾਂ ਪਾਰਲੀਮੈਂਟ ਹੁੰਦਾ ਵਾ ਪੂਰਾ ਦਾ ਪੂਰਾ, ਠੀਕ ਹੈ ਜੀ, ਦੋਨਾਂ ਹੀ ਸਦਨਾਂ ਨੂੰ ਮਿਲਾ ਕੇ ਸੰਸਦ ਬਣਦਾ ਵਾ। ਤੇ ਵਿਧਾਨ ਸਭਾ ਦੋਸਤੋ ਇਹ ਅਲੱਗ ਆ, ਕਿਉਂਕਿ ਵਿਧਾਨ ਸਭਾ ਦੇ ਵਿੱਚ ਜਿਹੜੇ MLA ਬਹਿੰਦੇ ਆ, ਠੀਕ ਹੈ ਜੀ, ਉਹ ਲੈਜਿਸਲੇਟਿਵ ਅਸੈਂਬਲੀ ਹੁੰਦੀ ਆ, ਉਹਦੇ ਵਿੱਚ ਜਿਹੜੇ ਚੀਫ ਮਿਨਿਸਟਰ ਜਿਹੜੇ ਨਹੀਂ ਬਣਦੇ, ਮਤਲਬ ਇੱਕ ਸਟੇਟ ਦੀ ਜਿਹੜੀ ਜਿੱਥੇ MLA ਬਹਿੰਦੇ ਆ ਉਹ ਵਿਧਾਨ ਸਭਾ ਹੁੰਦੀ ਆ। ਬਾਕੀ ਆਲ ਓਵਰ ਜਿਹੜੇ ਇੰਡੀਆ ਦੇ ਜਿਹੜੇ MP ਵਗੈਰਾ ਹੁੰਦੇ ਨੇ ਉਹ ਹੇਠਲੇ ਸਦਨ ਤੇ ਉੱਪਰਲੇ ਸਦਨ ਦੇ ਵਿੱਚ ਬਹਿੰਦੇ ਆ, ਠੀਕ ਹੈ। ਤਾਂ ਇਹਦਾ ਆਨਸਰ ਇਹ ਹੋਏਗਾ। 24ਵਾਂ ਆਨਸਰ ਦੇਖੋ, 24ਵਾਂ ਪ੍ਰਸ਼ਨ ਕਿ ਤੁਸੀਂ ਭਾਰਤ ਵਿੱਚ ਲਿੰਗ ਅਨੁਪਾਤ ਪਤਾ ਕਰਨਾ ਹੈ ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਫਾਰਮੂਲਾ ਚੁਣੋਗੇ? ਤਾਂ ਇਹਦਾ ਆਨਸਰ ਆੜਾ ਆਪਸ਼ਨ ਆਏਗਾ, ਯਾਨੀ ਕਿ 1000 ਮਰਦਾਂ ਪਿੱਛੋਂ ਔਰਤਾਂ ਦੀ ਸੰਖਿਆ। ਅੱਗੇ ਹੈ 25ਵਾਂ ਪ੍ਰਸ਼ਨ, ਵਸੋਂ ਦੇ ਪੱਖੋਂ ਭਾਰਤ ਨੂੰ ਸੰਸਾਰ ਵਿੱਚ
ਕਿੰਨਵਾਂ ਸਥਾਨ ਪ੍ਰਾਪਤ ਹੈ? ਤਾਂ ਦੂਸਰਾ ਸਥਾਨ ਪ੍ਰਾਪਤ ਹੈ ਵਸੋਂ ਦੇ ਪੱਖੋਂ। ਠੀਕ ਹੈ, ਅੱਗੇ ਹੈ ਦੇਸ਼ ਵਿੱਚ ਰਾਸ਼ਟਰੀ ਮਾਨਤਾ ਪ੍ਰਾਪਤ ਭਾਸ਼ਾਵਾਂ ਕਿੰਨੀਆਂ ਹਨ? ਤਾਂ ਦੋਸਤੋ 22 ਨੇ ਤੇ ਟੋਟਲ ਕਿੰਨੀਆਂ ਨੇ? 187। ਠੀਕ ਹੈ, ਇਹ ਚੇਤੇ ਰੱਖਿਓ 22 ਜਿਹੜਾ 22 ਭਾਸ਼ਾਵਾਂ ਨੂੰ ਜਿਹੜੀ ਹੈਗੀ ਆ ਮਾਨਤਾ ਪ੍ਰਾਪਤ ਨੇ, ਬਟ ਦੋਸਤੋ ਟੋਟਲ ਕਿੰਨੇ ਆ? 187। ਅੱਗੇ ਆਪਣਾ ਆਜ਼ਾਦੀ ਤੋਂ ਪਹਿਲਾਂ ਜਿਹੜਾ ਹੈਗਾ ਭਾਰਤ ਕਿੰਨੀਆਂ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ? ਤਾਂ ਦੋਸਤੋ 562 ਰਿਆਸਤਾਂ ਵਿੱਚ ਵੰਡਿਆ ਹੋਇਆ ਸੀ। 28ਵਾਂ ਪ੍ਰਸ਼ਨ, ਭਾਰਤ ਦੇ ਕਿਸ ਰਾਜ ਦੀ ਜਨਸੰਖਿਆ ਦੀ ਘਣਤਾ ਪ੍ਰਤੀ ਵਰਗ ਕਿਲੋਮੀਟਰ ਸਭ ਤੋਂ ਘੱਟ ਹੈ? ਤਾਂ ਇਹਦਾ ਆਨਸਰ ਆਏਗਾ ਅਰੁਣਾਚਲ ਪ੍ਰਦੇਸ਼। ਅੱਗੇ ਆਪਣਾ ਜੇਕਰ 29ਵਾਂ ਪ੍ਰਸ਼ਨ, ਜੇਕਰ ਤੁਸੀਂ ਭਾਰਤ ਦੇ ਸਭ ਤੋਂ ਵੱਡੇ ਰਾਜ ਵਿੱਚ ਘੁੰਮਣ ਫਿਰਨ ਜਾਣਾ ਹੋਵੇ ਤਾਂ ਤੁਸੀਂ ਕਿਸ ਰਾਜ ਵਿੱਚ ਜਾਵੋਗੇ? ਤਾਂ ਨੋਰਮਲ ਜੀ ਗੱਲ ਆ ਦੋਸਤੋ, ਰਾਜਸਥਾਨ। ਠੀਕ ਹੈ, ਕਿਉਂਕਿ ਦੋਸਤੋ ਸਭ ਤੋਂ ਵੱਡਾ ਰਾਜ ਹੈਗਾ ਵਾ। ਹੁਣ ਦੋਸਤੋ ਆਪਣਾ ਅਗਲਾ ਪ੍ਰਸ਼ਨ ਦੇਖੋ ਕੀ ਹੈ ਜਲਵਾਯੂ ਦੇ ਵਿੱਚੋਂ, ਤਾਂ ਕਿਸੇ ਸਾਧਨ ਦੀ ਤਰਤਾਲੀ ਭਿੰਨਤਾ ਸਮੁੰਦਰ ਤੋਂ ਦੂਰੀ ਅਤੇ ਭੂ ਮੱਧ ਰੇਖਾ ਤੋਂ ਦੂਰੀ ਕਾਰਨ ਸਭ ਤੋਂ ਜ਼ਿਆਦਾ ਅਸਰ ਕਿਸ ਉੱਤੇ ਜਿਹੜਾ ਹੈਗਾ ਵਾ ਪੈਂਦਾ ਹੈ? ਤਾਂ ਇਹਦਾ ਆਨਸਰ ਆਏਗਾ ਆਪਣਾ ਜਲਵਾਯੂ ਤੇ। ਠੀਕ ਹੈ, ਅੱਗੇ ਹੈ ਦੂਸਰਾ ਪ੍ਰਸ਼ਨ, ਤੁਸੀਂ ਪੰਜਾਬ ਵਿੱਚ ਰਹਿੰਦੇ ਹੋ, ਜਨਵਰੀ ਮਹੀਨੇ ਵਿੱਚ ਘੁੰਮਣ ਲਈ ਮੁੰਬਈ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਉੱਥੇ ਗਰਮ ਕੱਪੜੇ ਜਿਹੜੀ ਹੈਗੀ ਆ ਲੈ ਜਾਣ ਦੀ ਲੋੜ ਕਿਉਂ ਨਹੀਂ ਹੈ? ਠੀਕ ਹੈ, ਤਾਂ ਇਹਦਾ ਆਨਸਰ ਆਏਗਾ ਆਪਣਾ ਦੋਸਤੋ ਸਮਜਲਵਾਯੂ ਹੋਣ ਕਰਕੇ। ਅੱਗੇ ਹੈ ਤੀਸਰਾ ਪ੍ਰਸ਼ਨ, ਕਿਹੜੀ ਰੇਖਾ ਭਾਰਤ ਦੇ ਜਲਵਾਯੂ ਨੂੰ ਦੋ ਭਾਗਾਂ ਵਿੱਚ ਵੰਡ ਦਿੰਦੀ ਹੈ? ਤਾਂ ਕਰਕ ਰੇਖਾ। ਅੱਗੇ ਹੈ ਚੌਥਾ ਪ੍ਰਸ਼ਨ, ਧਰਤੀ ਤੋਂ ਕਿੰਨੀ ਜਿਹੜਾ ਹੈਗਾ ਵਾ ਧਰਤੀ ਤੋਂ 3 ਕਿਲੋਮੀਟਰ ਉੱਪਰ ਹਵਾ ਦੇ ਸੰਚਾਰੀ ਚੱਕਰ ਨੂੰ ਕੀ ਕਿਹਾ ਜਾਂਦਾ ਹੈ? ਤਾਂ ਜੈਟ ਸਟਰੀਮ ਕਿਹਾ ਜਾਂਦਾ ਹੈ। ਪੰਜਵਾਂ ਪ੍ਰਸ਼ਨ, ਦੱਖਣੀ ਪੱਛਮੀ ਮਾਨਸੂਨ ਪੌਣਾ ਜਦੋਂ 1 ਜੂਨ ਨੂੰ ਪੱਛਮੀ ਤੱਟ ਤੇ ਬਹੁਤ ਜ਼ੋਰਦਾਰ ਵਰਖਾ ਕਰਦੀਆਂ ਹਨ ਤਾਂ ਇਸ ਨੂੰ ਕੀ ਕਿਹਾ ਜਾਂਦਾ ਹੈ? ਤਾਂ ਇਸ ਨੂੰ ਮਾਨਸੂਨ ਦਾ ਫਟਣਾ ਕਿਹਾ ਜਾਂਦਾ ਹੈ। ਛੇਵਾਂ ਪ੍ਰਸ਼ਨ, ਦੇਸ਼ ਵਿੱਚ ਮਾਨਸੂਨ ਪੌਣਾ ਦੁਆਰਾ ਹੋਣ ਵਾਲੀ ਵਰਖਾ ਦਾ ਸਮਾਂ ਕਿਹੜਾ ਹੈ? ਤਾਂ ਇਹਦਾ ਆਨਸਰ ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ ਇਹਨਾਂ ਨੇ ਦੱਸਿਆ ਵੀ ਹੋਇਆ ਹੈ ਜੂਨ ਤੋਂ ਸਤੰਬਰ। ਠੀਕ ਹੈ, ਜੂਨ ਤੋਂ ਸਤੰਬਰ ਯਾਨੀ ਕਿ ਈਡੀ ਆਪਸ਼ਨ ਇਸ ਦਾ ਕਰੈਕਟ ਹੋਏਗਾ। ਅੱਗੇ ਹੈ ਖਾੜੀ ਬੰਗਾਲ ਜਾਂ ਫਿਰ ਅਰਬ ਸਾਗਰ ਵਿੱਚ ਉਸ਼ਨ ਚੱਕਰਵਾਤਾਂ ਕਾਰਨ ਪੈਦਾ ਹੋਣ ਵਾਲੇ ਜਿਹੜੇ ਹੈਗੇ ਖੁਸ਼ਕ ਸਮੇਂ ਨੂੰ ਕੀ ਕਿਹਾ ਜਾਂਦਾ ਹੈ? ਤਾਂ ਇਸ ਨੂੰ ਮਾਨਸੂਨੀ ਰੁਕਾਵਟ ਕਿਹਾ ਜਾਂਦਾ ਹੈ। ਅੱਗੇ ਹੈ ਆਪਣਾ 8ਵਾਂ ਪ੍ਰਸ਼ਨ, ਦੇਸ਼ ਵਿੱਚ ਸਭ ਤੋਂ ਵੱਧ ਵਰਖਾ ਲਗਭਗ 1000 ਸੈਂਟੀਮੀਟਰ ਕਿਸ ਰਾਜ ਵਿੱਚ ਹੁੰਦੀ ਹੈ? ਤਾਂ ਇਹਦਾ ਉੱਤਰ ਆ ਜਾਏਗਾ, ਤੁਸੀਂ ਦੇਖ ਸਕਦੇ ਹੋ ਮੇਘਾਲਿਆ ਦੇ ਵਿੱਚ। ਠੀਕ ਹੈ, ਮੇਘਾਲਿਆ ਇੱਕ ਵੀ ਸਟੇਟ ਹੈ, ਜਿਵੇਂ ਆਪਣਾ ਪੰਜਾਬ ਸਟੇਟ ਆ ਨਾ ਉਸੇ ਤਰ੍ਹਾਂ ਹੀ ਮੇਘਾਲਿਆ ਵੀ ਇੱਕ ਸਟੇਟ ਆ। ਠੀਕ ਹੈ ਜੀ, ਅੱਗੇ ਆਪਣਾ 9ਵਾਂ ਪ੍ਰਸ਼ਨ, ਭਾਰਤੀ ਮੌਸਮੀ ਵਿਭਾਗ ਨੇ ਦੇਸ਼ ਅੰਦਰ ਮਿਲਣ ਵਾਲੇ ਸਾਰੇ ਸਾਲ ਦੇ ਜਲਵਾਯੂ ਮਾਨਸੂਨ ਪੌਣਾ ਦੇ ਆਧਾਰ ਤੇ ਕਿੰਨੀ ਕਿਸਮ ਦੇ ਮੌਸਮਾਂ ਦਾ ਵੰਡ ਕੀਤੀ ਹੈ? ਕਿੰਨੀ ਕਿਸਮ ਦੀ ਮਤਲਬ ਮੌਸਮ ਦੀ ਵੰਡ ਕੀਤੀ ਹੈ? ਤਾਂ 5 ਮੌਸਮ ਦੀ ਵੰਡ ਕੀਤੀ ਹੈ। ਆਪਣਾ 10ਵਾਂ ਪ੍ਰਸ਼ਨ, ਸਰਦੀਆਂ ਦੇ ਮੌਸਮ ਵਿੱਚ ਦੇਸ਼ ਦੇ ਮੈਦਾਨੀ ਭਾਗਾਂ ਵਿੱਚ ਸ਼ੀਤ ਲਹਿਰ ਦੇ ਚੱਲਣ ਕਾਰਨ ਕੀ ਪੈਦਾ ਹੁੰਦਾ ਹੈ? ਤਾਂ ਧੁੰਦ। ਠੀਕ ਹੈ, ਧੁੰਦ ਪੈਦਾ ਹੁੰਦਾ ਹੈ। 11ਵਾਂ ਪ੍ਰਸ਼ਨ, ਸੰਪੂਰਨ ਭਾਰਤ ਵਿੱਚ ਸਭ ਤੋਂ ਵੱਧ ਵਰਖਾ ਵਾਲੇ 2 ਮਹੀਨੇ ਕਿਹੜੇ ਨੇ? ਜੁਲਾਈ ਅਤੇ ਅਗਸਤ। ਭਾਰਤ ਵਿੱਚ ਦੱਖਣੀ ਪੱਛਮੀ ਮਾਨਸੂਨ ਦੀਆਂ ਕਿੰਨੀਆਂ ਸ਼ਾਖਾਵਾਂ ਹਨ? ਤਾਂ 2 ਇਸ ਦਾ ਰਾਈਟ ਆਨਸਰ ਹੋਵੇਗਾ। ਅੱਗੇ ਆਪਣਾ 13ਵਾਂ ਪ੍ਰਸ਼ਨ, ਦੇਸ਼ ਦੀ ਕਿੰਨੀ ਪ੍ਰਤੀਸ਼ਤ ਵਰਖਾ ਰੁੱਤ ਵਿੱਚ ਜੂਨ ਤੋਂ ਲੈ ਕੇ ਸਤੰਬਰ ਤੱਕ ਹੁੰਦੀ ਹੈ? ਤਾਂ 74%। ਪੱਛਮੀ ਰਾਜਸਥਾਨ, ਪੱਛਮੀ ਗੁਜਰਾਤ ਅਤੇ ਉੱਤਰੀ ਕਸ਼ਮੀਰ ਵਿੱਚ ਕਿੰਨੇ ਸੈਂਟੀਮੀਟਰ ਤੋਂ ਵੀ ਘੱਟ ਵਰਖਾ ਹੁੰਦੀ ਹੈ? ਤਾਂ 25 ਸੈਂਟੀਮੀਟਰ ਇਸ ਦਾ ਆਨਸਰ ਆਵੇਗਾ। ਅੱਗੇ ਆਪਣਾ 15ਵਾਂ ਪ੍ਰਸ਼ਨ, ਦੇਸ਼ ਦੀ ਸਭ ਤੋਂ ਵੱਧ ਵਰਖਾ ਜਿਹੜੀ ਹੈਗੀ ਆ ਮੇਘਾਲਿਆ ਦੀਆਂ ਪਹਾੜੀਆਂ ਵਿੱਚ ਹੁੰਦੀ ਹੈ। ਭਾਰਤ ਦੇ ਠੀਕ ਹੈ ਜੀ ਤਾਂ ਕੋਰੋਮੰਡਲ ਤੱਟ ਦੇ ਸਰਦੀਆਂ ਵਿੱਚ ਵਰਖਾ ਹੁੰਦੀ ਹੈ। ਠੀਕ ਹੈ, ਅਗਲਾ ਪ੍ਰਸ਼ਨ ਕੀ ਹੈ? ਜੋ ਮੁੰਬਈ ਹੈ ਨਾ, ਠੀਕ ਹੈ, ਮੁੰਬਈ ਸਮੁੰਦਰੀ ਤੱਟ ਤੇ ਵਸਿਆ ਹੋਇਆ ਹੈ। ਠੀਕ ਹੈ ਜੀ, ਅੱਗੇ ਆਪਣਾ ਚੇਨਈ ਭਾਰਤ ਦੇ ਪੂਰਬ ਤੱਟ ਤੇ ਸਥਿਤ ਹੈ। 19ਵਾਂ ਪ੍ਰਸ਼ਨ ਕੀ ਹੈ? ਜੋ ਮੇਘਾਲਿਆ ਵਾ ਨਾ, ਮੇਘਾਲਿਆ ਵਿੱਚ ਦੋਸਤੋ ਸਾਰਾ ਸਾਲ ਆਕਾਸ਼ ਬੱਦਲਾਂ ਨਾਲ ਢਕਿਆ ਹੀ ਰਹਿੰਦਾ ਹੈ। ਠੀਕ ਹੈ ਜੀ, ਤੇ ਬੈਟਰੀ ਵੀ ਇੱਥੇ ਲੋ ਹੋ ਰਹੀ ਹੈ, ਚਲੋ ਕੋਈ ਨਹੀਂ ਜਲਦੀ ਕਰਦੇ ਹਾਂ। ਚਲੋ ਦੇਖੋ ਦੋਸਤੋ ਪ੍ਰਸ਼ਨ ਕੀ ਇੱਥੇ ਆਪਣਾ 20ਵਾਂ ਪ੍ਰਸ਼ਨ, ਤਰਤਾਲ ਤੋਂ ਕਿੰਨੀ ਜਿਹੜਾ ਹੈਗਾ ਵਾ ਤਰਤਾਲ ਤੋਂ 3 ਕਿਲੋਮੀਟਰ ਦੀ ਉਚਾਈ ਤੋਂ ਉੱਪਰਲੇ ਵਾਯੂਮੰਡਲ ਵਿੱਚ ਬਹੁਤ ਤੇਜ਼ ਗਤੀ ਨਾਲ ਜਿਹੜੀ ਹੈਗੀ ਚੱਲਣ ਵਾਲੀ ਹਵਾਵਾਂ ਨੂੰ ਕੀ ਕਹਿੰਦੇ ਨੇ? ਤਾਂ ਜੈਟ ਸਟਰੀਮ ਇਸ ਨੂੰ ਕਹਿੰਦੇ ਆ। ਅੱਗੇ ਆਪਣਾ 21ਵਾਂ ਪ੍ਰਸ਼ਨ, ਪੱਛਮੀ ਬੰਗਾਲ ਵਿੱਚ ਤੂਫਾਨੀ ਚੱਕਰਵਾਤਾਂ ਨੂੰ ਕੀ ਕਿਹਾ ਜਾਂਦਾ ਹੈ? ਤਾਂ ਇਸ ਨੂੰ ਮਾਨਸੂਨੀ ਵਰਖਾ ਜਾਂ ਫਿਰ ਅੰਬਾਂ ਦੀ ਬਾਛੜ ਵੀ ਕਿਹਾ ਜਾਂਦਾ ਹੈ। ਅੱਗੇ ਭਾਰਤ ਦੇ ਦੱਖਣੀ ਭਾਗਾਂ ਵਿੱਚ ਕਿਹੜੀ ਰੁੱਤ ਨਹੀਂ ਹੁੰਦੀ ਹੈ? ਤਾਂ ਸਰਦੀ। ਖੁਸ਼ਕ ਅਤੇ ਮਾਰੂਥਲੀ ਭਾਗਾਂ ਵਿੱਚ ਲੰਘ ਕੇ ਆਉਣ ਵਾਲੀ ਅਤ ਗਰਮ ਹਵਾ ਨੂੰ ਕੀ ਆਖਦੇ ਹਨ? ਤਾਂ ਇਸ ਨੂੰ ਜਿਹੜਾ ਹੈਗਾ ਵਾ ਲੂ ਆਖਦੇ ਹਨ। ਅੱਗੇ ਹੈ ਭਾਰਤ ਵਿੱਚ ਦਸੰਬਰ ਤੋਂ ਫਰਵਰੀ ਤੱਕ ਰੁੱਤ ਨੂੰ ਕੀ ਆਖਦੇ ਹਨ? ਤਾਂ ਇਸ ਨੂੰ ਜਿਹੜਾ ਹੈਗਾ ਵਾ ਠੰਡ ਦੀ ਰੁੱਤ ਜਿਹੜਾ ਹੈਗਾ ਵਾ ਆਖਦੇ ਹਨ। ਭਾਰਤ ਦੇ ਦੱਖਣੀ ਭਾਗਾਂ ਵਿੱਚ ਕਿਹੜੀ ਰੁੱਤ ਨਹੀਂ ਜਿਹੜੀ ਹੈਗੀ ਹੁੰਦੀ? ਤਾਂ ਇਹਦਾ ਆਨਸਰ ਹੈ ਆਪਣਾ ਸਰਦੀ। ਠੀਕ ਹੈ, ਤੂਫਾਨੀ ਚੱਕਰਵਾਤਾਂ ਨੂੰ ਪੱਛਮੀ ਬੰਗਾਲ ਵਿੱਚ ਕੀ ਕਿਹਾ ਜਾਂਦਾ ਹੈ? ਤਾਂ ਕਾਲ ਵਿਸਾਖੀ ਕਿਹਾ ਜਾਂਦਾ ਹੈ। ਦੇਸ਼ ਦੇ ਉੱਤਰੀ ਮੈਦਾਨ ਵਿੱਚ ਗਰਮੀਆਂ ਵਿੱਚ ਚੱਲਣ ਵਾਲੀਆਂ ਧੂੜ ਪੜੀ ਸਥਾਨਕ ਪੌਣ ਨੂੰ ਕੀ ਕਿਹਾ ਜਾਂਦਾ ਹੈ? ਤਾਂ ਲੂ ਕਿਹਾ ਜਾਂਦਾ ਹੈ। ਦੱਖਣੀ ਪੱਛਮ ਮਾਨਸੂਨ ਦੀ ਬੰਗਾਲ ਖਾੜੀ ਵਾਲੀ ਸ਼ਾਖਾ ਦੁਆਰਾ ਸਭ ਤੋਂ ਵੱਧ ਪ੍ਰਭਾਵਿਤ ਸਥਾਨ ਕਿਹੜਾ ਹੈ? ਤਾਂ ਤੁਸੀਂ ਦੇਖ ਸਕਦੇ ਹੋ ਮੀਸ ਨਰਾਮ ਹੈ। ਠੀਕ ਹੈ ਜੀ, ਮਸੀ ਨਰਾਮ। ਠੀਕ ਹੈ ਜੀ, ਮਸੀ ਨਰਾਮ
ਇਹ ਤੁਹਾਡਾ ਈ ਡੀ ਆਪਸ਼ਨ ਕਰੈਕਟ ਹੋ ਜਾਏਗਾ। ਅੱਗੇ ਆਪਣਾ ਕਿਸ ਖੇਤਰ ਵਿੱਚ ਲੋਕ ਬੱਦਲ ਲਈ ਤਰਸ ਜਾਂਦੇ ਹਨ, ਤਾਂ ਬਾੜੇਮਾਰ ਅਤੇ ਜੈਸਲਮੇਰ, ਜੋ ਕਿ ਦੋਸਤੋ ਕੀ ਹੈ ਜੈਸਲਮੇਰ ਕਿੱਥੇ ਆਪਾਂ ਤੁਹਾਨੂੰ ਪਤਾ ਹੀ ਹੈ ਰਾਜਸਥਾਨ ਦੇ ਵਿੱਚ। ਅੱਗੇ ਆਪਣਾ ਪ੍ਰਸ਼ਨ ਕਿ ਬਈ ਤੁਹਾਡਾ 21 ਮਾਰਚ ਤੋਂ ਬਾਅਦ ਸੂਰਜ ਦੀਆਂ ਕਿੰਨੀਆਂ ਦੀਆਂ ਕਿਰਨਾਂ, ਠੀਕ ਹੈ ਜੀ। ਤਾਂ ਦੁਬਾਰਾ ਪੜ੍ਹਦੇ ਹਾਂ ਕੀ ਲਿਖਿਆ, 21 ਮਾਰਚ ਤੋਂ ਬਾਅਦ ਸੂਰਜ ਦੀਆਂ ਕਿਰਨਾਂ ਕਰਕ ਰੇਖਾ ਤੇ ਸਿੱਧੀਆਂ ਪੈਣ ਕਾਰਨ ਉੱਤਰੀ ਪੱਛਮੀ ਭਾਗਾਂ ਦਾ ਜਿਹੜਾ ਹੈਗਾ ਤਾਪਮਾਨ ਕਿੰਨੇ ਡਿਗਰੀ ਤੱਕ ਵੱਧ ਜਾਂਦਾ ਹੈ, ਤਾਂ 40 ਡਿਗਰੀ ਸੈਲਸੀਅਸ। ਅੱਗੇ 31ਵਾਂ ਪ੍ਰਸ਼ਨ, ਮਈ ਅਤੇ ਜੂਨ ਮਹੀਨਿਆਂ ਵਿੱਚ ਉੱਤਰ ਪੱਛਮੀ ਭਾਗਾਂ ਤੋਂ ਆਉਣ ਵਾਲੀ ਅੱਤ ਦੀ ਗਰਮ ਪੌਣਾ ਨੂੰ ਕੀ ਕਿਹਾ ਜਾਂਦਾ ਹੈ, ਤਾਂ ਲੂ ਕਿਹਾ ਜਾਂਦਾ ਹੈ। ਅੱਗੇ ਆਪਣਾ ਦੱਖਣੀ ਭਾਰਤ ਦੇ ਕੇਰਲ ਅਤੇ ਦੱਖਣੀ ਕਰਨਾਟਕ ਦੇ ਆਸ-ਪਾਸ ਦੀਆਂ ਸਮੁੰਦਰੀ ਪੌਣਾ ਮੋਟੀਆਂ ਬੂੰਦਾਂ ਵਾਲੀ ਪੂਰਬ ਮੌਨਸੂਨੀ ਵਰਖਾ ਕਰਦੀਆਂ ਹਨ, ਇਸ ਨੂੰ ਕੀ ਕਿਹਾ ਜਾਂਦਾ ਹੈ, ਤਾਂ ਇਸ ਨੂੰ ਅੰਬਾਂ ਦੀ ਵਾਛੜ ਕਿਹਾ ਜਾਂਦਾ ਹੈ। ਅੱਗੇ ਹੈ ਦੋਸਤੋ ਤੁਹਾਡਾ ਦੇਖੋ ਇਹਦੇ ਵਿੱਚ ਆਹ ਵਾਲੇ ਚੈਪਟਰ ਦੇ ਵਿੱਚ ਪਹਿਲਾ ਪ੍ਰਸ਼ਨ ਕੀ ਹੈ, ਭਾਰਤ ਦੇ ਕੱਚੇ ਲੋਹੇ ਦਾ ਸਭ ਤੋਂ ਵੱਡਾ ਆਯਾਤਕ ਦੇਸ਼ ਕਿਹੜਾ ਹੈ, ਤਾਂ ਦੋਸਤੋ ਇਹਦਾ ਹੈ ਆਨਸਰ ਜਾਪਾਨ, ਠੀਕ ਹੈ ਜੀ। ਅਗਲਾ ਪ੍ਰਸ਼ਨ ਕੀ ਹੈ, ਭਾਰਤ ਵਿੱਚ ਸਭ ਤੋਂ ਜ਼ਿਆਦਾ ਅਬਰਕ ਕਿਸ ਰਾਜ ਵਿੱਚ ਮਿਲਦਾ ਹੈ, ਤਾਂ ਇਹਦਾ ਆਨਸਰ ਆਏਗਾ ਝਾਰਖੰਡ। ਤਾਂਬਾ ਮੁੱਖ ਰੂਪ ਵਿੱਚ ਕਿਸ ਰਾਜ ਵਿੱਚ ਮਿਲਦਾ ਹੈ, ਤਾਂ ਝਾਰਖੰਡ। ਸਾਡੇ ਦੇਸ਼ ਵਿੱਚ ਉਦਯੋਗਿਕ ਬਾਲਣ ਦਾ ਸਭ ਤੋਂ ਵੱਡਾ ਸਾਧਨ ਜਿਹੜਾ ਹੈਗਾ ਕੀ ਹੈ, ਤਾਂ ਕੋਇਲਾ, ਠੀਕ ਹੈ ਜੀ। ਤੇ ਅਗਲਾ ਪ੍ਰਸ਼ਨ ਦੇਖੋ ਕੀ ਹੈ, ਖਣਿਜ ਭੰਡਾਰ ਦੇ ਹਿਸਾਬ ਨਾਲ ਭਾਰਤ ਦਾ ਸਭ ਤੋਂ ਵੱਡਾ ਖਣਿਜ ਸੰਸਾਧਨ ਜਿਹੜਾ ਹੈਗਾ ਕੀ ਹੈ, ਤਾਂ ਕੋਇਲਾ। ਅੱਗੇ ਕਦੇ ਖਤਮ ਨਾ ਹੋਣ ਵਾਲਾ ਊਰਜਾ ਦਾ ਸੋਮਾ ਕੀ ਹੈ, ਤਾਂ ਦੋਸਤੋ ਸੌਰ ਊਰਜਾ। ਅੱਗੇ ਆਪਣਾ ਅਰਥ ਸ਼ਾਸਤਰ ਦੇ ਵਿੱਚ ਮੁੱਢਲੇ ਧਾਰਨਾਵਾਂ ਪ੍ਰਸ਼ਨ ਦਾ ਦੇਖੋ ਦੋਸਤੋ ਕੀ ਹੈ, ਪਹਿਲਾ ਪ੍ਰਸ਼ਨ, ਰਾਸ਼ਟਰੀ ਆਮਦਨ ਕਿਸੇ ਦੇਸ਼ ਦੇ ਆਮ ਨਿਵਾਸੀਆਂ ਦੀ ਕੀ ਹੁੰਦੀ ਹੈ, ਇੱਕ ਲੇਖਾ ਸਾਲ ਸਮੇਂ ਦੀ ਆਮਦਨ ਹੁੰਦੀ ਹੈ, ਠੀਕ ਹੈ ਜੀ। ਰਾਸ਼ਟਰੀ ਆਮਦਨ ਕਿਸੇ ਦੇਸ਼ ਦੇ ਆਮ ਨਿਵਾਸੀਆਂ ਦੀ ਉਪਰੋਕਤ ਸਾਰੇ ਯਾਨੀ ਕਿ ਲਾਭ, ਲਗਾਨ, ਵਿਆਜ ਸਾਧਨ ਤੋਂ ਅਰਜਿਤ ਆਮਦਨ ਹੁੰਦੀ ਹੈ, ਠੀਕ ਹੈ। ਅਗਲਾ ਪ੍ਰਸ਼ਨ ਕੀ ਹੈ, ਤੀਸਰਾ, ਆਮਦਨ ਵਧਣ ਨਾਲ ਜਿਹੜਾ ਹੈਗਾ ਵਾ ਉਪਭੋਗ ਦੇ ਵਧਣ ਦੀ ਸੰਭਾਵਨਾ ਹੁੰਦੀ ਹੈ। ਅੱਗੇ ਆਪਣਾ ਚੌਥਾ ਪ੍ਰਸ਼ਨ, ਗੋਪਾਲ ਦੇ ਪਿਤਾ ਜੀ ਦੀ ਸਾਲਾਨਾ ਆਮਦਨ 5 ਲੱਖ ਰੁਪਏ ਹੈ, ਠੀਕ ਹੈ, ਜਿਸ ਵਿੱਚ ਉਹ 3 ਲੱਖ ਰੁਪਏ ਵਸਤਾਂ ਅਤੇ ਸੇਵਾਵਾਂ ਉੱਪਰ ਖਰਚ ਕਰ ਦਿੰਦੇ ਹਨ। ਉਹਨਾਂ ਕੋਲ ਜੋ 2 ਲੱਖ ਰੁਪਏ ਬਚ ਗਏ ਉਹ ਅਰਥ ਸ਼ਾਸਤਰ ਅਨੁਸਾਰ ਹੇਠ ਲਿਖਿਆਂ ਵਿੱਚੋਂ ਕੀ ਹੈ, ਠੀਕ ਹੈ, ਤਾਂ ਉਹ ਬਚਤ ਹੈ। ਮੰਨ ਕੇ ਦੋਸਤੋ ਤੁਹਾਡੇ ਗੋਪਾਲ ਜੀ ਹੈ, ਠੀਕ ਹੈ ਜੀ, ਉਹਨਾਂ ਕੋਲ ਦੋਸਤੋ ਕੀ ਹੈ 5 ਲੱਖ ਰੁਪਏ ਨੇ, ਉਹਨਾਂ ਦੇ ਵਿੱਚੋਂ ਦੋਸਤੋ ਉਹਨਾਂ ਨੇ ਜਿਹੜਾ ਹੈਗਾ ਵਾ 3 ਲੱਖ ਜਿਹੜੇ ਹੈਗੇ ਆ ਦੋਸਤੋ ਖਰਚ ਕਰ ਲਏ, ਵਸਤਾਂ ਖਰੀਦ ਲੀਆਂ। ਤਾਂ ਹੁਣ ਦੋਸਤੋ ਇਸ ਨੂੰ ਮਾਈਨਸ ਕਰ ਦੋਗੇ ਤਾਂ 2 ਲੱਖ ਰੁਪਏ ਬਚ ਗਏ, ਤਾਂ ਫਿਰ ਇਹ 2 ਲੱਖ ਰੁਪਏ ਕੀ ਹੈ ਦੋਸਤੋ ਬਚਤ ਆ, ਯਾਨੀ ਕਿ ਸੇਵਿੰਗ ਆ। ਹੁਣ ਦੋਸਤੋ ਆਪਣਾ ਪ੍ਰਸ਼ਨ ਦੇਖੋ ਕੀ ਹੈ ਪੰਜਵਾਂ, ਚੰਦਨ ਜੀ ਦੇ ਪਿਤਾ ਜੀ ਦੀ ਇੱਕ ਬੇਕਰੀ ਹੈ ਜਿਸ ਤੋਂ ਉਹਨਾਂ ਨੂੰ 6 ਲੱਖ ਰੁਪਏ ਸਾਲਾਨਾ ਆਮਦਨ ਦੇ ਰੂਪ ਵਿੱਚ ਪ੍ਰਾਪਤ ਹੁੰਦੇ ਹਨ, ਠੀਕ ਹੈ ਜੀ। ਐਨੂਅਲ ਮਤਲਬ ਉਹਨਾਂ ਨੂੰ 6 ਲੱਖ ਰੁਪਏ ਮਿਲਦੇ ਆ। ਅੱਗੇ ਹੈ ਦੋਸਤੋ ਇਸ ਵਿੱਚ ਜਿਹੜਾ ਹੈਗਾ ਵਾ 4 ਲੱਖ ਰੁਪਏ ਉਹ ਵਸਤਾਂ ਅਤੇ ਸੇਵਾਵਾਂ ਪਰ ਖਰਚ ਕਰ ਦਿੰਦੇ ਹਨ, ਤਾਂ 2 ਲੱਖ ਰੁਪਏ ਉਸ ਨੇ ਜਿਹੜਾ ਹੈਗਾ ਕੱਚਾ ਮਾਲ ਅਤੇ ਮਸ਼ੀਨਰੀ ਖਰੀਦਣ ਤੇ ਖਰਚ ਕਰਕੇ ਕਿਹੜੀ ਕਿਰਿਆ ਕੀਤੀ ਹੈ, ਠੀਕ ਹੈ ਜੀ। ਤਾਂ ਇਹਦਾ ਆਨਸਰ ਤੁਸੀਂ ਆਹ ਦੇਖ ਸਕਦੇ ਹੋ ਕਿ ਕੀ ਆ ਜਾਏਗਾ, ਨਿਵੇਸ਼ ਕਿਉਂ ਆਏਗਾ ਦੋਸਤੋ, ਕਿਉਂਕਿ ਦੋਸਤੋ ਦੇਖੋ ਉਹਦੇ ਨੂੰ ਜਿਹੜੇ ਹੈਗਾ 2 ਲੱਖ ਉਹਨੇ ਨਾ ਕਿੱਥੇ ਖਰਚ ਕੀਤੇ ਆ, ਕਿਤੇ ਮਸ਼ੀਨਰੀ ਖਰੀਦਣ ਤੇ, ਤਾਂ ਇਨਵੈਸਟਮੈਂਟ ਹੋਈ ਆ। ਤਾਂ ਦੋਸਤੋ ਇੱਥੇ ਜਿਹੜਾ ਹੈਗਾ ਵਾ ਆਨਸਰ ਕੀ ਆ ਜਾਏਗਾ, ਤਾਂ ਇਹਦਾ ਆਨਸਰ ਦੋਸਤੋ ਨਿਵੇਸ਼ ਆ ਜਾਏਗਾ, ਇਨਵੈਸਟਮੈਂਟ ਉਹਨੇ ਕੀਤੀ ਆ। ਅੱਗੇ ਆਪਣਾ ਪ੍ਰਸ਼ਨ, ਲਾਭ ਅਤੇ ਆਮਦਨ ਦੀ ਮਾਤਰਾ ਤੇ ਹੇਠ ਲਿਖੇ ਵਿੱਚੋਂ ਕਿਹੜਾ ਨਿਵੇਸ਼ ਨਿਰਭਰ ਕਰਦਾ ਹੈ, ਤਾਂ ਪ੍ਰੇਰਿਤ ਨਿਵੇਸ਼। ਅੱਗੇ ਆਪਣਾ ਗੁਲਸ਼ਨ ਕੋਲ 3 ਏਕੜ ਜ਼ਮੀਨ ਹੈ, ਉਸ ਜ਼ਮੀਨ ਉੱਪਰ 4 ਵਿਅਕਤੀ ਵਧੀਆ ਢੰਗ ਨਾਲ ਖੇਤੀ ਕਰ ਸਕਦੇ ਹਨ, ਪਰ ਦੋਸਤੋ ਗੁਲਸ਼ਨ ਦੇ ਪਰਿਵਾਰ ਦੇ 8 ਮੈਂਬਰ ਇਸ ਜ਼ਮੀਨ ਉੱਪਰ ਖੇਤੀ ਕਰ ਰਹੇ ਹਨ, ਤਾਂ ਅਰਥ ਸ਼ਾਸਤਰ ਵਿੱਚ ਇਸ ਸਥਿਤੀ ਨੂੰ ਕੀ ਕਹਿੰਦੇ ਹਨ, ਤਾਂ ਉਸ ਨੂੰ ਛੁਪੀ ਹੋਈ ਬੇਰੁਜ਼ਗਾਰੀ ਕਹਿੰਦੇ ਹਨ, ਠੀਕ ਹੈ। ਜੋ ਫालतू ਜਿਹੜੇ ਹੈਗੇ ਬੰਦੇ ਕੰਮ ਕਰ ਰਹੇ ਹਨ, ਇਹਨਾਂ ਦੀ ਲੋੜ ਵੀ ਨਹੀਂ ਹੈ, ਠੀਕ ਹੈ ਜੀ। ਲੋੜ ਕਿੰਨੇ ਦੀ ਹੈ, ਇੱਥੇ 4 ਵਿਅਕਤੀ ਦੀ ਆ, ਕਰ ਕਿੰਨੇ ਰਹੇ ਨੇ 8 ਮੈਂਬਰ ਕੰਮ ਕਰ ਰਹੇ ਆ, ਤਾਂ ਉਹ ਜਿਹੜੇ 4 ਵਿਅਕਤੀ ਫालतू ਦੇ ਵਿੱਚ ਕੰਮ ਕਰ ਰਹੇ ਆ ਨਾ, ਤਾਂ ਉਹ ਛੁਪੀ ਹੋਈ ਬੇਰੁਜ਼ਗਾਰੀ ਹੀ ਹੈਗੀ ਆ। ਅੱਗੇ 8ਵਾਂ ਪ੍ਰਸ਼ਨ, ਰਾਹੁਲ ਨੇ ਆਪਣੀ ਫੈਕਟਰੀ ਵਿੱਚ ਕੰਪਿਊਟਰਾਈਜ਼ਡ ਮਸ਼ੀਨਾਂ ਲਗਾਈਆਂ ਹਨ, ਠੀਕ ਹੈ ਜੀ, ਤੇ ਉਸ ਦੀ ਫੈਕਟਰੀ ਦੇ ਕੁਝ ਮਜ਼ਦੂਰ ਕੰਪਿਊਟਰ ਦੀ ਜਾਣਕਾਰੀ ਨਾ ਹੋਣ ਕਰਕੇ ਬੇਰੁਜ਼ਗਾਰ ਹੋ ਗਏ ਹਨ, ਤਾਂ ਇਹ ਕਿਹੜੀ ਕਿਸਮ ਦੀ ਜਿਹੜੀ ਹੈਗੀ ਬੇਰੁਜ਼ਗਾਰੀ ਹੈ, ਤਾਂ ਇਹ ਤਕਨੀਕੀ ਬੇਰੁਜ਼ਗਾਰੀ ਹੈ, ਕਿਉਂਕਿ ਉਹਨਾਂ ਨੂੰ ਜਿਹੜਾ ਹੈਗਾ ਵਾ ਟੈਕਨੋਲੋਜੀ ਬਾਰੇ ਨੌਲੇਜ ਨਹੀਂ ਹੈ। ਅੱਗੇ ਆਪਣਾ ਭੁਗਤਾਨ ਸੰਤੁਲਨ ਦੀਆਂ ਮਦਾਂ ਨੂੰ ਕਿੰਨੇ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ, ਤਾਂ ਦੋਸਤੋ 2 ਦੇ ਵਿੱਚ। ਜੋ ਵਿਦੇਸ਼ੀ ਕਰਜ਼ੇ ਲੰਮੇ ਸਮੇਂ ਲਈ ਘੱਟ ਵਿਆਜ ਦੀ ਦਰ ਤੇ ਲਏ ਜਾਂਦੇ ਹਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਤਾਂ ਉਸ ਨੂੰ ਜਿਹੜਾ ਹੈਗਾ ਤੁਸੀਂ ਆਹ ਦੇਖ ਸਕਦੇ ਹੋ ਕੀ ਕਿਹਾ ਜਾਂਦਾ ਹੈ, ਨਰਮ ਕਰਜ਼ੇ ਕਿਹਾ ਜਾਂਦਾ ਹੈ। ਪੰਜਾਬ ਵਿੱਚ ਕਿੰਨੇ ਪ੍ਰਤੀਸ਼ਤ ਜਨਸੰਖਿਆ ਗਰੀਬੀ ਰੇਖਾ ਤੇ ਹੇਠਾਂ ਰਹਿ ਰਹੀ ਹੈ, ਤਾਂ ਦੋਸਤੋ 15.9%। ਅਗਲਾ ਪ੍ਰਸ਼ਨ ਹੈ ਦੋਸਤੋ ਆਪਣਾ ਡੈਸ਼ ਵਿੱਚ ਯਾਨੀ ਕਿ ਪੂੰਜੀ ਵਿੱਚ ਹੋਣ ਵਾਲੇ ਵਾਧੇ ਨੂੰ ਨਿਵੇਸ਼ ਕਿਹਾ ਜਾਂਦਾ ਹੈ।
13ਵਾਂ ਪ੍ਰਸ਼ਨ ਰਾਸ਼ਟਰੀ ਆਮਦਨ ਦਾ ਹਿਸਾਬ ਲਗਾਉਂਦੇ ਸਮੇਂ ਵਸਤਾਂ ਅਤੇ ਸੇਵਾਵਾਂ ਨੂੰ ਉਹਨਾਂ ਦੀਆਂ ਕੀਮਤਾਂ ਨਾਲ ਜਿਹੜਾ ਹੈਗਾ ਕੀ ਕੀਤਾ ਜਾਂਦਾ ਹੈ ਤਾਂ ਗੁਣਾ ਕੀਤਾ ਜਾਂਦਾ ਹੈ। ਉਪਭੋਗ ਸ਼ਬਦ ਦਾ ਪ੍ਰਯੋਗ ਕਿੰਨੇ ਅਰਥਾਂ ਵਿੱਚ ਕੀਤਾ ਜਾਂਦਾ ਹੈ ਤਾਂ ਦੋਸਤੋ 2 ਦੇ ਵਿੱਚ। ਉਪਭੋਗ ਦੇ ਸਭ ਤੋਂ ਵੱਧ ਪ੍ਰਭਾਵ ਕਿਸ ਦਾ ਪੈਂਦਾ ਹੈ ਤਾਂ ਇਹਦਾ ਆਨਸਰ ਆ ਜਾਏਗਾ ਆਪਣਾ ਆਮਦਨ। ਠੀਕ ਹੈ ਜੀ, ਤਾਂ ਇਹਦਾ ਆਨਸਰ ਦੋਸਤੋ ਕੀ ਹੋ ਜਾਏਗਾ ਆਮਦਨ। ਅੱਗੇ ਆਪਣਾ ਭਾਰਤ ਸਰਕਾਰ ਆਮ ਤੌਰ ਤੇ ਦੋਸਤੋ ਹਰ ਸਾਲ ਕਿਹੜੇ ਮਹੀਨੇ ਆਪਣਾ ਬਜਟ ਲੋਕ ਸਭਾ 'ਚ ਪੇਸ਼ ਕਰਦੀ ਹੈ ਤਾਂ ਫਰਵਰੀ ਦੇ ਵਿੱਚ। ਜਦੋਂ ਇੱਕ ਦੇਸ਼ ਦੂਸਰੇ ਦੇਸ਼ ਤੋਂ ਵਸਤਾਂ ਤੇ ਸੇਵਾਵਾਂ ਮੰਗਵਾਉਂਦਾ ਹੈ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ, ਉਸ ਨੂੰ ਆਯਾਤ ਕਿਹਾ ਜਾਂਦਾ ਹੈ। ਅੱਗੇ ਹੈ ਉਪਭੋਗਤਾ ਦੀ ਖਪਤ ਕੀ ਕਹਾਉਂਦੀ ਹੈ ਤਾਂ ਉਸ ਨੂੰ ਉਪਭੋਗ ਕਿਹਾ ਜਾਂਦਾ ਹੈ। ਸਰਕਾਰ ਦੀ ਆਮਦਨ ਖਰਚ ਅਤੇ ਕਰਜ਼ੇ ਸੰਬੰਧੀ ਨੀਤੀ ਨੂੰ ਕੀ ਕਿਹਾ ਜਾਂਦਾ ਹੈ ਤਾਂ ਇਸ ਨੂੰ ਰਾਜਕੋਸ਼ੀ ਦੀ ਨੀਤੀ ਕਿਹਾ ਜਾਂਦਾ ਹੈ। ਆਮਦਨ ਕਰ ਅਤੇ ਉਪਹਾਰ ਕਰ ਕਿਸ ਦੀਆਂ ਉਦਾਹਰਨਾਂ ਹਨ ਤਾਂ ਇਹ ਪ੍ਰਤੱਖ ਕਰ ਯਾਨੀ ਕਿ ਪ੍ਰਤੱਖ ਟੈਰ ਮਤਲਬ ਜਿਹੜਾ ਹੈਗਾ ਵਾ ਡਾਇਰੈਕਟ ਟੈਕਸ। ਠੀਕ ਹੈ ਜੀ, ਉਹਦੀ ਉਦਾਹਰਣ ਹੈ। ਅੱਗੇ ਆਪਣਾ ਪ੍ਰਸ਼ਨ ਆਮਦਨ ਕਰ ਮਤਲਬ ਦੋਸਤੋ ਇਨਕਮ ਟੈਕਸ। ਠੀਕ ਹੈ ਜੀ, ਅੱਗੇ ਆਪਣਾ ਸਰਕਾਰ ਦੀ ਆਮਦਨ ਖਰਚ ਅਤੇ ਕਰਜ਼ ਸੰਬੰਧੀ ਨੀਤੀ ਨੂੰ ਕਿਹੜੀ ਨੀਤੀ ਕਿਹਾ ਜਾਂਦਾ ਹੈ ਤਾਂ ਰਾਜਕੋਸ਼ੀ ਨੀਤੀ। ਪੂੰਜੀ ਵਿੱਚ ਹੋਣ ਵਾਲੇ ਵਾਧੇ ਨੂੰ ਕੀ ਆਖਦੇ ਹਨ ਤਾਂ ਦੋਸਤੋ ਪੂੰਜੀ ਨਿਰਮਾਣ ਉਸ ਨੂੰ ਆਖਦੇ ਹਨ। ਠੀਕ ਹੈ, ਅਗਲਾ ਪ੍ਰਸ਼ਨ ਦੋਸਤੋ ਦੇਖੋ ਕੀ ਹੈ ਇਹ ਵਾਲੇ ਚੈਪਟਰ ਦੇ ਵਿੱਚੋਂ ਤੁਹਾਡੇ ਤਾਂ ਦੇਖੋ ਕੀ ਹੈ ਹੇਠ ਲਿਖਿਆਂ ਵਿੱਚੋਂ ਦੋਸਤੋ ਕਿਹੜਾ ਮੌਦਰਿਕ ਆਰਥਿਕ ਸੰਰਚਨਾ ਨਾਲ ਸੰਬੰਧਿਤ ਹੈ ਤਾਂ ਦੋਸਤੋ ਉਪਰੋਕਤ ਸਾਰੇ ਯਾਨੀ ਕਿ ਆਰਬੀਆਈ ਯਾਨੀ ਕਿ ਆਪਣਾ ਰਿਜ਼ਰਵ ਬੈਂਕ ਆਫ ਇੰਡੀਆ ਵੀ, ਵਪਾਰਕ ਬੈਂਕ ਵੀ, ਠੀਕ ਹੈ ਜੀ, ਤੇ ਗੈਰ ਬੈਂਕਿੰਗ ਵਿੱਤੀ ਸੰਸਥਾਵਾਂ ਵੀ। ਠੀਕ ਹੈ ਜੀ, ਅੱਗੇ ਉਪਭੋਗਤਾ ਸੰਰਖਣ ਐਕਟ ਕਦੋਂ ਲਾਗੂ ਕੀਤਾ ਗਿਆ ਸੀ ਤਾਂ 1987 ਦੇ ਵਿੱਚ। ਉਪਭੋਗਤਾ ਜਾਗਰੂਕ ਕੀ ਲਿਖਿਆ ਦੋਸਤੋ ਤੀਸਰਾ ਪ੍ਰਸ਼ਨ ਦੁਬਾਰਾ ਦੇਖੋ ਤੀਸਰਾ ਪ੍ਰਸ਼ਨ ਦੋਸਤੋ ਉਪਭੋਗਤਾ ਜਾਗਰੂਕ ਹਫਤਾ ਕਦੋਂ ਮਨਾਇਆ ਜਾਂਦਾ ਹੈ ਤਾਂ ਇਹ ਦੋਸਤੋ 15 ਮਾਰਚ ਤੋਂ ਜਿਹੜਾ ਹੈਗਾ ਵਾ 21 ਮਾਰਚ ਤੱਕ ਮਨਾਇਆ ਜਾਂਦਾ ਹੈ। ਅਗਲਾ ਪ੍ਰਸ਼ਨ ਦੋਸਤੋ ਚੌਥਾ ਪ੍ਰਸ਼ਨ ਆ ਭਾਰਤ ਵਿੱਚ ਕਿਹੜਾ ਯਾਤਾਯਾਤ ਵਪਾਰ ਕਰਨ ਲਈ ਸਸਤਾ ਅਤੇ ਵਧੀਆ ਮੰਨਿਆ ਜਾਂਦਾ ਹੈ ਤਾਂ ਰੇਲਵੇ। ਸੰਸਾਰ ਵਿੱਚ ਜਿਹੜਾ ਹੈਗਾ ਵਾ ਭਾਰਤੀ ਰੇਲਵੇ ਨੈਟਵਰਕ ਦਾ ਸਥਾਨ ਕੀ ਹੈ ਤਾਂ ਦੋਸਤੋ ਚੌਥਾ ਸਥਾਨ ਹੈ। ਸੰਸਾਰ ਵਿੱਚ ਭਾਰਤੀ ਰੇਲਵੇ ਨੈਟਵਰਕ ਦਾ ਕੀ ਸਥਾਨ ਹੈ ਤਾਂ ਦੋਸਤੋ ਚੌਥਾ ਸਥਾਨ ਹੈ। ਸਰਵਜਨਿਕ ਵਿਤਰਣ ਪ੍ਰਣਾਲੀ ਦਾ ਸੰਬੰਧ ਦੋਸਤੋ ਕਿਸ ਨਾਲ ਹੈ ਉਪਰੋਕਤ ਸਾਰੇ ਯਾਨੀ ਕਿ ਆਵੀ ਤੇ ਆਵੀ। ਠੀਕ ਹੈ ਜੀ, ਅਗਲਾ ਪ੍ਰਸ਼ਨ ਦੋਸਤੋ ਕੀ ਹੈ ਭਾਰਤ ਵਿੱਚ ਕਿੰਨੇ ਪ੍ਰਤੀਸ਼ਤ ਪਿੰਡਾਂ ਵਿੱਚ ਜਿਹੜੀ ਹੈਗੀ ਬਿਜਲੀ ਦੀ ਵਿਵਸਥਾ ਨਹੀਂ ਹੈ ਤਾਂ 16%। ਹੇਠ ਲਿਖਿਆਂ ਵਿੱਚ ਦੋਸਤੋ ਸੰਚਾਰ ਦਾ ਸਾਧਨ ਕਿਹੜਾ ਹੈ ਤਾਂ ਟੈਲੀਫੋਨ। ਠੀਕ ਹੈ, ਸਟਾਕ ਐਕਸਚੇਂਜ ਉਹ ਸੰਸਥਾਵਾਂ ਹਨ ਜਿੱਥੇ ਕੰਪਨੀਆਂ ਦੇ ਸ਼ੇਅਰ ਖਰੀਦੇ ਤੇ ਵੇਚੇ ਜਾਂਦੇ ਹਨ। ਇਸ ਨੂੰ ਹੋਰ ਕੀ ਨਾਂ ਦਿੱਤਾ ਗਿਆ ਹੈ ਤਾਂ ਇਸ ਨੂੰ ਜਿਹੜਾ ਹੈਗਾ ਵਾ ਸ਼ੇਅਰ ਬਾਜ਼ਾਰ ਵੀ ਕਿਹਾ ਜਾਂਦਾ ਹੈ। 10ਵਾਂ ਪ੍ਰਸ਼ਨ ਆਰਬੀਆਈ ਦੀ ਸਥਾਪਨਾ ਕਦੋਂ ਹੋਈ ਤਾਂ 1935 ਦੇ ਵਿੱਚ ਹੋਈ। ਭਾਰਤ ਵਿੱਚ ਰੇਲਵੇ ਲਾਈਨਾਂ ਦੀ ਕੁੱਲ ਲੰਬਾਈ ਕਿੰਨੀ ਹੈ ਤਾਂ ਇਹ ਤੁਸੀਂ ਦੇਖ ਸਕਦੇ ਹੋ 1,15,000 ਕਿਲੋਮੀਟਰ। ਠੀਕ ਹੈ ਜੀ, ਤਾਂ ਇੰਨੀ ਇਸ ਦੀ ਲੰਬਾਈ ਹੈ। ਉਸ ਤੋਂ ਬਾਅਦ ਆਪਣਾ ਪ੍ਰਸ਼ਨ ਹੈ ਰਾਜ ਆਯੋਗ ਕਿੰਨੇ ਲੱਖ ਰੁਪਏ ਤੱਕ ਦੀ ਸ਼ਿਕਾਇਤਾਂ ਦਾ ਫੈਸਲਾ ਕਰਦੇ ਹਨ ਤਾਂ ਇਹਦਾ ਅਨਸਰ ਆਏਗਾ ਆਪਣਾ 5 ਲੱਖ ਤੋਂ ਜਿਹੜਾ ਹੈਗਾ ਵਾ 20 ਲੱਖ ਰੁਪਏ। ਠੀਕ ਹੈ ਜੀ, ਉਪਭੋਗਤਾ ਜਿਹੜਾ ਹੈਗਾ ਵਾ ਹਫਤਾ ਮਨਾਇਆ ਜਾਂਦਾ ਹੈ ਕਦੋਂ ਤਾਂ ਇਹ ਜਿਹੜਾ ਹੈਗਾ ਵਾ 15 ਮਾਰਚ ਤੋਂ 21 ਮਾਰਚ ਦੇ ਵਿੱਚ। ਅੱਗੇ ਉਪਭੋਗਤਾਵਾਂ ਦੀਆਂ ਲੋੜਾਂ ਦੀ ਸੰਤੁਸ਼ਟੀ ਵਿੱਚ ਕੀ ਸ਼ਾਮਿਲ ਹੈ ਵਸਤੂਆਂ ਤੇ ਸੇਵਾਵਾਂ। ਭਾਰਤ ਵਿੱਚ ਪਹਿਲੀ ਰੇਲਵੇ ਲਾਈਨ ਜਿਹੜੀ ਹੈਗੀ ਬੰਬਈ ਤੋਂ ਥਾਣਾ ਦਰਮਿਆਨ ਕਿਸ ਮਿਤੀ ਨੂੰ ਵਿਛਾਈ ਗਈ ਤਾਂ 16 ਅਪ੍ਰੈਲ 1853 ਈਸਵੀ ਨੂੰ। ਠੀਕ ਹੈ ਜੀ, ਕਿਹੜੇ ਸਾਲ ਤੋਂ ਉਪਭੋਗਤਾਵਾਂ ਨੂੰ ਜਾਣਕਾਰੀ ਦੇਣ ਲਈ ਇੱਕ ਤਿਮਾਹੀ ਉਪਭੋਗਤਾ ਜਾਗਰਣ ਦਾ ਪ੍ਰਕਾਸ਼ਨ ਕੀਤਾ ਜਾ ਰਿਹਾ ਹੈ ਤਾਂ ਇਹਦਾ ਆਨਸਰ ਤੁਸੀਂ ਆਹ ਦੇਖ ਸਕਦੇ ਹੋ ਮਾਰਚ 1991 ਆਵੇਗਾ। ਅੱਗੇ ਹੈ ਆਪਣਾ ਪ੍ਰਸ਼ਨ ਵਿਕਾਸਸ਼ੀਲ ਦੇਸ਼ਾਂ ਵਿੱਚ ਭਾਰਤੀ ਜਹਾਜ਼ਰਾਨੀ ਦਾ ਕਿੰਨਵਾਂ ਸਥਾਨ ਹੈ ਤਾਂ ਪਹਿਲਾ ਸਥਾਨ ਹੈ ਇਸ ਦਾ। ਠੀਕ ਹੈ, ਅਗਲਾ ਪ੍ਰਸ਼ਨ ਹੈ ਆਪਣਾ ਕਿ ਬਫਰ ਸਟਾਕ ਦਾ ਕੀ ਉਦੇਸ਼ ਹੈ। ਠੀਕ ਹੈ ਜੀ, ਤਾਂ ਕੀਮਤਾਂ ਨੂੰ ਜਿਹੜਾ ਹੈਗਾ ਵਾ ਵਧਾਉਣਾ। ਠੀਕ ਹੈ, ਇਹ ਆਏਗਾ ਕੀਮਤਾਂ ਨੂੰ ਵਧਣ ਤੋਂ ਰੋਕਣਾ। ਇਹ ਆਪਣਾ ਆਏਗਾ ਊੜਾ ਆਪਸ਼ਨ ਆਏਗਾ ਕਰੈਕਟ। ਠੀਕ ਹੈ ਜੀ, ਕੀਮਤ ਨੂੰ ਵਧਣ ਤੋਂ ਰੋਕਣਾ। ਅੱਗੇ ਆਪਣਾ ਦੋਸਤੋ ਉਪਭੋਗਤਾ ਵਾ ਜਿਹੜਾ ਹੈਗਾ ਵਾ ਉਪਭੋਗਤਾ ਸੰਰਖਣ ਦੋਸਤੋ ਜਿਹੜਾ ਹੈਗਾ ਵਾ ਨਿਯਮ ਕਦੋਂ ਲਾਗੂ ਹੋਇਆ ਸੀ 1986 ਦੇ ਵਿੱਚ। ਭਾਰਤ ਦਾ ਕੇਂਦਰੀ ਬੈਂਕ ਕਿਹੜਾ ਹੈ ਆਰਬੀਆਈ ਯਾਨੀ ਕਿ ਰਿਜ਼ਰਵ ਬੈਂਕ ਆਫ ਇੰਡੀਆ। ਭਾਰਤ ਵਿੱਚ ਕਦੋਂ ਪਹਿਲੀ ਰੇਲਵੇ ਲਾਈਨ ਮੁੰਬਈ ਤੋਂ ਥਾਣਾ ਵਿਚਕਾਰ ਜਿਹੜੀ ਹੈਗੀ ਆ ਵਿਛਾਈ ਗਈ ਤਾਂ ਇਹਦਾ ਆਨਸਰ ਹੈ 16 ਅਪ੍ਰੈਲ 1853 ਦੇ ਵਿੱਚ। ਖੇਤੀਬਾੜੀ ਨੂੰ ਪਾਣੀ ਕਿੰਨੇ ਢੰਗਾਂ ਨਾਲ ਮਿਲਦਾ ਹੈ ਤਾਂ 2। ਤਾਪ ਬਿਜਲੀ ਸਟੇਸ਼ਨਾਂ ਵਿੱਚ ਜਿਹੜਾ ਹੈਗਾ ਵਾ ਕਿਸ ਤੋਂ ਪੈਦਾ ਕੀਤੀ ਜਾਂਦੀ ਹੈ ਯਾਨੀ ਕਿ ਤਾਪ ਬਿਜਲੀ ਸਟੇਸ਼ਨਾਂ ਵਿੱਚ ਕਿਸ ਤੋਂ ਪੈਦਾ ਕੀਤੀ ਜਾਂਦੀ ਹੈ ਤਾਂ ਦੋਸਤੋ ਕੋਇਲੇ ਤੋਂ। ਹੁਣ ਦੋਸਤੋ ਪ੍ਰਸ਼ਨ ਆ ਤੁਹਾਡਾ ਇਤਿਹਾਸ ਦੇ ਵਿੱਚੋਂ ਤਾਂ ਆਹ ਵਾਲੇ ਚੈਪਟਰ ਹੈ ਤੁਹਾਡਾ। ਦੇਖੋ ਪਹਿਲਾ ਪ੍ਰਸ਼ਨ ਕੀ ਇਹਦੇ ਵਿੱਚ ਵੈਦਿਕ ਸਾਹਿਤਾ ਵਿੱਚ ਪੰਜਾਬ ਦੇ ਧੁਰ ਪੂਰਬ ਵਿੱਚ ਵਸਦੇ ਕਿਸ ਦਰਿਆ ਦਾ ਵਰਣਨ ਕੀਤਾ ਗਿਆ ਹੈ ਤਾਂ ਸਰਸਵਤੀ। ਰਾਮਾਇਣ ਅਤੇ ਮਹਾਭਾਰਤ ਸਮੇਂ ਪੰਜਾਬ ਦਾ ਨਾਂ ਕੀ ਸੀ ਤਾਂ ਦੋਸਤੋ ਪੰਚ ਨਦ। ਠੀਕ ਹੈ, ਅੱਗੇ ਆਪਣਾ ਚੀਨੀ ਸੈਲਾਨੀ ਹਿਊਨ ਸਾਂਗ ਨੇ ਪੰਜਾਬ ਨੂੰ ਕੀ ਨਾਮ ਦਿੱਤਾ ਤਾਂ ਸੇਕੀਆ। ਹਿੰਦੀ
ਪਾਰਸੀ ਰਾਜਿਆਂ ਨੇ ਅਧੀਨ ਪੰਜਾਬ ਦੀ ਰਾਜਧਾਨੀ ਸ਼ਾਲਕਾ ਦਾ ਅੱਜ ਕੱਲ੍ਹ ਕੀ ਨਾਮ ਹੈ? ਤਾਂ ਸਿਆਲਕੋਟ। ਅੱਗੇ ਆਪਣਾ ਮੁਗਲ ਕਾਲ ਸਮੇਂ ਪੰਜਾਬ ਕਿਹੜੇ ਦੋ ਪ੍ਰਾਂਤਾਂ ਵਿੱਚ ਵੰਡਿਆ ਗਿਆ ਸੀ? ਤਾਂ ਇਹਦਾ ਆਨਸਰ ਹੈ ਆਪਣਾ ਲਾਹੌਰ ਅਤੇ ਮੁਲਤਾਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਪੰਜਾਬ ਦੀ ਪੂਰਬੀ ਹੱਦ ਕਿਹੜੀ ਸੀ? ਤਾਂ ਦਰਿਆ ਸਤਲੁਜ। ਅੱਗੇ ਹੈ 1911 ਈਸਵੀ ਵਿੱਚ ਕਿਸ ਅੰਗਰੇਜ਼ ਜਿਹੜਾ ਹੈਗਾ ਵਾ ਵਾਇਸਰਾਏ ਨੇ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾ ਕੇ ਪੰਜਾਬ ਨੂੰ ਵੱਖ ਕਰ ਦਿੱਤਾ? ਤਾਂ ਲਾਰਡ ਹਾਰਡਿੰਗ ਨੇ। ਅੱਗੇ ਹੈ 1947 ਈਸਵੀ ਪੰਜਾਬ ਦੀ ਵੰਡ ਸਮੇਂ ਪੰਜਾਬ ਦੇ 29 ਜ਼ਿਲ੍ਹਿਆਂ ਵਿੱਚੋਂ ਭਾਰਤੀ ਪੰਜਾਬ ਦੇ ਹਿੱਸੇ ਵਿੱਚ ਕਿੰਨੇ ਜ਼ਿਲ੍ਹੇ ਆਏ? ਤਾਂ ਇਹਦਾ ਆਨਸਰ ਤੁਸੀਂ ਆਹ ਦੇਖ ਸਕਦੇ ਹੋ ਕਿੰਨੇ ਆਏ? ਤਾਂ 13। ਠੀਕ ਹੈ ਜੀ। ਅੱਗੇ ਆਪਣਾ ਪ੍ਰਸ਼ਨ ਦਰਿਆ ਸਿੰਧ ਤੋਂ ਲੈ ਕੇ ਦਰਿਆ ਯਮੁਨਾ ਦੇ ਵਿਚਕਾਰ ਪੰਜਾਬ ਡੈਸ਼ ਦਾ ਟੁਕੜਾ ਹੈ? ਤਾਂ ਇਹਦਾ ਆਨਸਰ ਆਏਗਾ ਆਪਣਾ ਤਿਕੋਣੀ ਧਰਤੀ ਦਾ ਟੁਕੜਾ ਹੈ। ਅੱਗੇ ਹਿਮਾਲਿਆ ਦੀਆਂ ਸੁਲੇਮਾਨ ਅਤੇ ਕੀ ਲਿਖਿਆ ਦੋਸਤੋ ਇੱਥੇ ਆਪਣਾ ਕਿਰਥਾਰ ਲਿਖਿਆ ਹੋਇਆ। ਠੀਕ ਹੈ, ਕਿਰਥਾਰ ਦੀਆਂ ਪਹਾੜੀ ਲੜੀਆਂ ਪੰਜਾਬ ਦੇ ਕਿਸ ਹਿੱਸੇ ਵਿੱਚ ਸਥਿਤ ਹਨ? ਤਾਂ ਇਹਦਾ ਆਨਸਰ ਆਏਗਾ ਆਪਣਾ ਪੱਛਮ। ਅੱਗੇ ਆਪਣਾ 11ਵਾਂ ਪ੍ਰਸ਼ਨ ਪੰਜਾਬ ਉੱਤੇ ਵਿਦੇਸ਼ੀ ਹਮਲਿਆਂ ਦਾ ਮੁੱਖ ਕਾਰਨ ਕੀ ਸੀ? ਤਾਂ ਇਹਦਾ ਆਨਸਰ ਹੈ ਆਪਣਾ ਪੰਜਾਬ ਦੀਆਂ ਭੂਗੋਲਿਕ ਸਥਿਤੀ। ਠੀਕ ਹੈ। ਅੱਗੇ ਹੈ 12ਵਾਂ ਪ੍ਰਸ਼ਨ ਭੂਗੋਲਿਕ ਦ੍ਰਿਸ਼ਟੀਕੋਣ ਤੋਂ ਪੰਜਾਬ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ? ਤਾਂ 3। ਅੱਗੇ 1947 ਈਸਵੀ ਵਿੱਚ ਭਾਰਤ ਦੀ ਵੰਡ ਹੋਣ ਤੇ ਪੰਜਾਬ ਦੇ ਕਿਸ ਜਿਹੜੇ ਹਿੱਸੇ ਨੂੰ ਪਾਕਿਸਤਾਨ ਬਣਾ ਦਿੱਤਾ ਗਿਆ ਸੀ? ਤਾਂ ਪੱਛਮੀ ਭਾਗ ਇਸ ਦਾ ਰਾਈਟ ਆਨਸਰ ਹੋਏਗਾ। ਅੱਗੇ ਹੈ 14ਵਾਂ ਪ੍ਰਸ਼ਨ ਦੇਖੋ ਕੀ ਹੈ ਦਿੱਲੀ ਨੂੰ ਪੰਜਾਬ ਤੋਂ ਵੱਖ ਕਦੋਂ ਕੀਤਾ ਗਿਆ? ਤਾਂ ਇਹਦਾ ਆਨਸਰ ਹੈ ਆਪਣਾ 1911 ਵਿੱਚ। ਦੋ ਦਰਿਆਵਾਂ ਦੇ ਵਿਚਕਾਰ ਨੂੰ ਕੀ ਕਿਹਾ ਜਾਂਦਾ ਹੈ? ਤਾਂ ਦੋ ਦਰਿਆਵਾਂ ਦੇ ਵਿਚਕਾਰ ਨੂੰ ਕੀ ਕਿਹਾ ਜਾਂਦਾ ਹੈ? ਤਾਂ ਦੁਆਬਾ ਉਸ ਨੂੰ ਕਿਹਾ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੀ ਰਾਜਧਾਨੀ ਕਿਹੜੀ ਸੀ? ਤਾਂ ਲਾਹੌਰ। ਵੈਦਿਕ ਕਾਲ ਵਿੱਚ ਪੰਜਾਬ ਨੂੰ ਕੀ ਕਹਿੰਦੇ ਸਨ? ਸਪਤ ਸਿੰਧੂ। ਪੰਜਾਬ ਵਿੱਚ ਕਿਹੜੇ ਦੋ ਦਰਿਆ ਵਹਿੰਦੇ ਹਨ? ਸਤਲੁਜ ਅਤੇ ਬਿਆਸ। ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਕਦੋਂ ਮਿਲਾਇਆ ਗਿਆ? ਤਾਂ 1849 ਈਸਵੀ ਦੇ ਵਿੱਚ। ਪੰਜਾਬ ਦੀ ਵੰਡ ਨਾਲ ਕਿੰਨੇ ਦਰਿਆ ਪਾਕਿਸਤਾਨ ਵਿੱਚ ਚਲੇ ਗਏ? ਤਾਂ 3। ਠੀਕ ਹੈ ਜੀ। ਅੱਗੇ ਹੈ ਆਪਣਾ ਕਿਸ ਮੁਗਲ ਬਾਦਸ਼ਾਹ ਦੇ ਸਮੇਂ ਕਿਸ ਮੁਗਲ ਬਾਦਸ਼ਾਹ ਦੇ ਸਮੇਂ ਤੋਂ ਦੋ ਦਰਿਆਵਾਂ ਵਿਚਕਾਰਲੇ ਮੈਦਾਨ ਨੂੰ ਦੁਆਬਾ ਕਿਹਾ ਜਾਣ ਲੱਗਾ? ਤਾਂ ਇਹਦਾ ਆਨਸਰ ਤੁਸੀਂ ਆਹ ਦੇਖ ਸਕਦੇ ਹੋ ਅਕਬਰ। ਠੀਕ ਹੈ ਜੀ। ਅੱਗੇ ਪੰਜਾਬ ਜਿਹੜਾ ਹੈਗਾ ਵਾ ਪੰਜਾਬ ਭਾਰਤ ਦੀ ਕਿਸ ਸੀਮਾ ਤੇ ਸਥਿਤ ਹੈ? ਠੀਕ ਹੈ ਜੀ। ਤਾਂ ਇਹਦਾ ਆਨਸਰ ਹੈ ਉੱਤਰ ਪੱਛਮ ਸੀਮਾ ਤੇ ਸਥਿਤ ਹੈ। ਤਾਂ ਦੋਸਤੋ ਉੱਪਰ ਮੈਨੂੰ ਕੁਝ ਗੜਬੜੀ ਹੈ, ਇਹਨਾਂ ਨੇ ਕੁਝ ਤਾਂ ਗੜਬੜੀ ਕੀਤੀ ਹੈ ਇੱਥੇ। ਆਹ ਦੇਖ ਲਓ ਸ਼ਾਂਤੀ ਗੈਸ ਪੇਪਰ ਵਾਲਿਆਂ ਨੇ ਆਹ ਵਾਲਾ ਜਿਹੜਾ ਪ੍ਰਸ਼ਨ ਹੈ ਨਾ ਤੁਹਾਡਾ ਸਤਲੁਜ ਤੇ ਬਿਆਸ। ਠੀਕ ਹੈ ਜੀ। ਤਾਂ ਆਹ ਦੇਖੋ ਦੋਸਤੋ ਇਹਦੇ ਵਿੱਚ ਪੁੱਛਿਆ ਨਾ ਪੰਜਾਬ ਵਿੱਚ ਕਿਹੜੇ ਦੋ ਦਰਿਆ ਵਹਿੰਦੇ ਹਨ? ਠੀਕ ਹੈ ਜੀ। ਇਹ ਤਾਂ ਚਲੋ ਠੀਕ ਹੈ ਸਤਲੁਜ ਅਤੇ ਬਿਆਸ ਇੱਥੇ ਲਿਖ ਦਾਂਗੇ, ਬਟ ਦੋਸਤੋ ਇਹ ਜਿਹੜਾ ਇਹਨਾਂ ਨੇ ਪੁੱਛਿਆ ਵਾ ਇੱਥੇ ਇੱਕ ਹੋਰ ਪ੍ਰਸ਼ਨ ਸੀਗਾ, ਰੁਕੋ ਤੁਹਾਨੂੰ ਦਿਖਾਉਣਾ। ਆਹ ਵਾਲਾ ਦੋਸਤੋ 20ਵਾਂ ਪ੍ਰਸ਼ਨ ਪੰਜਾਬ ਦੀ ਵੰਡ ਨਾਲ ਕਿੰਨੇ ਦਰਿਆ ਪਾਕਿਸਤਾਨ ਵਿੱਚ ਚਲੇ ਗਏ? ਠੀਕ ਹੈ ਜੀ। ਤਾਂ ਇੱਥੇ ਦੋਸਤੋ 3 ਲਿਖਿਆ ਹੈ, ਬਟ ਦੋਸਤੋ ਇੱਥੇ 3 ਨਹੀਂ ਆਊਗਾ ਮੇਰੇ ਅਕੋਰਡਿੰਗ। ਮੈਨੂੰ ਲੱਗਦਾ ਜਿੱਥੇ ਤੱਕ ਮੈਂ ਪੜ੍ਹਿਆ ਸਟੱਡੀ ਕੀਤੀ ਹੈ 2 ਆਊਗਾ। ਕਿਉਂਕਿ ਦੋਸਤੋ 2 ਦਰਿਆ ਚਲੇ ਗਏ ਸੀਗੇ, ਬਾਕੀ ਜਿਹੜੇ 3 ਨੇ ਉਹ ਪੰਜਾਬ ਦੇ ਵਿੱਚ ਹੀ ਰਹਿ ਗਏ ਸੀਗੇ, ਆਪਣੇ ਭਾਰਤ ਪੰਜਾਬ ਦੇ ਵਿੱਚ। ਕਿਹੜੇ? ਇੱਕ ਤਾਂ ਇਹ ਤੁਹਾਡਾ ਹੈਗਾ ਹੀ ਆ ਸਤਲੁਜ ਬਿਆਸ। ਠੀਕ ਹੈ ਜੀ। ਤੇ ਹੋਰ ਕਿਹੜਾ ਸੀਗਾ? ਰਾਵੀ। ਠੀਕ ਹੈ ਜੀ। ਸਤਲੁਜ ਬਿਆਸ ਰਾਵੀ ਜੋ ਕਿ ਦੋਸਤੋ ਕੀ ਹੈ ਆਪਣੇ ਪੰਜਾਬ ਦੇ ਵਿੱਚ ਰਹਿ ਗਏ ਸੀਗੇ, ਭਾਰਤ ਪੰਜਾਬ ਦੇ ਵਿੱਚ। ਬਾਕੀ ਜਿਹੜੇ 2 ਸੀਗੇ ਉਹ ਕਿੱਥੇ ਚਲੇ ਗਏ ਸਨ? ਉਹ ਦੋਸਤੋ ਜਿਹੜੇ ਹੈਗੇ ਆ ਪਾਕਿਸਤਾਨ ਵਿੱਚ ਚਲੇ ਗਏ ਸਨ। ਤਾਂ ਦੋਸਤੋ ਇਸ ਨੂੰ ਤੁਸੀਂ ਆਹ ਕੁਐਸਚਨ ਨੂੰ ਦੇਖ ਲਿਓ ਇੱਕ ਵਾਰੀ ਨੈਟ ਤੇ, ਤੁਸੀਂ ਜਾ ਕੇ ਇਸ ਨੂੰ ਸਰਚ ਵੀ ਕਰ ਲੈਣਾ। ਠੀਕ ਹੈ ਜੀ। ਇੱਥੇ ਮੈਨੂੰ 3 ਨਹੀਂ ਲੱਗਦਾ, ਇੱਥੇ ਮੈਨੂੰ 2 ਲੱਗਦਾ ਕਿ 2 ਆਊਗਾ। ਠੀਕ ਹੈ ਜੀ। ਤੇ ਬਾਕੀ ਆਹ ਵਾਲਾ ਜਿਹੜਾ ਪ੍ਰਸ਼ਨ ਹੈ ਇੱਥੇ ਪੰਜਾਬ ਵਿੱਚ ਕਿਹੜੇ 2 ਦਰਿਆ ਉਹ ਵਹਿੰਦੇ ਹਨ? ਤਾਂ ਪੰਜਾਬ ਵਿੱਚ ਦੋਸਤੋ ਜਿਹੜਾ ਹੈਗਾ 2 ਦਰਿਆ ਸਤਲੁਜ ਅਤੇ ਬਿਆਸ ਤਾਂ ਹੈਗਾ ਹੀ ਆ, ਇੱਕ ਹੋਰ ਵੀ ਆ ਰਾਵੀ। ਠੀਕ ਹੈ ਜੀ। ਤਾਂ ਤੁਸੀਂ ਇਸ ਨੂੰ ਦੇਖ ਲੈਣਾ ਵਾ। ਤੇ ਹੁਣ ਚਲੋ ਅਗਲਾ ਪ੍ਰਸ਼ਨ ਦੇਖਦੇ ਹਾਂ। ਆਪਣਾ ਪ੍ਰਸ਼ਨ ਕੀ ਸੀਗਾ? 23ਵਾਂ ਪ੍ਰਸ਼ਨ ਪਾਕਿਸਤਾਨ ਪੰਜਾਬ ਨੂੰ ਡੈਸ਼ ਕਿਹਾ ਜਾਂਦਾ ਹੈ? ਤਾਂ ਪੂਰਬੀ ਪੰਜਾਬ ਕਿਹਾ ਜਾਂਦਾ ਹੈ। ਅੱਗੇ ਆਪਣਾ ਵਿਦੇਸ਼ੀ ਹਮਲਾਵਰ ਕਿਸ ਦਰੇ ਰਾਹੀਂ ਪੰਜਾਬ ਵਿੱਚ ਆਏ? ਤਾਂ ਇਹਦਾ ਆਨਸਰ ਹੈ ਆਪਣਾ ਦਰਾ ਖੈਬਰ ਦੇ ਰਾਹੀਂ। ਪੰਜਾਬ ਦੇ ਲੋਕਾਂ ਦੀ ਆਰਥਿਕ ਖੁਸ਼ਹਾਲੀ ਦਾ ਕੀ ਕਾਰਨ ਹੈ? ਤਾਂ ਇਹਦਾ ਆਨਸਰ ਹੈ ਉਪਜਾਊ ਜ਼ਮੀਨ। ਠੀਕ ਹੈ। ਅਗਲਾ ਪ੍ਰਸ਼ਨ ਆਪਣਾ 26ਵਾਂ ਹਿਮਾਲਿਆ ਦੀਆਂ ਪਹਾੜੀਆਂ ਪੰਜਾਬ ਦੀ ਜਿਹੜੀ ਹੈਗੀ ਨੇ ਜਿੰਦ ਜਾਨ ਹਨ। ਅੱਗੇ ਆਪਣਾ ਦਰਿਆ ਬਿਆਸ ਅਤੇ ਦਰਿਆ ਰਾਵੀ ਦੇ ਵਿਚਕਾਰਲੇ ਦੁਆਬੇ ਦਾ ਕੀ ਨਾਮ ਹੈ? ਤਾਂ ਇਸ ਨੂੰ ਦੁਆਬਬਾਰੀ ਕਹਿੰਦੇ ਹਨ। ਅੱਗੇ ਆਪਣਾ ਦਰਿਆ ਘੱਗਰ ਅਤੇ ਦਰਿਆ ਯਮੁਨਾ ਦੇ ਵਿਚਕਾਰਲੇ ਇਲਾਕੇ ਨੂੰ ਜਿਹੜਾ ਹੈਗਾ ਵਾ ਕੀ ਕਿਹਾ ਜਾਂਦਾ ਹੈ? ਤਾਂ ਉਸ ਨੂੰ ਬਾਂਗਰ ਕਿਹਾ ਜਾਂਦਾ ਹੈ। ਅੱਗੇ ਆਪਣਾ ਪ੍ਰਸ਼ਨ ਕਿ ਸਿਕੰਦਰ ਨੇ ਭਾਰਤ ਤੇ ਜਿਹੜਾ ਹੈਗਾ ਵਾ 326 ਈਸਵੀ ਦੇ ਵਿੱਚ ਜਿਹੜਾ ਹੈਗਾ ਵਾ ਹਮਲਾ ਕੀਤਾ। ਠੀਕ ਹੈ ਜੀ। ਅੱਗੇ ਆਪਣਾ ਪੰਜਾਬ ਜਿਹੜਾ ਹੈਗਾ ਵਾ ਫਾਰਸੀ। ਠੀਕ ਹੈ ਜੀ। ਪੰਜਾਬ ਫਾਰਸੀ ਭਾਸ਼ਾ ਦੇ ਸ਼ਬਦ ਜੋੜਾਂ ਤੋਂ ਬਣਿਆ ਹੈ। ਰਾਮਾਇਣ ਅਤੇ ਮਹਾਭਾਰਤ ਕਾਲ ਵਿੱਚ ਜਿਹੜਾ ਹੈਗਾ ਵਾ ਪੰਜਾਬ ਨੂੰ ਪੰਚਨਦ ਜਿਹੜਾ ਹੈਗਾ ਵਾ ਕਿਹਾ ਜਾਂਦਾ ਸੀ। ਠੀਕ ਹੈ ਜੀ। ਤੇ ਅੱਗੇ ਹੈ ਆਪਣਾ ਪ੍ਰਸ਼ਨ ਕਿ ਪੰਜਾਬ ਸ਼ਬਦ ਕਿਹੜੀ ਭਾਸ਼ਾ ਦੇ ਸ਼ਬਦ ਜੋੜਾਂ ਦਾ ਸੁਮੇਲ ਹੈ? ਤਾਂ ਇਹਦਾ ਆਨਸਰ ਹੈ ਆਪਣਾ ਫਾਰਸੀ। ਠੀਕ ਹੈ ਜੀ। ਹੇਠ ਲਿਖਿਆ ਵਿੱਚੋਂ ਕਿਹੜਾ ਨਾਂ ਪੰਜਾਬ ਨੂੰ ਕਦੇ ਨਹੀਂ ਦਿੱਤਾ ਗਿਆ? ਤਾਂ ਇਹਦਾ ਆਨਸਰ ਹੈ ਆਪਣਾ
ਹੁੰਡੂ। ठीक है जी। अगला प्रश्न दोस्तों देखो कि इत्थे गुरु नानक देव जी वाले चैप्टर ਦੇ ਵਿੱਚੋਂ ਆ ਤਾਂ ਦੇਖੋ ਪਹਿਲਾ ਪ੍ਰਸ਼ਨ ਕੀ ਇਹਦੇ ਵਿੱਚ ਇਹ ਲੋਕ ਅਰਬੀ ਅਤੇ ਧਾਰਮਿਕ ਸਾਹਿਤ ਦੇ ਉੱਗੇ ਵਿਦਵਾਨ ਸਨ। ਕੌਣ? ਤਾਂ ਉਲਮਾ। ਅੱਗੇ ਦੂਸਰਾ ਪ੍ਰਸ਼ਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਪੰਜਾਬ ਦੇ ਹਾਕਮ ਡੈਸ਼ ਅਤੇ ਡੈਸ਼ ਦੇ ਸ਼ਿਕਾਰ ਸਨ ਤਾਂ ਕਮਜ਼ੋਰ ਅਤੇ ਆਪਸੀ ਫੁੱਟ ਦੇ शिकार सन। लोधी वंश का सब तो प्रसिद्ध बादशाह कौन सी? दोस्तों सिकंदर लोधी सी। ठीक है जी। अगे अपना दुआब चज दे दुआब जिहड़ा हैगा वा चज विच किन्ना दा जिहड़ा हैगा बोलबाला सी तां दोस्तों गखड़ां दा। अगे सिकंदर लोधी ने पंजाब दा नाजिम किस नूं नियुक्त कीता? तां दौलत खान लोधी नूं। इब्राहिम लोधी एक जिहड़ा हैगा दोस्तों की सीगा? इब्राहिम लोधी दोस्तों एक बहादुर सिपाही अते कामयाब जरनैल सी। अगे पठान सुभाਅ तो किस तरह के सन? तो दोस्तों वो जिहड़ा हैगा वा प्रजातंत्री सन। 8वां प्रश्न लोधियां दे राज विच पंजाब किहड़े दो सूबिਆਂ ਵਿੱਚ ਵੰਡਿਆ ਹੋਇਆ ਸੀ? ਤਾਂ ਦੋਸਤੋ ਲਾਹੌਰ ਅਤੇ ਮੁਲਤਾਨ। 9ਵਾਂ ਪ੍ਰਸ਼ਨ 1519 ਈਸਵੀ ਵਿੱਚ ਕਾਬੁਲ ਦੇ ਕਿਸ ਹਾਕਮ ਨੇ ਪੰਜਾਬ ਉੱਤੇ ਹਮਲਾ ਕੀਤਾ ਸੀ? ਤਾਂ ਜ਼ਹੀਰ ਉਦ ਦੀਨ ਬਾਬਰ ਨੇ। ਅੱਗੇ ਇਬਰਾਹਿਮ ਲੋਧੀ ਦੇ ਚਾਚੇ ਦਾ ਨਾਮ ਕੀ ਸੀ? ਤਾਂ ਉਹਦਾ ਨਾਮ ਸੀ ਆਲਮ ਖਾਨ। ਅੱਗੇ ਆਪਣਾ 1524 ਈਸਵੀ ਵਿੱਚ ਜਿਹੜਾ ਹੈਗਾ ਵਾ ਬਾਬਰ ਨੇ ਕਾਬੁਲ ਜਾਣ ਪਿੱਛੋਂ ਦੌਲਤ ਖਾਨ ਲੋਧੀ ਨੇ ਲਾਹੌਰ ਕਿਸ ਸ਼ਾਸਕ ਤੋਂ ਖੋਹ ਲਿਆ ਸੀ? ਤਾਂ ਇਹਦਾ ਆਨਸਰ ਹੈ ਆਪਣਾ ਅਬਦੁਲ ਅਜੀਜ਼ ਤੋਂ। ਠੀਕ ਹੈ। ਅੱਗੇ ਆਪਣਾ 12ਵਾਂ ਪ੍ਰਸ਼ਨ ਗਾਜੀ ਖਾਂ ਦਾ ਦੌਲਤ ਖਾਨ ਨਾਲ ਜਿਹੜਾ ਹੈਗਾ ਕੀ ਸੰਬੰਧ ਸੀ? ਤਾਂ ਦੋਸਤੋ ਉਹ ਪੁੱਤਰ ਦਾ ਜਿਹੜਾ ਹੈਗਾ ਸੰਬੰਧ ਸੀ। ਅੱਗੇ ਦੇਖਦੇ ਹਾਂ ਤੁਹਾਡਾ ਪ੍ਰਸ਼ਨ ਕਿਹੜਾ ਵਾ। ਤਾਂ ਦੇਖੋ 13ਵਾਂ ਪ੍ਰਸ਼ਨ ਕੀ ਹੈ ਤੁਹਾਡਾ ਕਿ ਬਾਬਰ ਨੇ ਇਬਰਾਹਿਮ ਲੋਧੀ ਨਾਲ ਲੜਾਈ ਸਮੇਂ ਆਪਣੀ ਸੈਨਾ ਦੇ ਅੱਗੇ ਕਿੰਨੀਆਂ ਬੈਲ ਗੱਡੀਆਂ ਖੜੀਆਂ ਕੀਤੀਆਂ ਸਨ? ਤਾਂ ਇਹਦਾ ਉੱਤਰ ਹੈ 700। ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦਾ ਜਿਹੜਾ ਹੈਗਾ ਸਮਾਜ ਮੁੱਖ ਰੂਪ ਵਿੱਚ ਕਿਹੜੇ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ? ਤਾਂ ਦੋਸਤੋ ਇਹਦਾ ਆਨਸਰ ਆਏਗਾ ਆਪਣਾ ਮੁਸਲਿਮ ਸਮਾਜ ਅਤੇ ਹਿੰਦੂ ਸਮਾਜ। 15ਵਾਂ ਪ੍ਰਸ਼ਨ ਮੁਸਲਮਾਨੀ ਸਮਾਜ ਵਿੱਚ ਸਭ ਤੋਂ ਨੀਵਾਂ ਦਰਜਾ ਕਿਹੜੇ ਲੋਕਾਂ ਦਾ ਸੀ? ਤਾਂ ਦੋਸਤੋ ਇਹਦਾ ਆਨਸਰ ਆ ਜਾਏਗਾ ਖੁਸਰਿਆਂ ਦਾ। ਅੱਗੇ ਆਪਣਾ ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਕੌਣ ਸੀ? ਤਾਂ ਸਿਕੰਦਰ ਖਾਨ ਲੋਧੀ। ਅੱਗੇ ਆਪਣਾ ਤਾਤਾਰ ਖਾਂ ਦੇ ਬਾਅਦ ਪੰਜਾਬ ਦਾ ਸੂਬੇਦਾਰ ਕੌਣ ਸੀ? ਠੀਕ ਹੈ। ਤਾਂ ਇਹਦਾ ਆਨਸਰ ਹੈ ਸਿਕੰਦਰ ਲੋਧੀ। ਅੱਗੇ ਇਬਰਾਹਿਮ ਲੋਧੀ ਨੇ ਜਿਹੜਾ ਹੈਗਾ ਵਾ ਦੌਲਤ ਖਾਂ ਲੋਧੀ ਨੂੰ ਸਜ਼ਾ ਦੇਣ ਲਈ ਦਿੱਲੀ ਬੁਲਾਇਆ। ਅੱਗੇ ਆਪਣਾ ਸਤੀ ਹਾਂਜੀ ਕੀ ਲਿਖਿਆ ਦੋਸਤੋ? ਸਤੀ ਦੀ ਜਿਹੜੀ ਹੈਗੀ ਆਪਣੀ ਕੁਪ੍ਰਥਾ ਜਿਹੜੀ ਸੀਗੀ ਉਹ ਹਿੰਦੂ ਜਾਤੀ ਵਿੱਚ ਪ੍ਰਚਲਿਤ ਸੀ। ਅੱਗੇ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਜਿਹੜਾ ਹੈਗਾ ਵਾ 1469 ਈਸਵੀ ਨੂੰ ਹੋਇਆ ਸੀ। ਅੱਗੇ ਲੋਧੀ ਵੰਸ਼ ਦੀ ਨੀਂਹ ਕਿਸਨੇ ਰੱਖੀ ਸੀ? ਤਾਂ ਬਹਿਲੋਲ ਖਾਂ ਲੋਧੀ ਨੇ ਰੱਖੀ ਸੀ। ਹੇਠ ਲਿਖਿਆਂ ਵਿੱਚੋਂ ਕਿਹੜੇ ਸ਼ਾਸਕ ਦਾ ਪਹਿਲਾ ਨਾਂ ਨਿਜ਼ਾਮ ਖਾਨ ਸੀ? ਤਾਂ ਸਿਕੰਦਰ ਲੋਧੀ ਦਾ। ਅੱਗੇ ਹੈ ਆਲਮ ਖਾਂ ਦਾ ਇਬਰਾਹਿਮ ਲੋਧੀ ਨਾਲ ਕੀ ਰਿਸ਼ਤਾ ਸੀ? ਤਾਂ ਦੋਸਤੋ ਚਾਚਾ ਦਾ। ਅੱਗੇ ਦਿਲਾਵਰ ਖਾਂ ਕੌਣ ਸੀ? ਤਾਂ ਦੋਸਤੋ ਦਿਲਾਵਰ ਖਾਂ ਇਬਰਾਹਿਮ ਲੋਧੀ ਦਾ ਪੁੱਤਰ ਸੀ। ਡੈਸ਼ ਆਪਣੇ ਆਪ ਨੂੰ ਯਾਨੀ ਕਿ ਜਿਹੜਾ ਹੈਗਾ ਦੋਸਤੋ ਸੈਯਦ ਆਊਗਾ ਇਸਦਾ ਆਨਸਰ। ਹਾਂਜੀ ਜੋ ਸੈਯਦ ਸੀ ਠੀਕ ਹੈ ਜੀ ਉਹ ਕੌਣ ਸੀ? ਤਾਂ ਦੋਸਤੋ ਉਹ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਸਾਹਿਬ ਦੀ ਸਪੁੱਤੀ ਬੀਬੀ ਫਾਤਿਮਾ ਦੀ ਸੰਤਾਨ ਮੰਨਦੇ ਸਨ ਜਾਂ ਫਿਰ ਔਲਾਦ ਮੰਨਦੇ ਸਨ। ਅਗਲਾ ਪ੍ਰਸ਼ਨ ਦੋਸਤੋ ਤੁਹਾਡਾ 26ਵਾਂ ਪ੍ਰਸ਼ਨ ਹੈ। ਤਾਂ ਦੇਖੋ ਪ੍ਰਸ਼ਨ ਕੀ ਇੱਥੇ ਆਪਣਾ ਕਿ ਮੁਸਲਮਾਨੀ ਸਮਾਜ ਵਿੱਚ ਨਿਆਂ ਕਰਨ ਦਾ ਕੰਮ ਕਿਹਨਾਂ ਨੂੰ ਦਿੱਤਾ ਜਾਂਦਾ ਸੀ? ਤਾਂ ਕਾਜ਼ੀਆਂ ਨੂੰ। ਮੁਸਲਿਮ ਸਮਾਜ ਵਿੱਚ ਦੋਸਤੋ ਜਿਹੜਾ ਹੈਗਾ ਪਲਾਓ ਅਤੇ ਕੋਰਮਾ ਜਿਹੜਾ ਸੀਗਾ ਦੋਸਤੋ ਅਮੀਰ ਸਰਦਾਰਾਂ ਅਤੇ ਸ਼ੇਖਾਂ ਦਾ ਜਿਹੜਾ ਹੈਗਾ ਮਨ ਭਾਉਂਦਾ ਖਾਣਾ ਸੀ। ਅੱਗੇ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਕਿਹੜਾ ਹੈ? ਤਾਂ ਨਨਕਾਣਾ ਸਾਹਿਬ। ਪਾਣੀਪਤ ਦੀ ਪਹਿਲੀ ਲੜਾਈ ਕਿਹਨਾਂ ਵਿਚਕਾਰ ਹੋਈ? ਤਾਂ ਦੋਸਤੋ ਇਹਦਾ ਉੱਤਰ ਹੈ ਆਪਣਾ ਬਾਬਰ ਅਤੇ ਇਬਰਾਹਿਮ ਲੋਧੀ ਦੇ ਵਿਚਕਾਰ। ਅੱਗੇ ਹੈ ਆਪਣਾ ਪ੍ਰਸ਼ਨ ਦੌਲਤ ਖਾਂ ਲੋਧੀ ਦੇ ਪੁੱਤਰ ਦਾ ਨਾਂ ਕੀ ਸੀ? ਤਾਂ ਦਿਲਾਵਰ ਖਾਂ ਲੋਧੀ। ਅੱਗੇ ਹੈ ਆਪਣਾ ਪ੍ਰਸ਼ਨ ਗੁਰੂ ਅੰਗਦ ਦੇਵ ਜੀ ਦੇ ਤੋਂ ਲੈ ਕੇ ਜਿਹੜਾ ਹੈ ਗੁਰੂ ਤੇਗ ਬਹਾਦਰ ਜੀ ਤੱਕ ਸਿੱਖ ਗੁਰੂਆਂ ਦਾ। ਤਾਂ ਦੇਖੋ ਦੋਸਤੋ ਵਿੱਚ ਕੀ ਪ੍ਰਸ਼ਨ ਹੈ। ਸਭ ਤੋਂ ਪਹਿਲਾਂ ਕਿਸ ਮੁਗਲ ਸਮਰਾਟ ਨੂੰ ਗੁਰੂ ਅਮਰਦਾਸ ਜੀ ਨੂੰ ਮਿਲਣ ਤੋਂ ਪਹਿਲਾਂ ਲੰਗਰ ਵਿੱਚ ਜਿਹੜਾ ਹੈਗਾ ਭੋਜਨ ਛਕਣਾ ਪਿਆ ਸੀ? ਤਾਂ ਇਹਦਾ ਆਨਸਰ ਤੁਸੀਂ ਆਹ ਦੇਖ ਸਕਦੇ ਹੋ ਅਕਬਰ। ਠੀਕ ਹੈ। ਦੂਸਰਾ ਪ੍ਰਸ਼ਨ ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਅਧਿਆਤਮਕ ਸਮਰਾਜ ਨੂੰ ਜਿਹੜਾ ਹੈਗਾ 22 ਹਿੱਸਿਆਂ ਵਿੱਚ ਵੰਡਿਆ ਸੀ। ਅੱਗੇ ਹੈ ਤੀਸਰਾ ਪ੍ਰਸ਼ਨ ਅਸਲ ਵਿੱਚ ਸਤੀ ਉਹ ਨਾਰੀ ਹੈ ਜੋ ਆਪਣੇ ਪਤੀ ਦੇ ਵਿਯੋਗ ਦੇ ਦੁੱਖ ਅਤੇ ਪੀੜਾ ਨੂੰ ਸਹਿਣ ਕਰਦੀ ਹੈ। ਇਹ ਸ਼ਬਦ ਕਿਸ ਗੁਰੂ ਸਾਹਿਬਾਨ ਨੇ ਜਿਹੜੇ ਹੈਗੇ ਮਤਲਬ ਕਿਸ ਗੁਰੂ ਸਾਹਿਬਾਨ ਦੇ ਹੈਗੇ ਆ? ਤਾਂ ਦੋਸਤੋ ਇਹ ਜਿਹੜੇ ਹੈਗੇ ਗੁਰੂ ਅਮਰਦਾਸ ਜੀ ਦੇ ਹੈਗੇ ਆ। ਆਨੰਦ ਨਾਮੀ ਬਾਣੀ ਕਿਸ ਗੁਰੂ ਦੀ ਰਚਨਾ ਹੋਈ ਹੈ? ਤਾਂ ਇਹ ਗੁਰੂ ਅਮਰਦਾਸ ਜੀ ਦੀ। ਅੱਗੇ ਆਪਣਾ ਗੁਰੂ ਚੱਕ ਸ਼ਹਿਰ ਕਿਸ ਗੁਰੂ ਸਾਹਿਬ ਨੇ ਵਸਾਇਆ ਸੀ? ਤਾਂ ਦੋਸਤੋ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ। ਅੱਗੇ ਹੈ ਗੁਰੂ ਕਾਲ ਸਮੇਂ ਸਿੱਖਾਂ ਦਾ ਵਪਾਰਕ ਕੇਂਦਰ ਕਿਹੜਾ ਸ਼ਹਿਰ ਸੀ? ਤਾਂ ਅੰਮ੍ਰਿਤਸਰ। ਅੱਗੇ ਆਪਣਾ ਸੰਤੋਖਸਰ ਜਿਹੜਾ ਹੈਗਾ ਵਾ ਸਰੋਵਰ ਦੀ ਖੁਦਾਈ ਦਾ ਕੰਮ ਕਿਸ ਗੁਰੂ ਸਾਹਿਬ ਨੇ ਸ਼ੁਰੂ ਕਰਵਾਇਆ ਸੀ? ਤਾਂ ਇਹਦਾ ਆਨਸਰ ਤੁਸੀਂ ਆਹ ਦੇਖ ਸਕਦੇ ਹੋ ਆ ਜਾਏਗਾ ਗੁਰੂ ਰਾਮਦਾਸ ਜੀ। ਅੱਗੇ ਆਪਣਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਰਾਵੀ ਅਤੇ ਬਿਆਸ ਨਦੀਆਂ ਵਿਚਕਾਰ
किस शहर की नींह रखी सी? तो दोस्तों श्री तरनताਰਨ साहब। अगे श्री हरमंदर साहिब विच आदि ग्रंथ की स्थापना कदों की गई? तो 1604 ईस्वी दे विच। आदि श्री गुरु ग्रंथ साहिब विच श्री गुरु अर्जन देव जी के किन्ने शब्द दर्ज हैं? तो 2216। श्री गुरु रामदास जी ने किहड़ा नगर बसाया सी? तो अमृतसर। बाबा बकाला असल विच कौन सन? तो दोस्तों गुरु तेग बहादुर जी ही जिहड़े सीगे वो बाबा बकाला जी सन। ठीक है जी। अगे है अपना प्रश्न, आदि ग्रंथ का संकलन किसने किया? तो दोस्तों गुरु अर्जन देव जी ने। हरमंदर साहिब का पहला ग्रंथी किसनों नियुक्त किया गया? तो बाबा बुढ़ा जी नूं। गुरु हरगोबिंद जी के पुत्र का नाम जिहड़ा हैगा वा दसो? तो दोस्तों इसका आंसर तुहाडा आ जाएगा अपना, देख लो, सस्सा ऑप्शन यानी कि आड़ा ते ईड़ी। ठीक है जी। तो देख लो आड़ा ते ईड़ी इसका सही होएगा, यानी कि राम राय ते हरि कृष्ण जी। ठीक है जी। तो हुण दोस्तों अपना अगला प्रश्न देखो की है इत्थे। अगला प्रश्न है कि अमृतसर की किलेबंदी किसने करवाई? तो गुरु हरगोबिंद जी ने। मीरी अते पीरी का जिहड़ा हैगा मीरी अते पीरी ना दियां दो तलवारां किसने धारण कीतियां? तो श्री गुरु जिहड़े हैगे गुरु हरगोबिंद जी ने। अगे गुरु अमरदास जी सती प्रथा के जिहड़े हैगे विरोधी सन। ठीक है। अकाल तख्त अमृतसर विखे स्थित है। अगे है हरमंदर साहिब के जिहड़े हैगे डैश दरवाजे हैं? तो किन्ने दरवाजे हैं? 4 दरवाजे हैं। कमाई के 10वें हिस्से नूं जिहड़ा हैगा वा दोस्तों दसवंध कहा जाता है। हरमंदर साहिब का जिहड़ा हैगा वा नींह पत्थर डैश ने रखिया? तो दोस्तों मियाँ मीर जी ने रखिया सी। गुरु रामदास जी ने जिहड़ा हैगा अमृतसर नगर बसाया सी। अगे है अपना पंगत प्रथा डैश ने शुरू की? तो दोस्तों गुरु नानक देव जी ने। भाई लैणा जिहड़े सीगे डैश का नाम सी, यानी कि गुरु अंगद देव जी का भाई लैणा नाम सी। लंगर प्रथा जिहड़ी हैगी गुरु नानक देव जी ने शुरू की। ठीक है जी। अगे सिखां दे चौथे गुरु कौन सन? गुरु रामदास जी। अगे सिखां दे दूसरे गुरु का नाम दोस्तों कौन सी? तो देखो गुरु अंगद देव जी। श्री गुरु नानक देव जी ने भाई लैणा जी नूं गुरगद्दी कदों सौंपी? तो 1539 ईस्वी दे विच। श्री गुरु अंगद देव जी ने जिहड़ा हैगा दोस्तों बाल बोध क्यों तैयार करवाया सी? तो दोस्तों पंजाबी लिपि के प्रचार लई। माता खीवी जी कौन सन? तो गुरु अंगद देव जी की पत्नी। ठीक है जी। अगला है अपना प्रश्न, श्री गुरु अंगद देव जी ने 1546 ईस्वी विच किहड़ा नगर बसाया जिहड़ा हैगा बसाया? तो श्री हाँ जी श्री गोविंदवाल साहिब। ठीक है। अगे है अपना प्रश्न 33वां, श्री गुरु अमरदास जी द्वारा निर्माण करवाई जिहड़ी हैगी बौली का दूजा नाम की है? तो इसका आंसर तुसीं देख सकते हो की आ जाएगा जल स्रोत। आदि श्री गुरु ग्रंथ साहिब का लिखारी कौन सी? तो दोस्तों भाई गुरदास जी। श्री गुरु हरगोबिंद साहिब जी ने अमृतसर साहिब विखे किस किले का निर्माण करवाया? तो लोहगढ़ का। ठीक है जी। तो अगला प्रश्न है अपना, सिखां की राजनीतिक शक्ति का केंद्र केड़ा है? तो दोस्तों अकाल तख्त। उस मुगल बादशाह का नाम दसो जिसने गुरु हरि राय जी नूं दिल्ली बुलाया? ठीक है जी। परंतु गुरु जी ने दिल्ली विखे अपना जिहड़ा हैगा वा आप जाण दी थां दोस्तों जिहड़ा हैगा अपने पुत्र राम राय नूं जिहड़ा हैगा दिल्ली भेज दिता। तो इसका आंसर आ जाएगा दोस्तों तुसीं यह देख सकते हो औरंगजेब। ठीक है जी। अगे उस गुरु साहिब का नाम दसो जिन्हां नूं चेचक निकल आई ते तेज बुखार होने नाल स्वर्गवास हो गए? तो श्री गुरु हरकृष्ण जी। अगला प्रश्न नागरिक शास्त्र दे विचों हम देखो की इहदे विच पहला प्रश्न, हेठ लिखिया विचों किहड़ा बिंदु भारती जिहड़ा हैगा राष्ट्रीय कांग्रेस की विचारधारा का नहीं है? यानी कि दोस्तों इसका आंसर तो तुसीं देख सकते हो धारा 370 की समाप्ति। ठीक है जी। यानी कि आठ ऑप्शन इसका करैक्ट होएगा। अगे लोकमत के निर्माण में रुकावट? तो दोस्तों उपर दसे सारे यानी कि पक्षपाती अखबारां। ठीक है जी। अनपढ़ता ते भ्रिष्ट राजनीति। अगला है भारत विच किस तरह की दल प्रणाली है? तो दोस्तों इत्थे जिहड़ी हैगी बहुदल प्रणाली है। जिस राजनीतिक दल का शासन ते कंट्रोल हुंदा है वह की अखवाउंदा है? तो दोस्तों वह जिहड़ा हैगा वा सत्तारूढ़ जिहड़ा हैगा दल अखवाउंदा है। अगे अपना राष्ट्री जिहड़ी हैगी राष्ट्रपति की चोण किस चोण विधि द्वारा हुंदी है? तो दोस्तों अप्रत्यक्ष यानी कि इनडायरैक्ट हुंदी है। अगे हेठ लिखिया दल राष्ट्रीय दल है? तो दोस्तों उपर दसे सारे। ठीक है जी। यानी कि भारतीय जनता पार्टी भी, इंडियन नैशनल कांग्रेस भी ते भारतीय कम्यूनिस्ट पार्टी भी, आह जिहड़े हैगे दोस्तों राष्ट्रीय दल पार्टी हैगे आ। ते हुण दोस्तों देखो तुहाडे भूगोल दे विचों प्रश्न ने। ठीक है जी। एक एक नंबर वाले ये प्रश्न ने हल सहिता। तो देखो की है सब तो पहला प्रश्न, हिंद महासागर विच जिहड़ा हैगा वा हाँ जी हिंद महासागर विच जिहड़ा हैगा भारत की स्थिति है? ठीक है जी। तो देखो केंद्रीय स्थिति है। अगे हिंद महासागर विच भारत की स्थिति है? तो केंद्रीय है। दूसरा प्रश्न भी सेम आ। खेत्रफल के पक्षों भारत का संसार विच की स्थान है? तो दोस्तों इसका आंसर तुसीं देख सकते हो 7वां आ जाएगा। भारत का जिहड़ा हैगा वा
ਗਲੋਬ ਤੇ ਕੀ ਸਥਿਤੀ ਹੈ ਤਾਂ ਏਸ਼ੀਆ ਮਹਾਦੀਪ ਦੇ ਦੱਖਣ ਵਿੱਚ ਸਥਿਤ ਇੱਕ ਇਹ ਵਿਸ਼ਾਲ ਦੇਸ਼ ਹੈ। ਅੱਗੇ ਹੈ ਭਾਰਤ ਦਾ ਖੇਤਰਫਲ ਕਿੰਨਾ ਹੈ ਤਾਂ ਦੇਖ ਸਕਦੇ ਹੋ ਦੋਸਤੋ 32,87,263 ਵਰਗ ਕਿਲੋਮੀਟਰ ਹੈ। ਠੀਕ ਹੈ ਜੀ। ਅੱਗੇ ਆਪਣਾ 32,87,263 ਇਸ ਤਰ੍ਹਾਂ ਤੁਸੀਂ ਲਿਖਣਾ ਵਾ। ਅੱਗੇ ਦੇਸ਼ ਦੀਆਂ ਜਿਹੜੀ ਹੈਗੇ ਥਲਵਰਤੀ ਅਤੇ ਤਟਵਰਤੀ ਸੀਮਾਵਾਂ ਕਿੰਨੀਆਂ ਲੰਬੀਆਂ ਹਨ ਤਾਂ ਥਲਵਰਤੀ ਸੀਮਾ ਦੀ ਲੰਬਾਈ ਜਿਹੜੀ ਹੈਗੀ 15,200 ਕਿਲੋਮੀਟਰ ਹੈ, ਜਦਕਿ ਇਸ ਦੀ ਤਟਵਰਤੀ ਰੇਖਾ ਦੀ ਲੰਬਾਈ ਜਿਹੜੀ ਹੈਗੀ ਆ ਹਾਂਜੀ ਦੇਖ ਸਕਦੇ ਹੋ 6,083 ਕਿਲੋਮੀਟਰ ਹੈ। ਅੱਗੇ ਮਾਨਸੂਨ ਸ਼ਬਦ ਤੋਂ ਕੀ ਭਾਵ ਹੈ? ਮਾਨਸੂਨ ਸ਼ਬਦ ਦੀ ਉਤਪਤੀ ਜਿਹੜੀ ਹੈਗੀ ਆ ਅਰਬੀ ਭਾਸ਼ਾ ਦੇ ਜਿਹੜੇ ਹੈਗੇ ਆ ਸ਼ਬਦ ਮੌਸਮ ਤੋਂ ਹੋਈ ਹੈ, ਜਿਸ ਦਾ ਭਾਵ ਮੌਸਮ ਵਿੱਚ ਬਦਲਾਅ ਆਉਣ ਤੇ ਸਥਾਨਕ ਪੌਣਾ ਤੇ ਤੱਤਾਂ ਅਰਥਾਤ ਤਾਪਮਾਨ, ਨਮੀ, ਦਬਾਅ ਅਤੇ ਦਿਸ਼ਾ ਵਿੱਚ ਪਰਿਵਰਤਨ ਆਉਣ ਤੋਂ ਹੈ। ਅੱਗੇ ਆਪਣਾ 8ਵਾਂ ਪ੍ਰਸ਼ਨ ਕਾਲ ਵਿਸਾਖੀ ਕਿਸ ਨੂੰ ਕਹਿੰਦੇ ਹਨ ਤਾਂ ਵਿਸਾਖ ਮਹੀਨੇ ਵਿੱਚ ਪੱਛਮੀ ਬੰਗਾਲ ਵਿੱਚ ਚੱਲਣ ਵਾਲੀਆਂ ਤੂਫਾਨੀ ਚੱਕਰਵਾਤਾਂ ਨੂੰ ਕਾਲ ਵਿਸਾਖੀ ਕਹਿੰਦੇ ਹਨ। ਅੱਗੇ ਲੂ ਤੋਂ ਤੁਹਾਡਾ ਕੀ ਭਾਵ ਹੈ ਤਾਂ ਗਰਮ ਰੁੱਤ ਵਿੱਚ ਘੱਟ ਦਬਾਅ ਦੇ ਖੇਤਰ ਪੈਦਾ ਹੋਣ ਦੇ ਕਾਰਨ ਧੂੜ ਪੜੀਆਂ ਹਨੇਰੀਆਂ। ਠੀਕ ਹੈ। ਜੈਟ ਸਟਰੀਮ ਕਿਸ ਨੂੰ ਆਖਦੇ ਹਨ ਤਾਂ ਧਰਤਾਲ ਤੋਂ 3 ਕਿਲੋਮੀਟਰ ਦੀ ਉਚਾਈ ਤੇ ਵਗਣ ਵਾਲੀ ਉੱਪਰਲੀ ਹਵਾ ਜਾਂ ਸੰਚਾਰ ਚੱਕਰ ਨੂੰ ਜੈਟ ਸਟਰੀਮ ਕਹਿੰਦੇ ਹਨ। 11ਵਾਂ ਪ੍ਰਸ਼ਨ ਭਾਰਤੀ ਦੀ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ 2 ਤੱਤ ਲਿਖੋ ਤਾਂ ਸਭ ਤੋਂ ਪਹਿਲਾਂ ਹੈ ਤੁਹਾਡਾ ਭੂਮੱਧ ਰੇਖਾ ਤੋਂ ਦੂਰੀ, ਫਿਰ ਧਰਤਾਲ ਦਾ ਸਰੂਪ, ਹਵਾ ਦਾਬ ਪ੍ਰਣਾਲੀ, ਮੌਸਮੀ ਪਵਨਾਂ। ਠੀਕ ਹੈ ਜੀ। ਤੇ ਹਿੰਦ ਮਹਾਸਾਗਰ ਹਾਂਜੀ ਮਹਾਸਾਗਰ ਤੋਂ ਨੇੜਤਾ। ਠੀਕ ਹੈ ਜੀ। ਅੱਗੇ ਪ੍ਰਸ਼ਨ 12ਵਾਂ ਤੁਹਾਡਾ ਦੇਖੋ ਕੀ ਹੈ ਇੱਥੇ ਚਮੜਾ ਰੰਗਣ ਲਈ ਦਰਖਤਾਂ ਦੀ ਸਹਾਇਤਾ ਲਈ ਜਾਂਦੀ ਹੈ ਤਾਂ ਇਹਦਾ ਆਨਸਰ ਹੈਗਾ ਚਮੜਾ ਰੰਗਣ ਲਈ ਜਿਹੜਾ ਹੈਗਾ ਵਾ ਮੈਂਗਰੋਵ, ਕੱਚ। ਠੀਕ ਹੈ ਜੀ। ਆਪਣਾ ਗੈਂਬੀਅਰ, ਹੜ। ਠੀਕ ਹੈ ਹਰੜ ਤੇ ਆਪਣਾ ਕੀ ਲਿਖਿਆ ਦੋਸਤੋ ਬਹੇੜਾ, ਆਂਵਲਾ ਅਤੇ ਕਿੱਕਰ ਦੇ ਦਰਖਤਾਂ ਤੋਂ ਸਮੱਗਰੀ ਪ੍ਰਾਪਤ ਕੀਤੀ ਜਾਂਦੀ ਹੈ। ਸਾਡੇ ਦੇਸ਼ ਦੇ ਰਾਸ਼ਟਰੀ ਪਸ਼ੂ ਅਤੇ ਪੰਛੀ ਦਾ ਨਾਂ ਕੀ ਹੈ ਤਾਂ ਦੋਸਤੋ ਸਾਡੇ ਦੇਸ਼ ਦੇ ਰਾਸ਼ਟਰੀ ਪਸ਼ੂ ਚੀਤਾ ਅਤੇ ਰਾਸ਼ਟਰੀ ਪੰਛੀ ਜਿਹੜਾ ਹੈਗਾ ਵਾ ਕੀ ਹੈ ਮੋਰ ਹੈ। ਅੱਗੇ ਹੈ ਆਪਣਾ ਬੰਗਾਲ ਦਾ ਡਰ ਕਿਸ ਬਨਸਪਤੀ ਨੂੰ ਕਿਹਾ ਜਾਂਦਾ ਹੈ ਤਾਂ ਦੋਸਤੋ ਜਲ ਹਾਇਸਿੰਥ ਨਾਮਲ ਪੌਦੇ ਨੂੰ ਜਿਹੜਾ ਹੈਗਾ ਦੋਸਤੋ ਕਿਹਾ ਜਾਂਦਾ ਹੈ। ਜਲ ਹਾਇਸਿੰਥ ਨਾਮ ਇਹਦਾ ਪ੍ਰੋਪਰ। ਤੇ ਅੱਗੇ ਦੋਸਤੋ ਆਪਣਾ ਦੇਖੋ ਕੀ ਲਿਖਿਆ ਦੁਧਾਰੂ ਪਸ਼ੂ ਕਿਸ ਨੂੰ ਕਹਿੰਦੇ ਹਨ ਤਾਂ ਦੋਸਤੋ ਉਹ ਪਸ਼ੂ ਜਿਨ੍ਹਾਂ ਤੋਂ ਦੁੱਧ ਮਿਲਦਾ ਹੈ ਦੁਧਾਰੂ ਪਸ਼ੂ ਕਹਾਉਂਦੇ ਹਨ, ਜਿਵੇਂ ਕਿ ਗਾਂ ਅਤੇ ਮੱਝ ਦੁਧਾਰੂ ਪਸ਼ੂ ਹਨ। ਹਰੀ ਖਾਦ ਵਿੱਚ ਕੀ ਹੈ ਤਾਂ ਦੋਸਤੋ ਹਰੀ ਖਾਦ ਜਿਹੜੀ ਹੈਗੀ ਆ ਰੁੱਖਾਂ ਪੌਦਿਆਂ ਦੇ ਪੱਤਿਆਂ ਦੇ ਗਲਣ ਸੜਨ ਤੋਂ ਬਣਦੀ ਹੈ, ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੀ ਹੈ। ਭਾਰਤ ਵਿੱਚ ਦੋਸਤੋ ਕਿੰਨੇ ਪ੍ਰਤੀਸ਼ਤ ਭੂਮੀ ਜਿਹੜੀ ਹੈ ਖੇਤੀਯੋਗ ਹੈ ਤਾਂ ਇਹਦਾ ਆਨਸਰ ਆ ਜਾਏਗਾ 51%। ਠੀਕ ਹੈ ਜੀ। ਦੇਸ਼ ਵਿੱਚ ਕਣਕ ਦਾ ਸਭ ਤੋਂ ਵੱਡਾ ਉਤਪਾਦਕ ਰਾਜ ਕਿਹੜਾ ਹੈ ਤਾਂ ਉੱਤਰ ਪ੍ਰਦੇਸ਼। ਠੀਕ ਹੈ। ਪਸ਼ੂ ਧਨ ਵਿੱਚ ਪੰਜਾਬ ਦੇਸ਼ ਵਿੱਚੋਂ ਪੰਜਾਬ ਦਾ ਜਿਹੜਾ ਹੈਗਾ ਦੇਸ਼ ਵਿੱਚੋਂ ਕਿੰਨਵਾਂ ਸਥਾਨ ਹੈ ਤਾਂ ਦੋਸਤੋ ਇਹਦਾ ਸਥਾਨ ਹੈ ਜਿਹੜਾ 13ਵਾਂ ਸਥਾਨ ਹੈ। ਠੀਕ ਹੈ ਜੀ। ਅੱਗੇ ਆਪਣਾ ਦੋਸਤੋ ਬਾਕਸਾਈਟ ਅਯਸਕ ਤੋਂ ਕਿਸ ਧਾਤੂ ਨੂੰ ਕੱਢਿਆ ਜਾਂਦਾ ਹੈ ਤਾਂ ਦੋਸਤੋ ਐਲੂਮੀਨੀਅਮ ਧਾਤੂ ਨੂੰ। ਠੀਕ ਹੈ ਜੀ। ਅੱਗੇ ਆਪਣਾ ਮੈਂਗਨੀਜ਼ ਖਣਿਜ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਹੈ ਤਾਂ ਦੋਸਤੋ ਇਸਪਾਤ ਬਣਾਉਣ ਲਈ ਕੀਤੀ ਜਾਂਦੀ ਹੈ। ਅਬਰਕ ਦਾ ਉਪਯੋਗ ਕਿਸ ਉਦਯੋਗ ਵਿੱਚ ਜਿਹੜਾ ਹੈਗਾ ਕੀਤਾ ਜਾਂਦਾ ਸੀ? ਅਬਰਕ ਦਾ ਉਪਯੋਗ ਦੋਸਤੋ ਬਿਜਲੀ ਉਦਯੋਗ ਵਿੱਚ ਕੀਤਾ ਜਾਂਦਾ ਸੀ। ਅੱਗੇ ਆਪਣਾ ਤਾਂਬਾ ਧਾਤੂ ਕਿਹੜੇ ਕੰਮ ਵਿੱਚ ਜਿਹੜਾ ਹੈਗਾ ਉਪਯੋਗ ਕੀਤਾ ਜਾਂਦਾ ਹੈ ਤਾਂ ਦੋਸਤੋ ਤਾਂਬਾ ਘਰੇਲੂ ਬਰਤਨ ਬਣਾਉਣ, ਠੀਕ ਹੈ, ਸ਼ੋਪੀਸ ਬਣਾਉਣ ਅਤੇ ਬਿਜਲੀ ਉਦਯੋਗ ਵਿੱਚ ਜਿਹੜਾ ਹੈਗਾ ਵਾ ਹੁੰਦਾ ਹੈ। ਅੱਗੇ ਦੇਖਦੇ ਹਾਂ ਦੋਸਤੋ ਪ੍ਰਸ਼ਨ ਕੀ ਹੈ ਤੁਹਾਡਾ। ਹਾਂਜੀ 25ਵਾਂ ਪ੍ਰਸ਼ਨ ਦੇਖੋ ਕੀ ਇੱਥੇ ਕਿ ਸਾਗਰ ਸਮਰਾਟ ਨਾਂ ਦੇ ਸਮੁੰਦਰੀ ਜਹਾਜ਼ ਤੋਂ ਕੀ ਕੰਮ ਲਿਆ ਜਾਂਦਾ ਹੈ ਤਾਂ ਦੋਸਤੋ ਜਾਪਾਨ ਵੱਲੋਂ ਤਿਆਰ ਕੀਤੇ ਗਏ ਸਾਗਰ ਸਮਰਾਟ ਨਾਂ ਦੇ ਸਮੁੰਦਰੀ ਜਹਾਜ਼ ਤੋਂ ਸਮੁੰਦਰੀ ਖੇਤਰ ਵਿੱਚ ਤੇਲ ਦੀ ਖੋਜ ਦਾ ਜਿਹੜਾ ਹੈਗਾ ਕੰਮ ਲਿਆ ਜਾਂਦਾ ਹੈ। ਬੰਬੇ ਹਾਈ ਵਿੱਚ ਤੇਲ ਦੀ ਖੋਜ ਲਈ, ਠੀਕ ਹੈ ਜੀ, ਤੇਲ ਦੀ ਖੋਜ ਇਸੇ ਸਮੁੰਦਰੀ ਜਹਾਜ਼ ਰਾਹੀਂ ਜਿਹੜਾ ਹੈਗਾ ਕੀਤੀ ਗਈ। ਅੱਗੇ ਕਿਸ ਪ੍ਰਸ਼ਨ 26ਵਾਂ ਵਾ ਤੁਹਾਡਾ ਕਿਸੇ ਦੇਸ਼ ਦਾ ਸਭ ਤੋਂ ਜਿਹੜਾ ਹੈਗਾ ਵਾ ਵੱਡਮੁੱਲਾ ਸਾਧਨ ਕੀ ਹੁੰਦਾ ਹੈ ਤਾਂ ਦਿਮਾਗੀ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਨਾਗਰਿਕ। ਅਗਲਾ ਪ੍ਰਸ਼ਨ ਦੋਸਤੋ ਸਾਲ 2001 ਵਿੱਚ ਭਾਰਤ ਦੀ ਜਨਸੰਖਿਆ ਕਿੰਨੀ ਸੀ ਤਾਂ ਦੋਸਤੋ ਸਾਲ 2001 ਵਿੱਚ ਭਾਰਤ ਦੀ ਜਨਸੰਖਿਆ ਜਿਹੜੀ ਹੈਗੀ 102.7 ਕਰੋੜ ਸੀ। ਅੱਗੇ ਦੇਸ਼ ਦਾ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਜਨਸੰਖਿਆ ਵਾਲਾ ਰਾਜ ਕਿਹੜਾ ਹੈ ਤਾਂ ਵੱਧ ਜਨਸੰਖਿਆ ਵਾਲਾ ਰਾਜ ਉੱਤਰ ਪ੍ਰਦੇਸ਼ ਹੈ, ਜਿਹਨੂੰ ਆਪਾਂ ਯੂਪੀ ਕਹਿੰਦੇ ਆ, ਅਤੇ ਘੱਟ ਜਨਸੰਖਿਆ ਵਾਲਾ ਰਾਜ ਜਿਹੜਾ ਹੈਗਾ ਸਿੱਕਿਮ ਹੈ। ਅੱਗੇ ਲਿੰਗ ਅਨੁਪਾਤ ਤੋਂ ਤੁਹਾਡਾ ਕੀ ਭਾਵ ਹੈ ਤਾਂ ਲਿੰਗ ਅਨੁਪਾਤ ਤੋਂ ਭਾਵ ਪ੍ਰਤੀ 1000 ਪੁਰਖਾਂ ਤੇ ਔਰਤਾਂ ਦੀ ਸੰਖਿਆ। ਠੀਕ ਹੈ ਜੀ। ਪੁਰਖਾਂ ਮਤਲਬ ਦੋਸਤੋ ਆਦਮੀ। ਠੀਕ ਹੈ। ਤੇ ਹੁਣ ਦੋਸਤੋ ਅਰਥ ਸ਼ਾਸਤਰ ਦੇ ਵਿੱਚੋਂ ਤੁਹਾਡੇ ਪ੍ਰਸ਼ਨ ਨੇ ਤਾਂ ਦੇਖੋ ਕੀ ਪ੍ਰਸ਼ਨ ਆ। ਸਭ ਤੋਂ ਪਹਿਲਾਂ ਬਚਤ ਦੀ ਪਰਿਭਾਸ਼ਾ ਦਿਓ ਤਾਂ ਦੇਖੋ ਕੇਨਜ਼ ਦੇ ਅਨੁਸਾਰ ਬਚਤ ਆਮਦਨ ਦੀ ਖਰਚ ਤੋਂ ਅਧਿਕਤਾ, ਦੂਜੇ ਸ਼ਬਦਾਂ ਵਿੱਚ ਬਚਤ = ਆਮਦਨ ਮਾਈਨਸ ਉਪਭੋਗ। ਠੀਕ ਹੈ ਜੀ। ਯਾਨੀ ਕਿ ਦੋਸਤੋ ਬਚਤ ਕੀ ਆ ਜਿਹੜੀ ਤੁਹਾਡੀ ਇਨਕਮ ਹੋਈ 10,000 ਇਨਕਮ ਹੋਈ। ਠੀਕ ਹੈ ਜੀ। ਉਸ ਤੋਂ ਬਾਅਦ ਦੋਸਤੋ ਤੁਸੀਂ ਕੀ ਕੀਤਾ ਉਹਦੇ ਵਿੱਚ ਜਿਹੜਾ ਹੈਗਾ ਵਾ ਉਪਭੋਗ ਕਰ ਲਿਆ, ਮਤਲਬ ਤੁਸੀਂ ਆਪਣਾ ਖਰਚਾ ਕਰ ਲਿਆ, ਅਤੇ ਉਹਦੇ ਵਿੱਚ ਮਤਲਬ ਖਰਚਾ ਕਰ ਲਿਆ ਤੁਸੀਂ ਆਪਣਾ 8,000। ਠੀਕ ਹੈ ਜੀ। ਤਾਂ ਫਿਰ ਦੋਸਤੋ ਹੁਣ 2,000 ਇੱਥੇ ਬਚ ਗਿਆ। ਠੀਕ ਹੈ। ਤਾਂ ਦੋਸਤੋ 2,000 ਤੁਹਾਡਾ ਕੀ ਹੋਇਆ ਇਹ ਤਾਂ 2,000 ਤੁਹਾਡਾ ਇਹ ਬਚਤ ਹੋਇਆ, ਜਿਸ ਨੂੰ ਆਪਾਂ ਸੇਵਿੰਗ ਕਹਿੰਦੇ ਹਾਂ। ਠੀਕ ਹੈ ਜੀ। ਤਾਂ ਇਹ ਤੁਹਾਡਾ ਆਨਸਰ ਹੋ ਗਿਆ। ਉਸ ਤੋਂ ਬਾਅਦ ਦੋਸਤੋ ਆਪਣਾ ਅਗਲਾ ਪ੍ਰਸ਼ਨ ਹੈ ਇੱਛੁਕ ਬੇਰੁਜ਼ਗਾਰੀ ਦਾ ਕੀ ਅਰਥ ਹੈ ਤਾਂ ਜਦੋਂ ਕਿਰਤੀ ਮਜ਼ਦੂਰੀ
ਦੀ ਪ੍ਰਚਲਿਤ ਦਰ ਉੱਤੇ ਕੰਮ ਕਰਨ ਲਈ ਤਿਆਰ ਨਾ ਹੋਣ ਜਾਂ ਫਿਰ ਕੰਮ ਹੋਣ ਤੇ ਵੀ ਦੋਸਤੋ ਜਿਹੜੀ ਆਪਣੀ ਇੱਛਾ ਅਨੁਸਾਰ ਕੰਮ ਨਾ ਕਰਨਾ ਚਾਹੁੰਦੇ ਹਨ ਤਾਂ ਅਜਿਹੀ ਬੇਰੁਜ਼ਗਾਰੀ ਨੂੰ ਇੱਛੁਕ ਬੇਰੁਜ਼ਗਾਰੀ ਅਖਵਾਉਂਦੀ ਹੈ। ਜਦੋਂ ਮਤਲਬ ਦੋਸਤੋ ਵਿਅਕਤੀ ਆਪਣੇ ਆਪ ਹੀ ਕੰਮ ਕਰਕੇ ਰਾਜੀ ਨਹੀਂ ਹੁੰਦਾ, ਆਪਣੇ ਆਪ ਹੀ ਦੋਸਤੋ ਫਿਰ ਉਹ ਆਪਣੇ ਆਪ ਨੂੰ ਹੀ ਦੋਸਤੋ ਬੇਰੁਜ਼ਗਾਰ ਕਰ ਲੈਂਦਾ ਵਾ ਤਾਂ ਉਹ ਇੱਛੁਕ ਬੇਰੁਜ਼ਗਾਰੀ ਹੁੰਦੀ ਆ। ਅੱਗੇ ਮੌਸਮੀ ਬੇਰੁਜ਼ਗਾਰੀ ਤੋਂ ਕੀ ਭਾਵ ਹੈ ਤਾਂ ਇਹ ਬੇਰੁਜ਼ਗਾਰੀ ਦੋਸਤੋ ਮੌਸਮ, ਫੈਸ਼ਨ ਅਤੇ ਰੁਚੀ ਸੰਬੰਧੀ ਜਿਹੜੀ ਹੈਗੇ ਪਰਿਵਰਤਨ ਹੋਣ ਦੇ ਕਾਰਨ ਉਤਪੰਨ ਹੁੰਦੀ ਹੈ। ਜਿਵੇਂ ਕਿ ਦੋਸਤੋ ਤੁਸੀਂ ਇਹ ਬੇਰੁਜ਼ਗਾਰੀ ਕਹਿ ਸਕਦੇ ਹੋ ਜਿਵੇਂ ਕਿ ਫਸਲਾਂ ਦਾ ਕੰਮ ਆ ਦੋਸਤੋ ਸੀਜ਼ਨ ਹੀ ਚੱਲਦਾ, ਠੀਕ ਹੈ ਜੀ, ਤਾਂ ਫਿਰ ਬਾਕੀ ਦਿਨ ਹੁਣ ਕਿਸਾਨ ਕੀ ਕਰਨ, ਠੀਕ ਹੈ ਜੀ, ਤਾਂ ਜਿਵੇਂ ਕਿ ਝੋਨੇ ਦੀ ਖੇਤੀ ਕਰ ਲਈ ਕਿਸੇ ਨੇ, ਕੁਝ ਕਰ ਲਈ, ਠੀਕ ਹੈ, ਮੌਸਮ ਦੇ ਕਰਕੇ ਦੋਸਤੋ ਫਿਰ ਜਿਹੜਾ ਹੈਗਾ ਬੇਰੁਜ਼ਗਾਰੀ ਜਿਹੜੀ ਹੁੰਦੀ ਆ ਉਹ ਇਸ ਤਰ੍ਹਾਂ ਤੁਸੀਂ ਇਸ ਨੂੰ ਦੇਖ ਸਕਦੇ ਹੋ, ਠੀਕ ਹੈ ਜੀ। ਅਤੇ ਅੱਗੇ ਫੈਸ਼ਨ ਜਿਵੇਂ ਕਿ ਗਰਮੀਆਂ ਦੇ ਟਾਈਮ ਦੇ ਦੋਸਤੋ ਆ ਵੀ ਦੇਖ ਸਕਦੇ ਹੋ ਜਿਵੇਂ ਕਿ ਹੁਣ ਗਰਮੀਆਂ ਦਾ ਜਿਵੇਂ ਕਿ ਸਵੈਟਰ ਵਿਕਦੇ ਆ ਜਿਹੜੇ, ਠੀਕ ਹੈ ਜੀ, ਉਹ ਸਰਦੀਆਂ ਦੇ ਵਿੱਚ ਹੀ ਵਿਕਦੇ ਆ, ਠੀਕ ਹੈ, ਅਤੇ ਗਰਮੀ ਦੇ ਵਿੱਚ ਦੋਸਤੋ ਨਹੀਂ ਵਿਕਦੇ ਹੈਗੇ ਸਵੈਟਰ। ਇਸ ਤਰ੍ਹਾਂ ਦੋਸਤੋ ਉਹ ਵੀ ਇਹ ਮੌਸਮੀ ਬੇਰੁਜ਼ਗਾਰੀ ਦਾ ਇੱਕ ਕਾਰਨ ਬਣ ਸਕਦਾ ਵਾ, ਠੀਕ ਹੈ ਜੀ। ਅਗਲਾ ਪ੍ਰਸ਼ਨ ਦੋਸਤੋ ਤੁਹਾਡਾ ਕੀ ਹੈ, ਰਾਸ਼ਟਰੀ ਆਮਦਨ ਦੀ ਪਰਿਭਾਸ਼ਾ ਦਿਓ ਤਾਂ ਦੇਖੋ ਕੀ ਹੈ ਦੋਸਤੋ, ਡਰਨਬਰਗ ਦੇ ਅਨੁਸਾਰ ਰਾਸ਼ਟਰੀ ਆਮਦਨ ਇੱਕ ਦੇਸ਼ ਦੇ ਸਧਾਰਨ ਨਿਵਾਸੀਆਂ ਦੀ ਇੱਕ ਸਾਲ ਵਿੱਚ ਮਜ਼ਦੂਰੀ, ਵਿਆਜ, ਲਗਾਨ ਅਤੇ ਲਾਭ ਦੇ ਰੂਪ ਵਿੱਚ ਜਿਹੜੀ ਹੈਗੀ ਆ ਅਰਜਿਤ ਸਾਧਨ ਆਮਦਨ ਹੈ। ਇਹ ਘਰੇਲੂ ਸਾਧਨ ਤੋਂ ਆਮਦਨ ਅਤੇ ਵਿਦੇਸ਼ਾਂ ਤੋਂ ਅਰਜਿਤ ਸ਼ੁੱਧ ਸਾਧਨ ਆਮਦਨ ਦਾ ਯੋਗ ਹੈ। ਅੱਗੇ ਹੈ ਪ੍ਰਸ਼ਨ ਆਪਣਾ, ਪ੍ਰਤੀ ਵਿਅਕਤੀ ਆਮਦਨ ਦੀ ਪਰਿਭਾਸ਼ਾ ਦਿਓ ਤਾਂ ਦੇਖੋ ਪ੍ਰਤੀ ਵਿਅਕਤੀ ਆਮਦਨ ਤੋਂ ਭਾਵ ਕਿਸੇ ਦੇਸ਼ ਦੇ ਲੋਕਾਂ ਨੂੰ ਇੱਕ ਨਿਸ਼ਚਿਤ ਅਵਧੀ ਵਿੱਚ ਪ੍ਰਾਪਤ ਹੋਣ ਵਾਲੀ ਔਸਤ ਆਮਦਨ ਤੋਂ ਹੈ। ਦੂਜੇ ਸ਼ਬਦਾਂ ਵਿੱਚ ਪ੍ਰਤੀ ਵਿਅਕਤੀ ਆਮਦਨ ਇਜ਼ ਇਕੁਅਲ ਟੂ ਰਾਸ਼ਟਰੀ ਆਮਦਨ ਵਟੇ ਜਨਸੰਖਿਆ। ਅੱਗੇ ਆਪਣਾ ਦੋਸਤੋ ਪ੍ਰਸ਼ਨ ਕੀ ਹੈ, ਉਪਭੋਗ ਤੋਂ ਕੀ ਭਾਵ ਹੈ ਤਾਂ ਦੇਖੋ ਦੋਸਤੋ ਉਤਪਾਦਿਤ ਕੀਤੀਆਂ ਗਈਆਂ ਵਸਤੂਆਂ ਅਤੇ ਸੇਵਾਵਾਂ ਦੇ ਪ੍ਰਯੋਗ ਕਰਕੇ ਮਨੁੱਖੀ ਜ਼ਰੂਰਤਾਂ ਦੀ ਪ੍ਰਤੱਖ ਤੌਰ 'ਤੇ ਸੰਤੁਸ਼ਟੀਕਰਨ ਨੂੰ ਉਪਭੋਗ ਕਹਿੰਦੇ ਹਨ। 7ਵਾਂ ਪ੍ਰਸ਼ਨ, ਨਿਵੇਸ਼ ਦੀ ਪਰਿਭਾਸ਼ਾ ਦਿਓ ਤਾਂ ਇੱਕ ਲੇਖਾ ਸਾਲ ਵਿੱਚ ਉਤਪਾਦਨ ਦੇ ਉਪਭੋਗ ਤੇ ਵਾਧਾ ਨਿਵੇਸ਼ ਅਖਵਾਉਂਦਾ ਹੈ। ਛੁਪੀ ਹੋਈ ਬੇਰੁਜ਼ਗਾਰੀ ਤੋਂ ਕੀ ਭਾਵ ਹੈ, ਅਦਿੱਖ ਜਾਂ ਛੁਪੀ ਹੋਈ ਬੇਰੁਜ਼ਗਾਰੀ ਤੋਂ ਭਾਵ ਕਿਸੇ ਵਿਸ਼ੇਸ਼ ਆਰਥਿਕ ਖੇਤਰ ਵਿੱਚ ਉਤਪਾਦਨ ਦੇ ਲਈ ਲੋੜ ਤੋਂ ਵੱਧ ਜਿਹੜਾ ਹੈਗਾ ਕੀਰਤੀ ਜਾਂ ਫਿਰ ਜਿਹੜਾ ਹੈਗਾ ਵਾ ਗਿਜਤੀ, ਇੱਥੇ ਕੀਰਤੀ ਆਊਗਾ ਦੋਸਤੋ, ਗਿਜਤੀ ਵਿੱਚ ਮਜ਼ਦੂਰਾਂ ਦੇ ਲੱਗੇ ਹੋਣ ਦੇ ਤੋਂ ਹੈ, ਠੀਕ ਹੈ ਜੀ। ਇੱਥੇ ਲਿਖਿਆ ਹੈ ਨਾ ਗਿਜਤੀ ਵਿੱਚ ਜਿਹੜਾ ਹੈਗਾ ਵਾ ਗਿਜਤੀ ਨਾ ਗਿਣਤੀ ਹੋਊਗਾ ਦੋਸਤੋ, ਠੀਕ ਹੈ ਜੀ, ਇੱਥੇ ਦੋਸਤੋ ਸਹੀ ਕਰਿਓ, ਲੋੜ ਤੋਂ ਵੱਧ ਜਿਹੜਾ ਹੈਗਾ ਗਿਣਤੀ ਵਿੱਚ ਮਜ਼ਦੂਰਾਂ ਦੇ ਲੱਗੇ ਹੋਣ ਤੋਂ ਹੈ, ਠੀਕ ਹੈ। ਅੱਗੇ ਹੈ ਪ੍ਰਸ਼ਨ 9ਵਾਂ ਕਿ ਪੂਰਨ ਰੋਜ਼ਗਾਰ ਦੀ ਪਰਿਭਾਸ਼ਾ ਦਿਓ ਤਾਂ ਦੋਸਤੋ ਇਹ ਉਹ ਅਵਸਥਾ ਹੈ ਜਿਸ ਵਿੱਚ ਉਹ ਸਾਰੇ ਵਿਅਕਤੀ ਜੋ ਮਜ਼ਦੂਰੀ ਦੀ ਪ੍ਰਚਲਿਤ ਦਰ 'ਤੇ ਕੰਮ ਕਰਨ ਦੇ ਇੱਛੁਕ ਹਨ, ਠੀਕ ਹੈ ਜੀ, ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਅੱਗੇ ਦੋਸਤੋ ਮੁਦਰਾ ਸਫੀਤੀ ਤੋਂ ਕੀ ਭਾਵ ਹੈ ਤਾਂ ਮੁਦਰਾ ਸਫੀਤੀ ਦਾ ਅਰਥ ਹੈ ਕਿ ਕੀਮਤਾਂ ਵਿੱਚ ਲਗਾਤਾਰ ਵਾਧਾ ਅਤੇ ਮੁਦਰਾ ਦੇ ਮੁੱਲ ਵਿੱਚ ਕਮੀ। ਅੱਗੇ ਸਰਕਾਰੀ ਬਜਟ ਤੇ ਇੱਕ ਟਿੱਪਣੀ ਲਿਖੋ ਤਾਂ ਕੀ ਹੈ, ਸਰਕਾਰੀ ਬਜਟ ਸਰਕਾਰ ਦੁਆਰਾ ਜਿਹੜਾ ਹੈਗਾ ਵਾ ਦੋਸਤੋ ਪ੍ਰਸਤਾਵਿਤ ਸਾਲਾਨਾ ਆਮਦਨ ਅਤੇ ਖਰਚ ਦਾ ਬਿਊਰਾ ਹੁੰਦਾ ਹੈ। ਅੱਗੇ ਘਾਟੇ ਦੀ ਵਿੱਤ ਵਿਵਸਥਾ ਤੋਂ ਕੀ ਭਾਵ ਹੈ ਤਾਂ ਰਾਜ ਸਭਾ ਦੇ ਖਰਚ ਵੱਧ ਤੋਂ ਵੱਧ ਹੋਣ ਅਤੇ ਘਾਟੇ ਦੀ ਪੂਰਤੀ ਲਈ ਨਵੀਂ ਮੁਦਰਾ ਦਾ ਨਿਰਮਾਣ ਕਰਨਾ ਹੀ ਘਾਟੇ ਦੀ ਵਿੱਤ ਵਿਵਸਥਾ ਕਹਾਉਂਦਾ ਹੈ। ਅੱਗੇ ਵਿਦੇਸ਼ੀ ਸਹਾਇਤਾ ਤੋਂ ਕੀ ਭਾਵ ਹੈ ਤਾਂ ਦੇਖੋ ਵਿਦੇਸ਼ੀ ਸਹਾਇਤਾ ਤੋਂ ਭਾਵ ਹੈ ਕਿ ਕਿਸੇ ਦੇਸ਼ ਵਿੱਚ ਵਿਦੇਸ਼ੀ ਸਰਕਾਰ, ਨਿੱਜੀ ਵਿਅਕਤੀਆਂ, ਆਪਣਾ ਪੇਸ਼ਾਵਰ ਸੰਗਠਨਾਂ, ਵਿਸ਼ੇਸ਼ ਜਿਹੜੇ ਵਿਦੇਸ਼ੀ ਬੈਂਕਾਂ, ਅੰਤਰਰਾਸ਼ਟਰੀ ਜਿਹੜੀ ਹੈਗੇ ਸੰਸਥਾਵਾਂ ਦੁਆਰਾ ਪੂੰਜੀ ਦੇ ਨਿਵੇਸ਼, ਕਰਜ਼ਿਆਂ ਅਤੇ ਅਨੁਦਾਨਾਂ ਤੋਂ ਹੈ। ਅੱਗੇ ਹੈ 14ਵਾਂ ਪ੍ਰਸ਼ਨ, ਭੁਗਤਾਨ ਸੰਤੁਲਨ ਦੀ ਪਰਿਭਾਸ਼ਾ ਦਿਓ ਤਾਂ ਇੱਕ ਦੇਸ਼ ਦੀ ਦੁਨੀਆ ਦੇ ਦੂਜੇ ਦੇਸ਼ਾਂ ਨਾਲ ਇੱਕ ਸਾਲ ਵਿੱਚ ਜੋ ਲੈਣਦਾਰੀ ਹੁੰਦੀ ਹੈ ਅਤੇ ਜੋ ਦੇਣਦਾਰੀ ਹੁੰਦੀ ਹੈ ਉਸੇ ਲੇਖੇ ਨੂੰ ਭੁਗਤਾਨ ਸੰਤੁਲਨ ਕਿਹਾ ਜਾਂਦਾ ਹੈ, ਠੀਕ ਹੈ। ਅਗਲਾ ਪ੍ਰਸ਼ਨ ਦੋਸਤੋ ਦੇਖੋ ਕੀ ਹੈ, ਰਾਜਕੋਸ਼ੀ ਨੀਤੀ ਤੋਂ ਕੀ ਭਾਵ ਹੈ ਤਾਂ ਕੇਨਜ਼ ਦੇ ਅਨੁਸਾਰ ਬਚਤ ਆਮਦਨ ਦੀ ਖਰਚ ਤੋਂ ਅਧਿਕਤਾ ਹੈ। ਦੂਜੇ ਸ਼ਬਦਾਂ ਵਿੱਚ ਬਚਤ ਇਜ਼ ਇਕੁਅਲ ਟੂ ਆਮਦਨ ਮਾਈਨਸ ਉਪਭੋਗ, ਠੀਕ ਹੈ। ਅਗਲਾ ਪ੍ਰਸ਼ਨ, ਭਾਰਤ ਦਾ ਕੋਈ ਇੱਕ ਭੂਮੀ ਸੁਧਾਰ ਲਿਖੋ ਤਾਂ ਕਾਸ਼ਤਕਾਰੀ ਪ੍ਰਥਾ ਵਿੱਚ ਸੁਧਾਰ, ਠੀਕ ਹੈ ਜੀ। ਅੱਗੇ ਹਰੀ ਕ੍ਰਾਂਤੀ ਕੀ ਹੈ ਤਾਂ ਇੱਕ ਖੇਤੀਬਾੜੀ ਨੀਤੀ ਜਿਸ ਦਾ ਉਪਯੋਗ ਫਸਲਾਂ ਦੇ ਉਤਪਾਦਨ ਨੂੰ ਵਧਾਉਣ ਲਈ ਕੀਤਾ ਜਾਂਦਾ ਹੈ। ਹਰੀ ਕ੍ਰਾਂਤੀ ਦਾ ਇੱਕ ਲਾਭ ਲਿਖੋ ਤਾਂ ਆਪਣਾ ਕੀ ਇਹਦਾ ਆਨਸਰ ਆ ਜਾਏਗਾ ਖਾਦਾਨਾਂ ਦੇ ਉਤਪਾਦਨ ਵਿੱਚ ਵਾਧਾ। ਅੱਗੇ ਭਾਰਤ ਵਿੱਚ ਖੇਤੀ ਦੇ ਪਿਛੜੇਪਣ ਦੇ 2 ਕਾਰਨ ਤਾਂ ਸਿੰਚਾਈ ਸੁਵਿਧਾ ਵਿੱਚ ਕਮੀ, ਵਧੀਆ ਬੀਜਾਂ ਅਤੇ ਰਸਾਇਣਿਕ ਖਾਦਾਂ ਦੀ ਕਮੀ। ਅੱਗੇ ਭਾਰਤ ਵਿੱਚ ਹਰੀ ਕ੍ਰਾਂਤੀ ਦਾ ਸਾਲ ਲਿਖੋ ਤਾਂ 1967 ਤੋਂ ਜਿਹੜਾ ਹੈਗਾ 68, ਠੀਕ ਹੈ ਜੀ। ਅੱਗੇ ਇਤਿਹਾਸ ਦੇ ਵਿੱਚੋਂ ਪ੍ਰਸ਼ਨ ਨੇ, ਠੀਕ ਹੈ। ਤੁਹਾਡਾ ਪਹਿਲਾ ਪ੍ਰਸ਼ਨ ਕੀ ਹੈ, ਪੰਜਾਬ ਸ਼ਬਦ ਕਿਸ ਭਾਸ਼ਾ ਦੇ ਸ਼ਬਦ ਦੇ ਜੋੜ ਤੋਂ ਬਣਿਆ ਹੈ ਤਾਂ ਦੇਖੋ ਪੰਜਾਬ ਜਿਹੜਾ ਹੈਗਾ ਵਾ ਫਾਰਸੀ ਭਾਸ਼ਾ ਦੇ 2 ਸ਼ਬਦ ਪੰਜ ਅਤੇ ਆਬ ਦੇ ਮਿਲ ਤੋਂ ਬਣਿਆ ਹੈ। ਇਸ ਦਾ ਅਰਥ ਹੈ ਕਿ 5 ਪਾਣੀਆਂ ਭਾਵ 5 ਦਰਿਆਵਾਂ ਦੀ ਧਰਤੀ। ਇਹ 5 ਦਰਿਆ ਹਨ ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ। ਚਨਾਬ ਅਤੇ ਜੇਹਲਮ ਜਿਹੜਾ ਹੈਗਾ ਪਾਕਿਸਤਾਨ ਦੇ ਵਿੱਚ ਆ, ਬਾਕੀ 3 ਜਿਹੜੇ ਹੈਗੇ ਆ ਇਹ ਆਪਣੇ ਭਾਰਤ ਪੰਜਾਬ ਦੇ ਵਿੱਚ ਹੈਗੇ ਆ, ਠੀਕ ਹੈ ਜੀ। ਅਗਲਾ ਹੈ ਦੋਸਤੋ ਆਪਣਾ ਕੀ ਹੈ, ਵੈਦਿਕ ਕਾਲ, ਠੀਕ ਹੈ ਜੀ।
ਸੌਰੀ ਆਪਣਾ ਕੀ ਪ੍ਰਸ਼ਨ ਆ, ਪੰਜਾਬ ਨੂੰ ਸਪਤ ਸਿੰਧੂ ਕਿਸ ਕਾਲ ਵਿੱਚ ਕਿਹਾ ਜਾਂਦਾ ਸੀ ਅਤੇ ਕਿਉਂ? ਠੀਕ ਹੈ ਜੀ। ਤਾਂ ਦੇਖੋ ਆਨਸਰ ਕੀ ਹੈ, ਵੈਦਿਕ ਕਾਲ ਵਿੱਚ ਪੰਜਾਬ ਨੂੰ ਸਪਤ ਸਿੰਧੂ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ, ਕਿਉਂਕਿ ਉਸ ਸਮੇਂ ਇਹ ਭੂ ਭਾਗ 7 ਦਰਿਆ ਨਾਲ ਘਿਰਿਆ ਹੋਇਆ ਸੀਗਾ ਤੇ 2 ਦੂਜੇ ਦਰਿਆ ਸਨ, ਜਿਵੇਂ ਕਿ ਸਿੰਧ ਅਤੇ ਸਰਸਵਤੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਹੈ ਆਪਣਾ ਪ੍ਰਸ਼ਨ ਤੀਸਰਾ, ਦੁਆਬਬਾਰੀ ਨੂੰ ਮਾਝਾ ਕਿਉਂ ਕਿਹਾ ਜਾਂਦਾ ਹੈ ਤੇ ਇੱਥੇ ਦੇ ਵਸਨੀਕਾਂ ਨੂੰ ਕੀ ਕਹਿੰਦੇ ਹਨ? ਤਾਂ ਦੁਆਬਬਾਰੀ ਨੂੰ ਮਾਝਾ ਕਿਹਾ ਜਾਂਦਾ ਹੈ ਕਿਉਂਕਿ ਇਹ ਜਿਹੜੇ ਹੈਗੇ ਆ ਖੇਤਰ ਪੰਜਾਬ ਦੇ ਮੱਧ ਵਿੱਚ ਸਥਿਤ ਹੈ। ਇੱਥੇ ਦੇ ਵਸਨੀਕਾਂ ਨੂੰ ਮਝੈਲ ਕਿਹਾ ਜਾਂਦਾ ਹੈ। ਅੱਗੇ ਪ੍ਰਸ਼ਨ ਚੌਥਾ ਕਿ ਦੁਆਬਾ ਬਿਸਤ ਦਾ ਇਹ ਨਾਂ ਕਿਉਂ ਪਿਆ ਤੇ 2 ਪ੍ਰਸਿੱਧ ਸ਼ਹਿਰਾਂ ਦੇ ਨਾਂ ਲਿਖੋ। ਤਾਂ ਦੇਖੋ ਦੁਆਬਾ ਬਿਸਤ ਬਿਆਸ ਅਤੇ ਸਤਲੁਜ ਨਦੀਆਂ ਦੇ ਵਿਚਕਾਰ ਦਾ ਪ੍ਰਦੇਸ਼ ਹੈ, ਜਿਸ ਦੇ ਨਾਂ ਦੇ ਪਹਿਲੇ ਅੱਖਰਾਂ ਦਾ ਜੋੜ ਤੋਂ ਹੀ ਇਸ ਦੇ ਨਾਂ ਪਿਆ। ਠੀਕ ਹੈ ਜੀ। ਜਲੰਧਰ ਅਤੇ ਹੁਸ਼ਿਆਰਪੁਰ 2 ਪ੍ਰਸਿੱਧ ਸ਼ਹਿਰ ਹਨ। ਅੱਗੇ ਬਹਿਲੋਲ ਖਾਂ ਲੋਧੀ ਕੌਣ ਸੀ? ਬਹਿਲੋਲ ਖਾਂ ਲੋਧੀ ਦਿੱਲੀ ਦਾ ਸੁਲਤਾਨ ਸੀ 1450 ਤੋਂ ਲੈ ਕੇ 1489 ਈਸਵੀ ਤੱਕ। ਅੱਗੇ ਇਬਰਾਹਿਮ ਲੋਧੀ ਦਾ ਕੋਈ ਇੱਕ ਗੁਣ ਦੱਸੋ। ਇਬਰਾਹਿਮ ਲੋਧੀ ਇੱਕ ਬਹਾਦਰ ਸਿਪਾਹੀ ਅਤੇ ਕਾਫੀ ਹੱਦ ਤੱਕ ਸਫਲ ਜਰਨੈਲ ਸੀ। ਇਬਰਾਹਿਮ ਲੋਧੀ ਦੇ 2 ਗੁਣ ਲਿਖੋ। ਇਬਰਾਹਿਮ ਲੋਧੀ ਪਠਾਨਾਂ ਦੇ ਸੁਭਾਅ ਅਤੇ ਆਚਰਣ ਨੂੰ ਨਹੀਂ ਸਮਝ ਸਕਿਆ ਤੇ ਪਠਾਨਾਂ ਵਿੱਚ ਅਨੁਸ਼ਾਸਨ ਸਥਾਪਿਤ ਕਰਨ ਲਈ ਦੋਸਤੋ ਅਸਫਲ ਰਿਹਾ। ਉਲਮਾ ਬਾਰੇ ਤੁਸੀਂ ਕੀ ਜਾਣਦੇ ਹੋ? ਉਲਮਾ ਮੁਸਲਿਮ ਧਾਰਮਿਕ ਸ਼੍ਰੇਣੀ ਦੇ ਨੇਤਾ ਸਨ ਜੋ ਕਿ ਅਰਬੀ ਅਤੇ ਧਾਰਮਿਕ ਸਾਹਿਤ ਦੇ ਵਿਦਵਾਨ ਸਨ। ਮੁਸਲਮਾਨਾਂ ਦੇ ਮਨ ਪਰਚਾਵੇ ਦੇ ਸਾਧਨ ਕੀ ਸਨ? ਤਾਂ ਦੇਖੋ ਜਿਹੜੇ ਹੈਗੇ ਮੁਸਲਿਮ ਸਰਦਾਰਾਂ ਅਤੇ ਅਮੀਰਾਂ ਦੇ ਮਨ ਪਰਚਾਵੇ ਦੇ ਮੁੱਖ ਸਾਧਨ ਜਿਹੜਾ ਹੈਗਾ ਚੌਗਾਨ, ਘੋੜਸਵਾਰੀ, ਘੋੜਦੌੜ ਆਦਿ ਸੀ। ਠੀਕ ਹੈ ਜੀ। ਜਦ ਕਿ ਦੋਸਤੋ ਚੌਪੜ ਦੀ ਖੇਡ ਅਮੀਰ ਅਤੇ ਗਰੀਬਾਂ ਦੋਹਾਂ ਵਿੱਚ ਪ੍ਰਚਲਿਤ ਸੀ। ਅੱਗੇ ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਕਿਹੜੇ ਸ਼ਬਦ ਕਹੇ? ਤਾਂ ਉਹਨਾਂ ਨੇ ਦੋਸਤੋ ਕਿਹਾ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਅੱਗੇ ਗੁਰੂ ਨਾਨਕ ਦੇਵ ਜੀ ਦੇ ਮਤ ਅਨੁਸਾਰ ਪਰਮਾਤਮਾ ਜਿਹੜਾ ਹੈਗਾ ਕਿਹੋ ਜਿਹਾ ਸੀ? ਤਾਂ ਗੁਰੂ ਨਾਨਕ ਦੇਵ ਜੀ ਦੇ ਮਤ ਅਨੁਸਾਰ ਪਰਮਾਤਮਾ ਨਿਰਾਕਾਰ, ਸਰਵ ਸ਼ਕਤੀਮਾਨ, ਸਰਵ ਵਿਆਪਕ ਅਤੇ ਸਰਬ ਉੱਚ ਹੈ। ਅੱਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਕਿਹੋ ਜਿਹੇ ਜਿਹੜਾ ਹੈਗਾ ਜਨੇਊ ਪਾਉਣਾ ਚਾਹੁੰਦੇ ਸਨ? ਤਾਂ ਇਹਦਾ ਆਨਸਰ ਤੁਸੀਂ ਆਹ ਦੇਖ ਸਕਦੇ ਹੋ ਹੈਗਾ ਵਾ ਗੁਰੂ ਨਾਨਕ ਦੇਵ ਜੀ ਜਿਹੜੇ ਹੈਗੇ ਸਤਿਗੁਰਾਂ ਦੇ ਧਾਗੇ ਤੋਂ ਬਣਿਆ ਜਨੇਊ ਪਹਿਨਣਾ ਚਾਹੁੰਦੇ ਸਨ। ਸੱਚੇ ਸੌਦੇ ਤੋਂ ਕੀ ਭਾਵ ਹੈ? ਤਾਂ ਸੱਚੇ ਸੌਦੇ ਤੋਂ ਭਾਵ ਪਵਿੱਤਰ ਵਪਾਰ ਜੋ ਗੁਰੂ ਨਾਨਕ ਸਾਹਿਬ ਨੇ ਆਪਣੇ 20 ਰੁਪਏ ਨਾਲ ਜਿਹੜਾ ਹੈਗਾ ਫਕੀਰਾਂ ਨੂੰ ਰੋਟੀ ਖਵਾ ਕੇ ਕੀਤਾ ਸੀ। ਠੀਕ ਹੈ ਜੀ। ਅੱਗੇ ਲੰਗਰ ਪ੍ਰਥਾ ਤੋਂ ਕੀ ਭਾਵ ਹੈ? ਉਸ ਪ੍ਰਥਾ ਤੋਂ ਹੈ ਜਿਸ ਦੇ ਅਨੁਸਾਰ ਦੋਸਤੋ ਜਿਹੜਾ ਹੈਗਾ ਵਾ ਸਾਰੀਆਂ ਜਾਤਾਂ ਦੇ ਲੋਕ ਬਿਨਾਂ ਕਿਸੇ ਭੇਦਭਾਵ ਦੇ ਇੱਕ ਹੀ ਪੰਗਤ ਵਿੱਚ ਬੈਠ ਕੇ ਖਾਂਦੇ ਹਨ। ਅੱਗੇ ਹੈ ਮਸੰਦ ਪ੍ਰਥਾ ਦੇ 2 ਉਦੇਸ਼ ਲਿਖੋ। ਤਾਂ ਦੇਖੋ ਸਿੱਖ ਧਰਮ ਦਾ ਜਿਹੜਾ ਹੈਗਾ ਪ੍ਰਚਾਰ ਅਤੇ ਗੁਰੂ ਖਜ਼ਾਨੇ ਲਈ ਜਿਹੜਾ ਹੈਗਾ ਵਾ ਦੋਸਤੋ ਦਾਨ ਇਕੱਠਾ ਕਰਨਾ। ਅੱਗੇ ਹੈ ਹਰਿਮੰਦਰ ਸਾਹਿਬ ਦੀ ਨੀਂਹ ਜਿਹੜੀ ਹੈਗੀ ਆ ਕਿਸ ਨੇ ਅਤੇ ਕਦੋਂ ਰੱਖੀ? ਤਾਂ ਹਰਿਮੰਦਰ ਸਾਹਿਬ ਦਾ ਨਿਰਮਾਣ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ। ਇਸ ਦਾ ਜਿਹੜਾ ਹੈਗਾ ਵਾ ਨੀਂਹ ਪੱਥਰ 1589 ਈਸਵੀ ਵਿੱਚ ਸੂਫੀ ਫਕੀਰ ਜਿਹੜੇ ਹੈਗੇ ਮੀਆਂ ਮੀਰ ਜੀ ਨੇ ਰੱਖਿਆ ਸੀ। ਅਗਲਾ ਪ੍ਰਸ਼ਨ ਦੇਖੋ ਕੀ ਹੈ ਇੱਥੇ ਆਪਣਾ, ਹਾਂਜੀ, ਗੁਰੂ ਅਰਜਨ ਦੇਵ ਜੀ ਦੁਆਰਾ ਸਥਾਪਿਤ 4 ਸ਼ਹਿਰਾਂ ਦੇ ਨਾਂ ਲਿਖੋ। ਤਾਂ ਦੋਸਤੋ ਕਰਤਾਰਪੁਰ, ਤਰਨਤਾਰਨ, ਹਰਗੋਬਿੰਦਪੁਰ ਤੇ ਆਪਣਾ ਛਰਟਾ। ਠੀਕ ਹੈ। ਦਸਵੰਧ ਤੋਂ ਕੀ ਭਾਵ ਹੈ? ਤਾਂ ਕਿ ਦਸਵੰਧ ਤੋਂ ਭਾਵ ਇਹ ਹੈ ਕਿ ਹਰੇਕ ਸਿੱਖ ਆਪਣੀ ਆਮਦਨ ਦਾ ਜਿਹੜਾ ਹੈਗਾ 10ਵਾਂ ਭਾਗ ਗੁਰੂ ਜੀ ਨੂੰ ਭੇਟ ਕਰੇ। ਅੱਗੇ ਸਤੀ ਪ੍ਰਥਾ, ਹਾਂਜੀ, ਸਤੀ ਪ੍ਰਥਾ ਬਾਰੇ ਗੁਰੂ ਅਮਰਦਾਸ ਜੀ ਦੇ ਕੀ ਵਿਚਾਰ ਸਨ? ਤਾਂ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਜਿਹੜਾ ਹੈਗਾ ਖੰਡਨ ਕੀਤਾ। ਉਹਨਾਂ ਨੇ ਕਿਹਾ ਕਿ ਉਸ ਨਾਰੀ ਨੂੰ ਜਿਹੜਾ ਕਿ ਸਤੀ ਨਹੀਂ ਕਿਹਾ ਜਾ ਸਕਦਾ ਜੋ ਆਪਣੇ ਪਤੀ ਦੀ ਚਿਤਾ 'ਤੇ ਚੱਲ ਜਾਂਦੀ ਹੈ। ਠੀਕ ਹੈ ਜੀ। ਅਸਲ ਵਿੱਚ ਦੋਸਤੋ ਸਤੀ ਉਹ ਹੈ ਜੋ ਪਤੀ ਦੇ ਵਿਛੋੜੇ ਵਿੱਚ ਪੈਦਾ ਦੁੱਖ ਅਤੇ ਜਿਹੜੇ ਹੈਗੇ ਪੀੜਾ ਨੂੰ ਸਹਿਨ ਕਰਦੀ ਹੈ। ਅੱਗੇ ਹੈ ਗੁਰੂ ਅਰਜਨ ਦੇਵ ਜੀ ਦੇ ਸਮਾਜ ਸੁਧਾਰ ਸੰਬੰਧੀ ਕੋਈ 2 ਕੰਮ ਲਿਖੋ। ਤਾਂ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਹੈਗਾ ਵਿਧਵਾ ਵਿਆਹ ਦੇ ਪੱਖ ਵਿੱਚ ਪ੍ਰਚਾਰ ਕੀਤਾ। ਉਹਨਾਂ ਨੇ ਸਿੱਖਾਂ ਨੂੰ ਸ਼ਰਾਬ ਅਤੇ ਹੋਰਨਾਂ ਨਸ਼ੀਲੀਆਂ ਵਸਤਾਂ ਦੀ ਜਿਹੜੀ ਹੈਗੀ ਵਰਤੋਂ ਕਰਨ ਤੋਂ ਵੀ ਜਿਹੜਾ ਹੈਗਾ ਮਨਾ ਕਰ ਦਿੱਤਾ। ਉਹਨਾਂ ਨੇ ਤਰਨਤਾਰਨ ਵਿੱਚ ਜਿਹੜਾ ਹੈਗਾ ਵਾ ਕੋੜੀਏ ਦੇ ਲਈ ਇੱਕ ਜਿਹੜੀ ਹੈਗੀ ਬਸਤੀ ਵੀ ਵਸਾਈ ਉਹਨਾਂ ਨੇ। ਤੇ ਦੋਸਤੋ ਹੁਣ ਨਾਗਰਿਕ ਸ਼ਾਸਤਰ ਦੇ ਵਿੱਚੋਂ ਪ੍ਰਸ਼ਨ ਨੇ। ਤਾਂ ਦੇਖੋ ਪਹਿਲਾ ਪ੍ਰਸ਼ਨ ਕੀ ਹੈ ਇੱਥੇ ਕਿ ਵਿਧਾਨ, ਹਾਂਜੀ, ਕੀ ਪ੍ਰਸ਼ਨ ਹੈ ਦੋਸਤੋ? ਇੱਥੇ ਰੁਕੋ, ਹਾਂਜੀ, ਪਹਿਲਾ ਪ੍ਰਸ਼ਨ ਹੈ ਦੋਸਤੋ ਇੱਥੇ ਕਿ ਵਿਧਾਨ ਪਰਿਸ਼ਦ ਦੇ ਹਰੇਕ ਮੈਂਬਰ ਦਾ ਕਾਰਜਕਾਲ ਕਿੰਨਾ ਹੁੰਦਾ ਹੈ? 6 ਸਾਲ। ਠੀਕ ਹੈ ਜੀ। ਰਾਜਪਾਲ ਦੀ ਨਿਯੁਕਤੀ ਕਿਵੇਂ ਕੀਤੀ ਜਾਂਦੀ ਹੈ? ਤਾਂ ਦੋਸਤੋ ਰਾਜ ਦੇ ਰਾਜਪਾਲ ਦੀ ਨਿਯੁਕਤੀ ਰਾਸ਼ਟਰਪਤੀ ਵੱਲੋਂ ਜਿਹੜੀ ਹੈਗੀ 5 ਸਾਲ ਲਈ ਕੀਤੀ ਜਾਂਦੀ ਹੈ। ਤੀਸਰਾ ਪ੍ਰਸ਼ਨ ਮੁੱਖ ਮੰਤਰੀ ਦੀ ਨਿਯੁਕਤੀ ਕਿਵੇਂ ਅਤੇ ਕਿਸ ਦੁਆਰਾ ਕੀਤੀ ਜਾਂਦੀ ਹੈ? ਤਾਂ ਮੁੱਖ ਮੰਤਰੀ ਦੀ ਨਿਯੁਕਤੀ ਰਾਜਪਾਲ ਦੁਆਰਾ ਕੀਤੀ ਜਾਂਦੀ ਹੈ। ਰਾਜਪਾਲ ਦਾ ਕਾਰਜਕਾਲ ਕਿੰਨਾ ਹੁੰਦਾ ਹੈ? 5 ਸਾਲ। ਪੰਜਾਬ ਦੀ ਉੱਚ ਅਦਾਲਤ ਕਿੱਥੇ ਸਥਿਤ ਹੈ? ਤਾਂ ਚੰਡੀਗੜ੍ਹ ਦੇ ਵਿੱਚ। ਠੀਕ ਹੈ ਜੀ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਿਹੜਾ ਹੈਗਾ ਵਾ। ਰਾਜ ਦੇ ਜਿਹੜੇ ਹੈਗੇ ਵਿਧਾਨ ਪਰਿਸ਼ਦ ਦਾ ਕਾਰਜਕਾਲ ਕਿੰਨਾ ਹੁੰਦਾ ਹੈ? 6 ਸਾਲ। ਰਾਜ ਵਿਧਾਨ ਸਭਾ ਦਾ ਮੈਂਬਰ ਬਣਨ ਲਈ ਕੀ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ? ਤਾਂ ਉਹ ਭਾਰਤ ਦਾ ਨਾਗਰਿਕ ਹੋਵੇ, ਉਸ ਦੀ ਉਮਰ ਘੱਟੋ ਘੱਟ 25 ਸਾਲ ਹੋਵੇ, ਉਹ ਪਾਗਲ ਜਾਂ ਦਿਵਾਲੀਆ ਨਾ ਹੋਵੇ। ਠੀਕ ਹੈ। ਤੇ ਹੁਣ ਦੋਸਤੋ ਆਪਣਾ ਹੋਰ ਜਿਹੜੇ ਤੁਹਾਡੇ ਪ੍ਰਸ਼ਨ ਨੇ ਨਾ ਦੋਸਤੋ ਉਹ ਭੂਗੋਲ ਦੇ ਵਿੱਚ ਆ, ਜਿਵੇਂ ਕਿ ਭੂਗੋਲ ਦੇ ਜਿਹੜੇ ਹੈਗੇ 3-3 ਅੰਕ ਵਾਲੇ ਪ੍ਰਸ਼ਨ ਨੇ। ਤਾਂ ਦੋਸਤੋ ਇਹ ਅਨਸੋਲਵ ਆ, ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ ਇਹ
मतलब इन्होंने सिर्फ इंपॉर्टेंट प्रश्न दस दिते आ ते तुसीं ये खुद ही तैयार करने अपने गाइड के विचों लभ के। बट दोस्तों अगर तुसीं चाहुंदे हो कि असीं इन्हां दे सोल्यूशन भी लैके आईए तो फिर मैं इन्हां दे सोल्यूशन भी ला दूंगा। बाकी मैं जिवें कि आ देख लो जिवें कि पहला तो दूसरा है तीसरा प्रश्न है, ठीक है जी। एग्जाम्पल के लिए मैं तुहानूं दिखा दिना, जिवें कि तुहाडा पहला प्रश्न है कि देश विच वध वर्खा वाले स्थान किहड़े हन, तो तुहानूं मैं इन्हां दा आंसर दिखा देना, रुको। तो देखो दोस्तों आही प्रश्न सीगा ना, देश विच वध वर्खा वाले किहड़े स्थान हैं, तो सेम आही प्रश्न सीगा, असीं आंसर लभ्या बा गाइड दे विच। इसे तरह दोस्तों सारे ही प्रश्न असीं आंसर लभ दांगे। तो देखो की है प्रश्न, ज़्यादा वर्खा वाले स्थान विच देश के हेठ लिखे थां शामिल हैं, जिथे दोस्तों जिहड़ा हैगा वा 150 तो 200 सेंटीमीटर तक वर्खा हुंदी है। इन्हां थावां नूं 3 खेतरां विच वंडिया जा सकदा है, जिवें कि सब तो पहला एक बहुत ही जिहड़ा हैगा तंग पट्टी 20 किलोमीटर की चौड़ाई विच पश्चिमी घाट दे नाल उत्तर दक्षिण दिशा विच फैली हुई है। यह जिहड़ी हैगी ताप्ती नदी के जिहड़े हैगे मुहाने तो लैके केरल के मैदान तक फैली हुई है। दूसरी पट्टी जिहड़ी कि हिमालय की दक्षिणी ढलाना दे नाल फैली हुई है। यह हिमाचल प्रदेश तो हो के जिहड़ा हैगा वा कुमाऊं हिमालय तो लंघदी हुई असम जिहड़ी हैगी आ दी हेठली घाटी तक पहुँचती है। तीसरा पॉइंट, तीजी पट्टी उत्तरी दक्षिण दिशा विच फैली हुई है। इस विच जिहड़ा हैगा त्रिपुरा मणिपुर अते जिहड़ा हैगा वा मिकिर दीयां पहाड़ियां शामिल हैं। इस पट्टी विच लगभग 200 सेंटीमीटर सालाना वर्खा जिहड़ी हैगी आ हुंदी है। तो इसका आंसर तुसीं इस प्रकार लिखना बा। अगला प्रश्न दोस्तों ये देख लो की है, राजस्थान अरब सागर के नेड़े हुंदे होए भी खुश्क क्यों रहिंदा है। तो इसका आंसर देखते हैं दोस्तों, आ देखो आही तुहाडा सेम प्रश्न है, ठीक है जी। राजस्थान अरब सागर के नेड़े होने करके भी खुश्क क्यों रह जाता है। तो देखो इस विच कोई शक नहीं है कि राजस्थान अरब सागर के नेड़े स्थित है, पर यह फिर भी यह जिहड़ा हैगा खुश्क रह जाता है। इसके हेठ लिखे कारण हैं, जिवें कि राजस्थान विच पहुँचते समय मानसून पौना विच नमी की मात्रा काफ़ी घट हो जाती है, जिसके कारण राजस्थान का थार मारूथल का भाग खुश्क ही रह जाता है। दूसरा पॉइंट की है, इस मारूथली खेत्र की तापमान विरोधी की स्थिति जिहड़ी हैगी विरोध की स्थिति के कारण दोस्तों ये पौना तेजी नाल दाखल नहीं हो सकदियां। तीसरा पॉइंट दोस्तों, अरावली पर्वत इन्हां पौना के समांतर है अते यह घट जिहड़ी हैगी उचाई होने के कारण दोस्तों यह की है, यह पौना बिना उपर उठे ही सीधियां निकल जांदियां हन, ठीक है जी। तो यह तुहाडा आंसर हो जाएगा। तीसरा प्रश्न की है, मानसूनी वर्खा दीयां कोई 3 महत्वपूर्ण विशेषतावां दसो। तो दोस्तों आ देखो आही तुहाडा प्रश्न सीगा कि मानसूनी वर्खा दीयां कोई 3 विशेषतावां दसो भारत विच। तो देखो की है भारत विच जिहड़ा हैगा वा मानसूनी वर्खा जिहड़ी हैगी मुख्य तौर पर जुलाई तो सितंबर महीने विच हुंदी है। देश विच इसका विस्तार जिहड़ा हैगा दक्षिणी पश्चिमी मानसून जिहड़ी हैगी ने पौना के विस्तार नाल हुंदी है। भारत विच मानसूनी वर्खा दीयां 3 महत्वपूर्ण विशेषतावां हेठ लिखियां जिवें कि दोस्तों अस्थिरता, ठीक है जी। भारत के अंदर मानसूनी वर्खा जिहड़ी है भरोसेयोग नहीं है। यह जरूरी नहीं है कि वर्खा एक समान हुंदी रहे या फिर ना ही होवे। वर्खा की इस अस्थिरता करके ही अक्सर जिहड़ा हैगा भुखमरी ते काल पैदा हाँ जी पै जाता है। इस अस्थिरता दे देश के जिहड़े हैगे आ अंदरूनी हिस्से अते राजस्थान वल वधदी जाती है। दूसरा पॉइंट, असमान वंड, देश में दोस्तों वर्खा की जिहड़ी हैगी वंड एक समान नहीं है। पश्चिमी घाट दीयां पश्चिमी ढलाना अते मेघालय ते असम दीयां पहाड़ियां ते 250 सेंटीमीटर तो भी वध वर्खा हुंदी है। इस दे उलट पश्चिमी राजस्थान पश्चिमी गुजरात ते उत्तरी कश्मीर आदि विच 25 सेंटीमीटर तो भी घट वर्खा हुंदी है। अगे दोस्तों तीसरा पॉइंट, अनिश्चित, ठीक है जी। तो देखो भारत के अंदर होने वाली मानसून वर्खा की मात्रा निश्चित नहीं है। कदे तो मानसून पौना समय तो पहला पहुँच के बहुत ही ज़्यादा वर्खा कर दिंदियां हन, पर कदे कदे यह वर्खा इन्नी घट हुंदी है या फिर निश्चित समय तो पहला ही खत्म हो जाती है, जिस दे नतीजे वजों जिहड़ा हैगा सुक्का पै जाण की स्थिति पैदा हो जाती है। तो तुहाडा ये आंसर हो जाएगा। उस तो बाद दोस्तों तुहाडे होर दूसरे चैप्टर के विचों ने, ठीक है जी। इस तरह दोस्तों जिहड़े चैप्टर के विचों आने आ प्रश्न, ठीक है, तो वो दिते हुए हैं। जिवें क्या देखो प्रश्न है तुहाडा कि पतझड़ या फिर मानसूनी वनस्पति ते टिप्पणी करो। मिट्टी का घटा कितने प्रकार का हुंदा है। विदेशी पौधे तो सानू की नुकसान हो सकते हैं, ठीक है जी। आह जिहड़े प्रश्न ने जिवें कि इंपॉर्टेंट प्रश्न है, ये छड्डने ही नहीं। जिवें कि देखो श्योर 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 आ लिखा ना, ये तो बिल्कुल ही नहीं छड्डने हैं। जिहदे विच श्योर नहीं लिखा वो तुसीं वो भी करने ही हैं, ठीक है जी। तो दोस्तों तुसीं कमेंट करोगे तो मैं इन्हां दे सारे दे सोल्यूशन ले आऊँगा। जिवें कि आ देख लो आह सारे प्रश्न जिहड़े हैगे आ, ठीक है जी। जिवें कि मैं हजे आह लभे ना प्रश्न 3-4 प्रश्न जिवें तुहानूं कराया, ठीक है जी। उसी तरह दोस्तों मैं होर प्रश्न भी लभ दूंगा जिहड़े अनसॉल्व ने, अगर तुसीं कमेंट करोगे तां, ठीक है। अगर ज़्यादा तो ज़्यादा कमेंट आउणगे दोस्तों तां ही मैं लभूंगा, नहीं तो नहीं, ठीक है जी। तुसीं इसलिए ज़्यादा तो ज़्यादा कमेंट करके दसो कि हाँ लभने आ या नहीं, फिर ही दोस्तों मैं पार्ट 2 बना दूंगा। पार्ट 2 दे विच ये जिहड़े अनसॉल्व वाले प्रश्न है इन्हां दे तुहानूं मैं सोल्यूशन लैके दे दूंगा। इस तरह दोस्तों होर तुहाडे आह देख लो भूगोल के 4-4 अंक वाले प्रश्न भी ने, जिवें कि देश विच जलवायु विभिन्नता के कारण दसो, मानसून पूर्व की वर्खा किहड़े कारणों नाल हुंदी है। तो तुसीं कमेंट करोगे तो दोस्तों आ भी जिहड़े प्रश्न ने सारे ही जिवें कि तुसीं स्क्रीन ते देख रहे हो,
ਇਹ ਸਾਰੇ ਪ੍ਰਸ਼ਨਾਂ ਦੇ ਆਨਸਰ ਮੈਂ ਲੈ ਆਊਂਗਾ, ਠੀਕ ਹੈ ਜੀ, ਅਗਰ ਤੁਸੀਂ ਕਮੈਂਟ ਕਰੋਗੇ ਤਾਂ, ਠੀਕ ਹੈ ਜੀ। ਤਾਂ ਤੁਸੀਂ ਆਹ ਦੇਖ ਲਓ ਦੋਸਤੋ, ਵੈਰੀ ਇੰਪੋਰਟੈਂਟ ਇਹ ਪ੍ਰਸ਼ਨ ਨੇ। ਹੁਣ ਅਰਥ ਸ਼ਾਸਤਰ ਦੇ ਇੰਪੋਰਟੈਂਟ ਪ੍ਰਸ਼ਨ ਨੇ, ਠੀਕ ਹੈ ਜੀ, ਜਿਵੇਂ ਕਿ ਤੁਸੀਂ ਆਹ ਦੇਖ ਰਹੇ ਹੋ। ਤੇ ਉਹੀ ਚੈਪਟਰ ਦੇ ਪ੍ਰਸ਼ਨ ਨੇ ਜਿਹਦੇ ਵਿੱਚੋਂ ਆਉਣੇ ਆ, ਠੀਕ ਹੈ ਜੀ। ਇਹ ਨਹੀਂ ਕਿ ਦੋਸਤੋ ਫਜ਼ੂਲ ਦੇ ਵਿੱਚ ਤੁਹਾਨੂੰ ਦੇ ਦਿੱਤਾ। ਹੁਣ ਇਤਿਹਾਸ ਦੇ ਵਿੱਚ ਦੋਸਤੋ ਆਹ ਦੇਖ ਲਓ, ਤੁਹਾਡਾ ਪ੍ਰਸ਼ਨ ਸ਼ੁਰੂ ਹੋ ਰਹੇ ਨੇ। ਗੁਰੂ ਨਾਨਕ ਦੇਵ ਜੀ ਦੀ ਪਹਿਲੀ, ਦੂਜੀ ਅਤੇ ਤੀਜੀ ਉਦਾਸੀ ਦੇ ਸਮੇਂ ਕਿਹੜੇ ਸਥਾਨ 'ਤੇ ਗਏ, ਠੀਕ ਹੈ ਜੀ। ਆਹ ਇਸ ਤਰ੍ਹਾਂ ਦੇ ਪ੍ਰਸ਼ਨ ਨੇ। ਗੁਰੂ ਨਾਨਕ ਦੇਵ ਜੀ ਦੀ ਜਿਹੜੀ ਹੈਗੀ ਆ ਜਨੇਊ ਦੀ ਰਸਮ ਦਾ ਵਰਣਨ ਕਰੋ। ਗੁਰੂ ਨਾਨਕ ਦੇਵ ਜੀ ਦੁਆਰਾ ਜਿਹੜਾ ਕਰਤਾਰਪੁਰ ਵਿਖਾਏ ਜਿਹੜੇ ਕਰਤਾਰਪੁਰ ਵਿੱਚ ਜਿਹੜੇ ਹੈਗੇ ਬਿਤਾਏ ਗਏ ਜੀਵਨ ਦਾ ਵਰਣਨ ਕਰੋ। ਇਸ ਤਰ੍ਹਾਂ ਦੋਸਤੋ ਇਹ ਤੁਹਾਡੇ ਪ੍ਰਸ਼ਨ ਦਿੱਤੇ ਹੋਏ ਹਨ। ਅਗਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਹਨਾਂ ਦੇ ਆਨਸਰ ਲੈ ਕੇ ਆਈਏ ਤਾਂ ਤੁਸੀਂ ਮੈਨੂੰ ਪਾਰਟ 2 ਦੇ ਲਈ ਕਮੈਂਟ ਕਰ ਦਿਓ ਕਿ ਹਾਂਜੀ ਸਰ, ਬਿਲਕੁਲ ਸਰ, ਇਹਨਾਂ ਦੇ ਆਨਸਰ ਵੀ ਕਰਾ ਦਿਓ। ਜਿਵੇਂ ਕਿ ਆਹ ਦੇਖ ਲਓ, ਇਤਿਹਾਸ ਦੇ ਲੌਂਗ ਪ੍ਰਸ਼ਨ ਉੱਤਰ ਕਿ ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਵਿਚਾਰ ਦਾ ਵਰਣਨ ਕਰੋ, ਠੀਕ ਹੈ ਜੀ। ਜੀਵਨ ਵਿੱਚ ਕਿਹੜੇ ਵਪਾਰ ਅਪਣਾਏ, ਠੀਕ ਹੈ ਜੀ। ਮੰਜੀ ਪ੍ਰਥਾ ਤੋਂ ਕਿਵੇਂ ਇਸ ਦਾ ਉਦੇਸ਼ ਲਿਖੋ। ਰਾਮਦਾਸਪੁਰ ਅਤੇ ਅੰਮ੍ਰਿਤਸਰ ਦੀ ਸਥਾਪਨਾ ਦਾ ਵਰਣਨ ਕਰੋ, ਠੀਕ ਹੈ। ਆਹ ਵੈਰੀ ਇੰਪੋਰਟੈਂਟ ਪ੍ਰਸ਼ਨ ਨੇ ਦੋਸਤੋ, ਠੀਕ ਹੈ ਜੀ। ਤਾਂ ਅਗਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਹਨਾਂ ਦੇ ਸੋਲੂਸ਼ਨ ਲੈ ਕੇ ਆਈਏ ਤਾਂ ਕਮੈਂਟ ਜ਼ਰੂਰ ਕਰਿਓ ਦੋਸਤੋ। ਫਿਰ ਮੈਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰੂੰਗਾ ਅੱਜ ਲੱਭ ਲਵਾਂ ਅਤੇ ਥੋੜ੍ਹੀ ਕੁ ਦੇਰ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਇਹਨਾਂ ਦੇ ਆਨਸਰ ਪ੍ਰੋਵਾਈਡ ਕਰਾ ਸਕਾਂ, ਠੀਕ ਹੈ ਜੀ। ਅਤੇ ਹੁਣ ਹੈ ਨਾਗਰਿਕ ਸ਼ਾਸਤਰ ਵਿੱਚ ਪ੍ਰਸ਼ਨ ਆ, ਭਾਰਤ ਇੱਕ ਧਰਮ ਨਿਰਪੇਖ ਜਿਹੜਾ ਹੈਗਾ ਲੋਕਤੰਤਰੀ ਗਣਰਾਜ ਹੈ, ਵਿਆਖਿਆ ਕਰੋ। ਇਸੇ ਤਰ੍ਹਾਂ ਦੋਸਤੋ ਤੁਹਾਡੇ ਪ੍ਰਸ਼ਨ ਦਿੱਤੇ ਹੋਏ ਹਨ। ਕੇਂਦਰੀ ਸਰਕਾਰ, ਰਾਜ ਸਰਕਾਰ, ਆਹ ਚੈਪਟਰ ਦੇ ਵਿੱਚੋਂ ਪ੍ਰਸ਼ਨ ਆਉਣੇ ਹੀ ਆਉਣੇ ਹਨ, ਠੀਕ ਹੈ ਜੀ। ਜਿਹਦੇ ਪਿੱਛੇ ਸ਼ਿਓਰ ਲਿਖਿਆ ਉਹ ਤਾਂ ਦੋਸਤੋ ਮੋਸਟ ਇੰਪੋਰਟੈਂਟ ਪ੍ਰਸ਼ਨ ਹੈਗੇ ਆ। ਇਸੇ ਤਰ੍ਹਾਂ ਦੋਸਤੋ ਨਾਗਰਿਕ ਸ਼ਾਸਤਰ ਦੇ ਵਿੱਚ ਵੀ 4 ਅੰਕ ਵਾਲੇ ਪ੍ਰਸ਼ਨ ਆਉਣੇ ਹਨ, ਠੀਕ ਹੈ ਜੀ। ਦੇਖ ਲਓ ਕੀ ਹੈ। ਸਭ ਤੋਂ ਪਹਿਲਾਂ ਮੌਲਿਕ ਅਧਿਕਾਰਾਂ ਅਤੇ ਰਾਜ ਦੀ ਨੀਤੀ ਨਿਰਦੇਸ਼ਕ ਸਿਧਾਂਤ ਦੇ ਵਿੱਚ ਅੰਤਰ ਦੱਸੋ, ਠੀਕ ਹੈ ਜੀ। ਭਾਰਤੀ ਸੰਵਿਧਾਨ ਦੀ ਵਿਸ਼ਾਲਤਾ ਦੇ 2 ਕਾਰਨ ਦਾ ਵਰਣਨ ਕਰੋ। ਇਸੇ ਤਰ੍ਹਾਂ ਦੋਸਤੋ ਇਹ ਤੁਹਾਡੇ ਇੰਪੋਰਟੈਂਟ ਪ੍ਰਸ਼ਨ ਨੇ। ਅਗਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਹਨਾਂ ਦੇ ਸੋਲੂਸ਼ਨ ਲੈ ਕੇ ਆਈਏ ਤਾਂ ਤੁਸੀਂ ਕਮੈਂਟ ਜ਼ਰੂਰ ਕਰਿਓ, ਤਾਂ ਮੈਂ ਜਲਦੀ ਤੋਂ ਜਲਦੀ ਲੈ ਕੇ ਆ ਜਾਊਂਗਾ। ਦੇਖੋ ਨੋਟ ਵੀ ਲਿਖਿਆ ਇਹਨਾਂ ਨੇ 3 ਨੰਬਰ ਵਾਲੇ ਪ੍ਰਸ਼ਨ ਜਿਹੜੇ ਹੈਗਾ ਭੂਗੋਲ, ਇਤਿਹਾਸ, ਅਰਥ ਸ਼ਾਸਤਰ ਅਤੇ ਨਾਗਰਿਕ ਸ਼ਾਸਤਰ, ਇਹਨਾਂ ਸਾਰਿਆਂ ਵਿੱਚੋਂ ਆਉਣਗੇ। ਇਹਨਾਂ ਵਿੱਚੋਂ ਕੋਈ 8 ਪ੍ਰਸ਼ਨ ਕਰਨੇ ਹਨ। ਨੋਟ ਇੱਕ ਹੋਰ ਦਿੱਤਾ ਹੋਇਆ ਕਿ 4 ਨੰਬਰ ਵਾਲੇ ਪ੍ਰਸ਼ਨ ਭੂਗੋਲ, ਇਤਿਹਾਸ, ਅਰਥ ਸ਼ਾਸਤਰ, ਨਾਗਰਿਕ ਸ਼ਾਸਤਰ, ਇਹਨਾਂ ਸਾਰਿਆਂ ਵਿੱਚੋਂ ਆਉਣਗੇ। ਇਹਨਾਂ ਵਿੱਚੋਂ 4 ਪ੍ਰਸ਼ਨ ਕਰਨੇ ਹਨ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਦਿੱਤਾ ਹੋਇਆ। ਤਾਂ ਅੱਗੇ ਦੋਸਤੋ ਇਹਨਾਂ ਨੇ ਜਿਹੜਾ ਹੈਗਾ ਪੰਜਾਬ ਦੇ ਨਕਸ਼ੇ ਵਿੱਚ ਕੋਈ 4 ਸਥਾਨ ਦਿਖਾਓ, ਜਿਵੇਂ ਕਿ ਆਹ ਦੇਖ ਲਓ, ਆਹ ਜਿਹੜੇ ਲਿਖੇ ਹੋਏ ਹਨ, ਠੀਕ ਹੈ ਜੀ। ਤਾਂ ਇਹ ਤੁਸੀਂ ਕਹੋਗੇ ਤਾਂ ਇਹ ਵੀ ਮੈਂ ਤੁਹਾਨੂੰ ਸ਼ੋਅ ਕਰਵਾ ਦੂੰਗਾ ਨਕਸ਼ੇ 'ਤੇ, ਤੁਹਾਨੂੰ ਦਿਖਾ ਵੀ ਦਊਂਗਾ, ਠੀਕ ਹੈ ਜੀ। ਆਹ ਚੀਜ਼ਾਂ ਜਿਵੇਂ ਕਿ ਇਹਨਾਂ ਨੇ ਤੁਸੀਂ ਆਹ ਦੇਖੋ ਨੋਟ ਵੀ ਦਿੱਤਾ ਕਿ ਪੰਜਾਬ ਦੇ ਨਕਸ਼ੇ ਵਿੱਚ 6 ਇਤਿਹਾਸਕ ਆਉਣਗੇ, ਜਿਨ੍ਹਾਂ ਵਿੱਚ 4 ਭਰਨੇ ਹੋਣਗੇ। ਨਕਸ਼ਾ ਪੈਨਸਿਲ ਨਾਲ ਭਰੋ ਅਤੇ ਪੈਨਸਿਲ ਲੈ ਕੇ ਜਾਓ। ਗੈਸ ਵਾਲੇ ਸਥਾਨ ਤਿਆਰ ਕਰ ਲਓ, ਜਿਵੇਂ ਕਿ ਆਹ ਦਿੱਤੇ ਹੋਏ ਹਨ, ਇਹਨਾਂ ਦੇ ਵਿੱਚੋਂ ਹੀ ਆ ਜਾਣਗੇ। ਅਤੇ ਅਗਰ ਤੁਸੀਂ ਕਹੋਗੇ ਕਿ ਇਹਨਾਂ ਦੇ ਸੋਲੂਸ਼ਨ ਵੀ ਲੈ ਆਓ ਤਾਂ ਇਹ ਵੀ ਮੈਂ ਤੁਹਾਨੂੰ ਜਿਹੜਾ ਹੈਗਾ ਮੈਪ 'ਤੇ ਸੋਲਵ ਕਰਾ ਕੇ ਤੁਹਾਨੂੰ ਸੋਲੂਸ਼ਨ ਪ੍ਰੋਵਾਈਡ ਕਰਵਾ ਦੂੰਗਾ ਇਹਦਾ, ਠੀਕ ਹੈ ਜੀ। ਅਤੇ ਅੱਗੇ ਦੋਸਤੋ ਤੁਹਾਡੇ ਇਹ ਭਾਰਤ ਦੇ ਨਕਸ਼ੇ ਵਿੱਚ ਕੋਈ 4 ਸਥਾਨ ਦਿਖਾਓ। ਆ ਵੀ ਤੁਹਾਨੂੰ ਆਉਣਗੇ, ਜਿਵੇਂ ਕਿ ਵੱਧ ਜਨਸੰਖਿਆ ਵਾਲਾ ਇੱਕ ਰਾਜ, ਘੱਟ ਜਨਸੰਖਿਆ ਵਾਲਾ ਇੱਕ ਰਾਜ, ਜਿਵੇਂ ਕਿ ਜਨਸੰਖਿਆ ਦਾ ਵਾਲਾ ਵੱਧ ਰਾਜ, ਜਿਵੇਂ ਕਿ ਤੁਹਾਨੂੰ ਪਤਾ ਹੀ ਉੱਤਰ ਪ੍ਰਦੇਸ਼ ਆ, ਠੀਕ ਹੈ ਜੀ। ਅਗਰ ਇਸੇ ਤਰ੍ਹਾਂ ਦੋਸਤੋ ਤੁਸੀਂ ਕਹੋਗੇ ਕਿ ਆਹ ਸਾਰੇ ਹੀ ਮੈਪ 'ਤੇ ਸ਼ੋਅ ਕਰਾ ਕੇ ਸਾਡੀ ਤਿਆਰੀ ਕਰਾ ਦਿਓ ਤਾਂ ਦੋਸਤੋ ਇਹ ਵੀ ਮੈਂ ਕਰਵਾ ਦਊਂਗਾ, ਕੋਈ ਐਡੀ ਗੱਲ ਨਹੀਂ ਹੈ, ਠੀਕ ਹੈ ਜੀ। ਤਾਂ ਤੁਸੀਂ ਕਮੈਂਟ ਜ਼ਿਆਦਾ ਤੋਂ ਜ਼ਿਆਦਾ ਕਮੈਂਟ ਆਉਣਗੇ ਤਦ ਹੀ ਦੋਸਤੋ ਸਾਨੂੰ ਵੀ ਮੋਟੀਵੇਸ਼ਨ ਮਿਲੇਗੀ ਅਤੇ ਅਸੀਂ ਜਲਦੀ ਤੋਂ ਜਲਦੀ ਜਿਹੜਾ ਹੈਗਾ ਤੁਹਾਡੇ ਸੋਲੂਸ਼ਨ ਲੱਭ ਕੇ ਤੁਹਾਡੀ ਤਿਆਰੀ ਕਰਾ ਦਾਂਗੇ, ਠੀਕ ਹੈ ਜੀ। ਇਸੇ ਤਰ੍ਹਾਂ ਦੋਸਤੋ ਭਾਗ ਹਾਹਾ ਵਾ ਸਰੋਤ ਆਧਾਰਿਤ ਪ੍ਰਸ਼ਨ ਨੇ, ਯਾਨੀ ਕਿ ਦੋਸਤੋ ਕੀ ਹੈ ਪ੍ਰਸ਼ਨ ਜਿਹੜਾ ਹੈਗਾ ਵਾ ਪ੍ਰਸ਼ਨ ਨੰਬਰ 5 ਵਿੱਚ 4 ਉਪ ਭਾਗ ਹਨ, ਠੀਕ ਹੈ ਜੀ। ਪਾਠਕ੍ਰਮ ਦੇ ਆਧਾਰਿਤ ਪ੍ਰਸ਼ਨ ਦੇ ਹੋਣਗੇ, ਜਿਵੇਂ ਕਿ ਆਹ ਦੇਖ ਲਓ ਦੋਸਤੋ ਕੀ ਹੈ, ਆਹ ਤੁਹਾਡਾ ਪੈਰਾਗ੍ਰਾਫ ਦਿੱਤਾ ਹੋਏਗਾ, ਠੀਕ ਹੈ ਜੀ। ਆਹ ਅਤੇ ਫਿਰ ਥੱਲੇ ਪ੍ਰਸ਼ਨ ਪੁੱਛੇ ਜਾਣਗੇ ਅਤੇ ਤੁਸੀਂ ਆਨਸਰ ਦੇਣੇ ਹੁੰਦੇ ਆ, ਠੀਕ ਹੈ ਜੀ। ਤਾਂ ਤੁਸੀਂ ਕੀ ਕਰੋ, ਇਹ ਸੋਲਵ ਤਾਂ ਹੈਗਾ ਹੀ ਆ, ਇਸ ਲਈ ਇੱਥੋਂ ਤੋਂ ਲੈ ਕੇ ਇੱਥੇ ਤੱਕ ਚੰਗੀ ਤਰ੍ਹਾਂ ਪੜ੍ਹੋ। ਆਪਾਂ ਇਹਨਾਂ ਦੇ ਆਨਸਰ ਦੇਖਦੇ ਹਾਂ। ਤਾਂ ਤੁਸੀਂ ਪੜ੍ਹ ਲਿਆ ਹੋਣਾ ਦੋਸਤੋ, ਠੀਕ ਹੈ। ਦੇਖੋ ਇਹਦੇ ਵਿੱਚ ਕੀ ਆਨਸਰ ਆ। ਸਭ ਤੋਂ ਪਹਿਲਾ ਪ੍ਰਸ਼ਨ ਦੋਸਤੋ ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਦਾ ਕੀ ਨਾਮ ਸੀ। ਤਾਂ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਦਾ ਨਾਮ ਦੋਸਤੋ ਸਰਦਾਰ ਚੜ੍ਹਤ ਸਿੰਘ ਸੀ, ਠੀਕ ਹੈ ਜੀ। ਦੂਸਰਾ ਪ੍ਰਸ਼ਨ, ਕਿਹੜੀ ਮੁਹਿੰਮ ਵਿੱਚ ਰਣਜੀਤ ਸਿੰਘ ਨੇ ਆਪਣੀ ਪਿਤਾ ਦਾ ਜਿਹੜਾ ਹੈਗਾ ਸਾਥ ਦਿੱਤਾ। ਤਾਂ ਰਣਜੀਤ ਸਿੰਘ ਨੇ ਦੋਸਤੋ ਜਿਹੜਾ ਹੈਗਾ ਵਾ ਸਹੌਰ ਦਰਾ ਦੀ ਮੁਹਿੰਮ ਵਿੱਚ ਆਪਣੇ ਪਿਤਾ ਦਾ ਸਾਥ ਦਿੱਤਾ। ਅੱਗੇ ਤੀਸਰਾ ਪ੍ਰਸ਼ਨ, 1792 ਈਸਵੀ ਤੋਂ 1797 ਈਸਵੀ ਤੱਕ ਦੇ ਸਮੇਂ ਨੂੰ ਕਿਹੜਾ ਕਾਲ ਕਿਹਾ ਜਾਂਦਾ ਹੈ। ਤਾਂ ਦੋਸਤੋ ਇਸ ਨੂੰ ਜਿਹੜਾ ਹੈਗਾ ਵਾ ਤਿੱਕੜੀ ਦੀ ਜਿਹੜੀ ਹੈਗੀ ਸਰਪ੍ਰਸਤੀ ਦਾ ਜਿਹੜਾ ਹੈਗਾ ਕਾਲ ਕਿਹਾ ਜਾਂਦਾ ਹੈ। ਤਾਂ ਤੁਹਾਡਾ ਆਨਸਰ ਇਹ ਖਤਮ ਹੋ ਜਾਏਗਾ। ਅਤੇ ਸਾਰੇ ਪ੍ਰਸ਼ਨ ਦੇ ਆਨਸਰ ਦੋਸਤੋ ਇਹੀ ਪੈਰਾਗ੍ਰਾਫ ਦੇ ਵਿੱਚ ਦਿੱਤੇ ਹੋਏ ਹਨ। ਤਾਂ ਜਿਵੇਂ ਕਿ ਤੁਸੀਂ ਇੱਥੇ ਤੋਂ ਲੈ ਕੇ ਇੱਥੇ ਤੱਕ ਚੰਗੀ ਤਰ੍ਹਾਂ ਜ਼ਰੂਰ ਪੜ੍ਹਨਾ ਵਾ। ਜਿਵੇਂ ਕਿ ਦੇਖੋ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਈਸਵੀ ਵਿੱਚ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਘਰ ਹੋਇਆ। ਉਹ ਇਸ ਮਿਸਲ ਦੇ ਬਾਨੀ ਸਰਦਾਰ ਚੜ੍ਹਤ ਸਿੰਘ ਦਾ ਪੋਤਰਾ ਸੀ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਤੁਸੀਂ ਇਹ ਪੂਰਾ ਪੜ੍ਹਨਾ ਵਾ, ਠੀਕ ਹੈ ਜੀ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ। ਫਿਰ ਉਸ ਤੋਂ ਬਾਅਦ ਦੂਸਰਾ ਤੁਹਾਡਾ ਇੱਕ ਹੋਰ ਦਿੱਤਾ ਹੋਇਆ ਵਾ ਇਹ ਦੂਸਰਾ। ਤਾਂ ਦੇਖੋ ਕੀ ਹੈ, ਇਹ ਕੁਦਰਤੀ ਬਨਸਪਤੀ ਉਹ ਸਾਰੇ ਦਰਖਤ, ਕੰਡੇਦਾਰ ਝਾੜੀਆਂ ਅਤੇ ਪੌਦੇ ਅਤੇ ਘਾਹ ਜੋ ਮਨੁੱਖੀ ਦਖਲ ਤੋਂ ਬਿਨਾਂ ਉੱਗਦੇ ਹਨ, ਕੁਦਰਤੀ ਬਨਸਪਤੀ ਅਖਵਾਉਂਦੇ ਹਨ। ਇਸ ਦਾ ਜਿਹੜਾ ਹੈਗਾ ਅਧਿਐਨ ਕਰਨ ਤੋਂ ਪਹਿਲਾਂ ਬਨਸਪਤੀ ਜਾਤੀ, ਬਨਸਪਤੀ ਅਤੇ ਜੰਗਲ ਜਿਹੇ ਸੰਬੰਧਿਤ ਸ਼ਬਦਾਂ ਦੀ ਜਿਹੜੀ ਜਾਣਕਾਰੀ ਹੋਣੀ ਅਤੇ ਜ਼ਰੂਰੀ ਹੈ, ਠੀਕ ਹੈ। ਇਸ ਤਰ੍ਹਾਂ ਦੋਸਤੋ ਇਹ ਤੁਸੀਂ ਸਾਰਾ ਪੜ੍ਹ ਲੈਣਾ ਵਾ ਇੱਥੋਂ ਤੋਂ ਲੈ ਕੇ, ਬਿਲਕੁਲ ਵੀ ਛੱਡਣਾ ਨਹੀਂਗਾ, ਕਿਉਂਕਿ ਅਗਰ ਪੇਪਰ ਦੇ ਵਿੱਚ ਆ ਜਾਵੇ ਤਾਂ ਤੁਸੀਂ ਲਿਖਣ ਯੋਗ ਹੋ ਜਾਵੇ ਬਿਨਾਂ ਪੜ੍ਹੇ ਪੈੜ, ਠੀਕ ਹੈ ਜੀ।
तो देखो दोस्तों हुण प्रश्न की है, सब तो पहले इहदे विच कुदरती वनस्पति तो की भाव है, इहदा आंसर निकल कर आ जाऊगा दोस्तों कुदरती वनस्पति ਉਹ ਰੁੱਖ पौधे ਹਨ ਜਿਹੜੇ ਮਨੁੱਖ ਦੀ ਦਖਲ ਅੰਦਾਜ਼ੀ ਤੋਂ ਬਿਨਾਂ ਹੀ ਉਗ ਆਉਂਦੇ ਹਨ। ਇਹਨਾਂ ਵਿੱਚ ਸਾਰੇ ਰੁੱਖ, ਕੰਡੇਦਾਰ ਝਾੜੀਆਂ ਤੇ ਘਾਹ ਆਦਿ ਸ਼ਾਮਿਲ ਹਨ। ਜਿਵੇਂ ਕਿ ਆ ਦੇਖ ਲਓ ਦੋਸਤੋ, ਆਹ ਵਾਲਾ ਜਿਹੜਾ ਹੈਗਾ ਆਂਸਰ ਇੱਥੇ ਹੀ ਦਿੱਤਾ ਹੋਇਆ ਸੀਗਾ। ਆ ਦੇਖੋ ਕੁਦਰਤੀ ਵਨਸਪਤੀ ਉਹ ਸਾਰੇ ਦਰਖਤ, ਕੰਡੇਦਾਰ ਝਾੜੀਆਂ, ਪੌਦੇ ਅਤੇ ਘਾਹ ਮਨੁੱਖੀ ਦਖਲ ਤੋਂ ਬਿਨਾਂ ਉਗਦੇ ਹਨ, ਠੀਕ ਹੈ ਜੀ, ਉਹ ਹੁੰਦੇ ਹਨ। ਅਤੇ ਇੱਥੇ ਵੀ ਆਂਸਰ ਉਹੀ ਦਿੱਤਾ ਹੋਇਆ। ਇਸ ਲਈ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਕਿ ਪੈਰਾ ਜ਼ਰੂਰ ਪੜ੍ਹਿਓ। ਸੋ 2 ਮਿੰਟ ਲਈ ਸਕਰੀਨ ਨੂੰ ਰੋਕ ਕੇ। ਦੂਸਰਾ ਪ੍ਰਸ਼ਨ ਦੋਸਤੋ ਕੀ ਹੈ, ਬਨਸਪਤੀ ਜਾਤੀ ਅਤੇ ਬਨਸਪਤੀ ਵਿੱਚ ਕੀ ਅੰਤਰ ਹੈ? ਤਾਂ ਦੇਖੋ ਬਨਸਪਤੀ ਜਾਤੀ ਵਿੱਚ ਕਿਸੇ ਜਿਹੜਾ ਹੈਗਾ ਵਾ ਨਿਸ਼ਚਿਤ ਸਥਾਨ, ਨਿਸ਼ਚਿਤ ਸਮੇਂ 'ਤੇ ਉਗਣ ਵਾਲੇ ਪੌਦਿਆਂ ਦੀਆਂ ਜਾਤੀਆਂ ਸ਼ਾਮਿਲ ਹੁੰਦੀਆਂ ਹਨ, ਪਰ ਬਨਸਪਤੀ ਵਿੱਚ ਕਿਸੇ ਨਿਸ਼ਚਿਤ ਵਾਤਾਵਰਣ ਵਿੱਚ ਕਿਸੇ ਵਿਸ਼ੇਸ਼ ਸਥਾਨ 'ਤੇ ਉਗਣ ਵਾਲੇ ਰੁੱਖ ਪੌਦਿਆਂ ਦੀ ਗਣਨਾ ਹੁੰਦੀ ਹੈ। ਅੱਗੇ ਆਪਣਾ ਜੰਗਲ ਦੀ ਪਰਿਭਾਸ਼ਾ ਦਿਓ। ਤਾਂ ਦੇਖੋ ਜੰਗਲ ਇੱਕ ਵੱਡਾ ਜਿਹੜਾ ਹੈਗਾ ਬਨਸਪਤੀ ਖੇਤਰ ਹੁੰਦਾ ਹੈ ਜਿੱਥੇ ਰੁੱਖ, ਪੌਦੇ ਅਤੇ ਜਿਹੜੀ ਹੈਗੇ ਨੇ ਝਾੜੀਆਂ ਇੱਕ ਦੂਜੇ ਦੇ ਨੇੜੇ ਸੰਘਣੇ ਰੂਪ ਵਿੱਚ ਉੱਗੇ ਹੁੰਦੇ ਹਨ। ਤਾਂ ਇੱਥੇ ਝਾੜੀਆਂ ਲਿਖਿਆ ਨਾ, ਤਾਂ ਝਾੜੀਆਂ ਇੱਥੇ ਸਹੀ ਕਰ ਲਿਓ, ਇੱਥੇ ਚੁੱਪ ਪਾ ਲਿਓ, ਠੀਕ ਹੈ, ਚੱਚਾ ਪਾ ਲਿਓ। ਅੱਗੇ ਆਪਣਾ ਦੋਸਤੋ ਚੌਥਾ ਪ੍ਰਸ਼ਨ ਦੇਖੋ ਕੀ ਹੈ, ਦੇਸ਼ ਵਿੱਚ ਮੌਜੂਦ ਵਿਦੇਸ਼ੀ ਬਨਸਪਤੀ ਜਾਤੀਆਂ ਦੇ ਨਾਂ ਅਤੇ ਮਾਤਰਾ ਦੱਸੋ। ਤਾਂ ਦੇਖੋ ਦੇਸ਼ ਵਿੱਚ ਮੌਜੂਦ ਵਿਦੇਸ਼ੀ ਬਨਸਪਤੀ ਜਾਤਾਂ ਨੂੰ ਜਿਹੜਾ ਹੈਗਾ ਵਾ ਬੋਰੀਅਲ ਅਤੇ ਪੈਲੀਓ ਉਸ਼ਨਖੰਡੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਭਾਰਤ ਵਿੱਚ ਬਨਸਪਤੀ ਵਿੱਚ ਵਿਦੇਸ਼ੀ ਬਨਸਪਤੀ ਦੀ ਮਾਤਰਾ 40% ਹੈ। ਤਾਂ ਇੱਥੇ ਇੱਕ ਹੋਰ ਨੋਟ ਵੀ ਦਿੱਤਾ ਹੋਇਆ ਇਹਨਾਂ ਨੇ, ਕੀ ਦਿੱਤਾ ਕਿ ਸਰੋਤ ਆਧਾਰਿਤ ਪ੍ਰਸ਼ਨ ਜਿਹੜਾ ਹੈਗਾ ਭੂਗੋਲ ਦੇ ਪਾਠ, ਕੁਦਰਤੀ ਬਨਸਪਤੀ, ਜੀਵ ਜੰਤੂ ਅਤੇ ਮਿੱਟੀ ਅਤੇ ਇਤਿਹਾਸ ਦੇ ਪਾਠ 7 ਰਣਜੀਤ ਸਿੰਘ ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ ਵਿੱਚੋਂ ਆਵੇਗਾ। ਵੈਸੇ ਪੈਰਾ ਕੋਈ ਵੀ ਆ ਸਕਦਾ ਹੈ, ਪ੍ਰੈਕਟਿਸ ਲਈ ਪੈਰਾ ਦੇਖ ਲਓ, ਪੈਰੇ ਵਿੱਚ ਹੀ ਉੱਤਰ ਕੱਢਣੇ ਹੁੰਦੇ ਹਨ। ਜਿਵੇਂ ਕਿ ਦੋਸਤੋ ਇਹਨਾਂ ਨੇ ਦੱਸਿਆ ਕਿ ਕੋਈ ਵੀ ਆ ਸਕਦਾ ਵਾ, ਜ਼ਰੂਰੀ ਨਹੀਂ ਕਿ ਇਹੀ ਵਾਲਾ ਆਵੇ, ਠੀਕ ਹੈ, ਕੁੱਤੇ ਵੀ ਆ ਜਾਊਗਾ। ਬਾਕੀ ਤੁਸੀਂ ਜਦੋਂ ਪੈਰਾ ਪੜ੍ਹੋਗੇ ਨਾ ਤੁਹਾਨੂੰ ਆਨਸਰ ਖੁਦ ਹੀ ਪਤਾ ਲੱਗ ਜਾਏਗਾ। ਇਸ ਲਈ ਪੜ੍ਹ ਕੇ ਜਿਹੜੇ ਹੈਗੇ ਪ੍ਰਸ਼ਨਾਂ ਦੇ ਉੱਤਰ ਜ਼ਰੂਰ ਦੇ ਦਿਓ। ਉਸ ਤੋਂ ਬਾਅਦ ਦੋਸਤੋ ਦੇਖਦੇ ਹਾਂ ਥੱਲੇ ਇਹਨਾਂ ਨੇ ਹੋਰ ਕੀ ਦਿੱਤਾ ਗੈਸ ਪੇਪਰ ਵਾਲੇ ਨੇ। ਤਾਂ ਇਹਨਾਂ ਨੇ ਦੇਖ ਲਓ ਦੋਸਤੋ ਇੱਕ ਆਹ ਮੈਪ ਦਿੱਤਾ ਹੋਇਆ ਪੰਜਾਬ ਦਾ, ਠੀਕ ਹੈ ਜੀ, ਵੰਡ ਤੋਂ ਪਹਿਲਾਂ। ਜਿਵੇਂ ਕਿ ਦੇਖ ਲਓ ਇਹਨਾਂ ਨੇ ਸ਼ੋਅ ਕੀਤਾ ਹੋਇਆ ਅਟਕ, ਗੁਜਰਾਤ, ਤਰਨਤਾਰਨ, ਠੀਕ ਹੈ, ਸਭਰਾਓ ਅਤੇ ਆਪਣਾ ਸੋਨੀਪਤ ਦਿੱਤਾ ਹੋਇਆ ਵਾ, ਠੀਕ ਹੈ ਜੀ, ਹਾਂਜੀ। ਅਤੇ ਉਸ ਤੋਂ ਬਾਅਦ ਦੋਸਤੋ ਇਹਨਾਂ ਨੇ ਪੰਜਾਬ ਦਾ ਦੇਖ ਲਓ ਆਹ ਦਿੱਤਾ ਹੋਇਆ ਵਾ, ਇੱਕ ਹੋਰ ਦਿੱਤਾ ਹੋਇਆ ਵਾ ਰਾਮਨਗਰ, ਠੀਕ ਹੈ ਜੀ, ਰਾਮਨਗਰ। ਅਤੇ ਅੱਗੇ ਦੋਸਤੋ ਰਾਮਨਗਰ ਆ, ਠੀਕ ਹੈ ਜੀ, ਰਾਮਨਗਰ। ਅਤੇ ਆਪਣਾ ਦੋਸਤੋ ਗੁਰਬਾਸ਼, ਨੰਗਲ, ਠੀਕ ਹੈ ਜੀ, ਅਨੰਦਪੁਰ ਸਾਹਿਬ, ਚਮਕੌਰ ਸਾਹਿਬ ਅਤੇ ਮੁਦਕੀ, ਠੀਕ ਹੈ। ਇਸ ਤਰ੍ਹਾਂ ਇਹ ਤੁਹਾਡਾ ਇਹ ਮੈਪ ਦੇ ਵਿੱਚ ਸ਼ੋਅ ਕੀਤਾ ਹੋਇਆ। ਉਸ ਤੋਂ ਬਾਅਦ ਦੋਸਤੋ ਇਹ ਭਾਰਤ ਦਾ ਮੈਪ ਆ ਇੱਕ, ਠੀਕ ਹੈ ਜੀ। ਤਾਂ ਇਹਦੇ ਵਿੱਚ ਦੋਸਤੋ ਆ ਦੇਖ ਲਓ ਇਹਨਾਂ ਨੇ ਦਿੱਤੀ ਹੋਈ ਹੈ ਚਨਾਬ ਨਦੀ, ਚੀਨ, ਨੰਦਾ ਦੇਵੀ, ਠੀਕ ਹੈ ਜੀ। ਅਤੇ ਅੱਗੇ ਦੋਸਤੋ ਇਹਨਾਂ ਨੇ ਮਿਰਜ਼ਾਪੁਰ, ਠੀਕ ਹੈ ਜੀ, 19 ਕੱਪੜਾ ਨਿਰਮਾਣ ਕੇਂਦਰ ਆ, ਠੀਕ ਹੈ ਜੀ। ਇਹ ਅੱਗੇ ਦੋਸਤੋ ਤੁਹਾਡਾ ਇਹ ਅਧਿਕ ਵਰਸ਼ਾ ਵਾਲਾ ਖੇਤਰ ਇੱਥੇ ਆ ਛੇਤਰ, ਠੀਕ ਹੈ ਜੀ। ਇਸ ਤਰ੍ਹਾਂ ਇਹਨਾਂ ਨੇ ਦਿੱਤਾ ਹੋਇਆ ਵਾ। ਅਤੇ ਹੋਰ ਵੀ ਤੁਹਾਡਾ ਇਹ ਭਾਰਤ ਦਾ ਦਿੱਤਾ ਹੋਇਆ ਵਾ, ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ, ਠੀਕ ਹੈ ਜੀ। ਬਰੌਨੀ ਜਿਹੜਾ ਹੈਗਾ ਵਾ, ਬਰੌਨੀ ਦਾ ਇਹ ਦੋਸਤੋ ਦਿੱਤਾ ਹੋਇਆ ਵਾ ਤੇਲ ਸ਼ੋਧਕ ਕੇਂਦਰ ਆ ਇਹ ਇੱਥੇ, ਠੀਕ ਹੈ ਜੀ। ਅਤੇ ਇੱਥੇ ਦੋਸਤੋ ਕੀ ਹੈ ਤੁਹਾਡਾ ਪਿਲਾਈ ਜਿਹੜਾ ਹੈਗਾ ਵਾ, ਹਾਂਜੀ, ਪਿਲਾਈ ਇਸਪਾਤ ਨਿਰਮਾਣ ਕੇਂਦਰ ਹੈ ਇੱਥੇ। ਅਤੇ ਇਹ ਦੋਸਤੋ ਜਿਹੜਾ ਹੈਗਾ ਤੁਹਾਡਾ ਕਾਲੀ ਮਿੱਟੀ ਦਾ ਖੇਤਰ ਹੈ ਗੁਜਰਾਤ ਦੇ ਵਿੱਚ, ਠੀਕ ਹੈ। ਕਣਕ ਦਾ ਖੇਤਰ ਹੈ ਕਰਨਾਟਕ ਦੇ ਵਿੱਚ, ਇਹ ਗੋਦਾਵਰੀ ਨਦੀ ਹੈ, ਠੀਕ ਹੈ ਜੀ। ਇਸੇ ਤਰ੍ਹਾਂ ਦੋਸਤੋ ਇਹ ਤੁਹਾਡਾ ਦਿੱਤਾ ਹੋਇਆ ਵਾ। ਅਗਰ ਤੁਸੀਂ ਚਾਹੁੰਦੇ ਕਿ ਦੋਸਤੋ ਪ੍ਰੋਪਰ ਅਸੀਂ ਮੈਪ ਅਤੇ ਜਿਹੜੇ ਅਨਸੋਲਵ ਪ੍ਰਸ਼ਨ ਆ, ਬਸ ਇੱਥੇ ਦੋਸਤੋ ਆਹ ਦੇਖ ਲਓ ਗੈਸ ਪੇਪਰ ਖਤਮ ਹੋ ਗਿਆ, ਬਸ 32 ਪੇਜਾਂ ਦੀ ਇਹ ਗੈਸ ਪੇਪਰ ਦੀ ਸੀਗੀ, ਠੀਕ ਹੈ ਜੀ। ਅਤੇ ਅਸੀਂ ਤੁਹਾਨੂੰ ਪੂਰਾ ਹੀ ਕਰਾ ਦਿੱਤਾ ਵਾ। ਅਤੇ ਬਾਕੀ ਦੋਸਤੋ ਜਿਹੜੇ ਅਨਸੋਲਵ ਪ੍ਰਸ਼ਨ ਸੀਗੇ, ਜਿਵੇਂ ਕਿ ਆਹ ਵਾਲੇ ਜਿਹੜੇ ਅਨਸੋਲਵ ਪ੍ਰਸ਼ਨ ਨੇ, ਜਿਵੇਂ ਤੁਸੀਂ ਆਹ ਦੇਖ ਰਹੇ ਹੋ ਨਾਗਰਿਕ ਸ਼ਾਸਤਰ ਦੇ, ਠੀਕ ਹੈ, ਇਤਿਹਾਸ ਦੇ ਆ, ਜਿਵੇਂ ਕਿ ਅਨਸੋਲਵ ਆ, ਠੀਕ ਹੈ ਜੀ, ਸੋਲਵ ਨਹੀਂ ਹੈਗੇ, ਇੰਪੋਰਟੈਂਟ ਪ੍ਰਸ਼ਨ ਨੇ ਇਹ, ਠੀਕ ਹੈ ਜੀ। ਇਹਨਾਂ ਦੇ ਵਿੱਚੋਂ ਹੀ ਪ੍ਰਸ਼ਨ ਆ ਜਾਣਗੇ ਤੁਹਾਡੇ, ਕਿਉਂਕਿ ਦੇਖਿਆ ਜਾ ਰਿਹਾ ਵਾ ਕਿ ਜਿਹੜੇ ਪਿਛਲੇ ਪੇਪਰ ਆ ਰਹੇ ਆ ਸ਼ਾਂਤੀ ਦੇ ਵਿੱਚੋਂ ਹੀ ਆ ਰਹੇ ਆ, ਠੀਕ ਹੈ। ਇਸ ਲਈ ਦੋਸਤੋ ਤੁਸੀਂ ਕਮੈਂਟ ਜ਼ਿਆਦਾ ਤੋਂ ਜ਼ਿਆਦਾ ਕਮੈਂਟ ਕਰੋ ਕਿ ਸਰ ਇਹ ਪਾਰਟ 2 ਲੈ ਕੇ ਆਓ। ਪਾਰਟ 2 ਦੇ ਵਿੱਚ ਮੈਂ ਦੋਸਤੋ ਫਿਰ ਇਹ ਜਿਹੜੇ ਅਨਸੋਲਵ ਪ੍ਰਸ਼ਨ ਨੇ, ਅਨਸੋਲਵ ਪ੍ਰਸ਼ਨ ਉੱਤਰ ਹੋ ਗਏ, ਅਤੇ ਅਨਸੋਲਵ ਜਿਹੜੇ ਤੁਹਾਡੇ ਇਹ ਮੈਪ ਵਾਲੇ ਪ੍ਰਸ਼ਨ ਹੋ ਗਏ, ਠੀਕ ਹੈ ਜੀ। ਆਹ ਦੇਖ ਲਓ ਮੈਪ ਵਾਲੇ ਪ੍ਰਸ਼ਨ ਨੇ, ਠੀਕ ਹੈ ਜੀ, ਨਕਸ਼ੇ ਵਾਲੇ ਪ੍ਰਸ਼ਨ ਨੇ, ਪੰਜਾਬ ਦੇ ਨਕਸ਼ੇ ਵਾਲੇ ਅਤੇ ਭਾਰਤ ਦੇ ਨਕਸ਼ੇ ਵਾਲੇ, ਠੀਕ ਹੈ ਜੀ। ਤਾਂ ਇਹ ਵੀ ਮੈਂ ਸੋਲਵ ਕਰਾ ਦੂੰਗਾ ਦੋਨੋਂ ਹੀ ਚੀਜ਼ਾਂ। ਇਸ ਲਈ ਮੈਨੂੰ ਪਾਰਟ 2 ਦੇ ਲਈ ਜ਼ਰੂਰ ਤੋਂ ਜ਼ਰੂਰ ਕਮੈਂਟ ਕਰਕੇ ਦੱਸਿਓ, ਠੀਕ ਹੈ ਜੀ। ਤਾਂ ਦੋਸਤੋ ਬਸ ਵੀਡੀਓ ਦੇ ਵਿੱਚ ਇੰਨਾ ਹੀ ਸੀਗਾ। ਬਾਕੀ ਤੁਹਾਡੀ ਕੋਈ ਕੁਐਰੀ ਹੈ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ। ਸਟੱਡੀ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਵਾ।